ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਅੱਜ ਦਾ ਤੁਹਾਡਾ ਸਾਰਾ ਦਾ ਕੈਂਪ ਦੇ ਵਿੱਚ ਸਵਾਗਤ ਹੈ ਤੇ ਆਪਾਂ ਕੈਂਪ ਦੀ ਆਰੰਭਤਾ ਕਰਾਂਗੇ। ਹਾਂਜੀ, ਜਾਪ ਦੀ ਸੇਵਾ ਹੋਏਗੀ ਸਭ ਤੋਂ ਪਹਿਲਾਂ, ਜੋ ਕਿ ਗੁਰਨੂਰ ਕੌਰ ਜੀ ਕਰਨਗੇ। ਈਪੀਪੀ ਨੰਬਰ 15826 ਜ਼ੋਨ ਫਿਰੋਜ਼ਪੁਰ। ਵਾਹਿਗੁਰੂ ਜੀ का खालसा वाहिगुरू जी की फतेह। मेरा नाम गुरनूर कौर, ईपीपी नंबर 15/26 जोन फिरोजपुर वाईसी मनजीत कौर। आज मैं जाप की सेवा लेने जा रही हूँ। एक ओंकार सतनाम करता पुरख निर्भय निर्वैर अकाल मूरत अजूनी सैभं गुर प्रसाद। एक ओंकार सतनाम करता पुरख निर्भय निर्वैर अकाल मूरत अजूनी सैभं गुर प्रसाद। एक ओंकार सतनाम करता पुरख निर्भय निर्वैर अकाल मूरत अजूनी सैभं गुर प्रसाद। एक ओंकार सतनाम करता पुरख निर्भय निर्वैर अकाल मूरत अजूनी सैभं गुर प्रसाद। एक ओंकार सतनाम करता पुरख निर्भय निर्वैर अकाल मूरत अजूनी सैभं गुर प्रसाद। वाहिगुरू 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 वाहिगुरू। वाहिगुरू जी का खालसा वाहिगुरू जी की फतेह। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਬਹੁਤ ਵਧੀਆ ਗੁਰਨੂਰ ਕੌਰ ਜੀ। ਹਾਂਜੀ, ਹੁਣ ਅੱਗੇ ਆਪਾਂ ਚਲਾਂਗੇ ਕੀਰਤਨ ਦੀ ਸੇਵਾ ਦੇ ਲਈ। ਕੀਰਤਨ ਦੀ ਸੇਵਾ ਕਰਨਗੇ ਮਨਦੀਪ ਕੌਰ ਜੀ, ਸੁਖਦੀਪ ਕੌਰ ਜੀ। ਈਪੀਪੀ ਨੰਬਰ ਹੈਗਾ ਉਹਨਾਂ ਦਾ 13323 13324 ਜ਼ੋਨ ਸ਼ੇਰਪੁਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ
ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਬਹੁਤ ਵਧੀਆ ਕੀਤਾ ਜੀ ਕੀਰਤਨ, ਆਨੰਦ ਆ ਗਿਆ ਸੁਣ ਕੇ। ਹੁਣ ਆਪਾਂ ਆਪਣੇ ਅਗਲੇ ਸੈਸ਼ਨ ਵੱਲ ਵਧਦੇ ਹਾਂ ਜੀ। ਜਿਹੜਾ ਆਪਣਾ ਅਗਲਾ ਸੈਸ਼ਨ ਲੈਣਗੇ ਅਨਮੋਲਦੀਪ ਕੌਰ ਜੀ। ਇਹ ਆਪਣਾ ਪਿਛਲੇ ਸਾਲ ਤੋਂ ਇਹ ਕੈਂਪ ਅਟੈਂਡ ਕਰ ਰਹੇ ਨੇ। ਇਹ ਆਪਣਾ ਅਨੁਭਵ ਜਿਹੜਾ ਹੈ ਆਪਣੇ ਨਾਲ ਸਾਂਝਾ ਕਰਨਗੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मेरा नाम अनमोलदीप कौर है। मेरे APP नंबर 16 जो नोटा है जी। मेरे वाइस सोन सिंह जी हैं। मैं गुरबाणी पढ़न तो बाद मेरे की चेंज आया मेरा एक्सपीरियंस। वाहिगुरू जी मैं पहला कदे नितनेम नहीं सी कीता, सिर्फ घर दे करते सन मैं, पर मैनू नहीं सी पता है और नितनेम बारे मैनू कोई जानकारी नहीं सी। बट उस दिन तो जदों दी मैं APP स्टूडेंट बनी हाँ ਉਹਦੇ ਵਿੱਚ ਮੇਰੇ ਵਿੱਚ ਬਹੁਤ ਚੇਂਜ ਆਇਆ ਹੈ, ਮੇਰੇ ਵਿੱਚ ਬਹੁਤ ਹੀ ਬਦਲਾਵ ਆਇਆ ਹੈ। ਮੈਂ ਪੂਰਾ ਨਿਤਨੇਮ ਕਰਨ ਲੱਗੀ ਹਾਂ ਤੇ ਗੁਰੂ ਸਾਹਿਬ ਨੇ ਪਰਿਵਾਰ ਤੇ ਬਹੁਤ ਹੀ ਕਿਰਪਾ ਕੀਤੀ ਹੈ। ਤੇ ਸ਼ਾਮ ਨੂੰ ਸਾਰਾ ਹੀ ਪਰਿਵਾਰ, ਅਸੀਂ ਮੇਰੇ ਭੈਣ ਭਰਾ, ਦਾਦਾ ਦਾਦੀ ਸਾਰੇ ਬੈਠ ਕੇ ਰਹਿਰਾਸ ਸਾਹਿਬ ਦਾ ਪਾਠ ਕਰਦੇ ਹਾਂ। ਤੇ ਪਹਿਲਾਂ ਮੇਰੇ ਮਨ ਵਿੱਚ ਨਾ ਹਨੇਰੇ ਦਾ ਬਹੁਤ ਡਰ ਹੁੰਦਾ ਸੀਗਾ ਵੀ ਮੈਂ ਬਾਹਰ ਨਹੀਂ ਜਾਣਾ ਹੈਗਾ, ਮੈਨੂੰ ਬਹੁਤ ਡਰ ਲੱਗਦਾ ਸੀਗਾ ਹਨੇਰੇ ਤੋਂ। ਪਰ ਮੇਰਾ ਇਹੀ ਡਰ ਗੁਰੂ ਸਾਹਿਬ ਜੀ ਨੇ ਦੂਰ ਨਹੀਂ ਕੀਤਾ। ਹੋਰ ਵੀ ਮੇਰੇ ਬਹੁਤ ਸਾਰੇ ਡਰ ਹੈਗੇ ਨੇ ਜਿਹੜੇ ਦੂਰ ਕੀਤੇ ਨੇ। ਤੇ ਉਦੋਂ ਤੋਂ ਮੇਰਾ ਗੁਰੂ ਸਾਹਿਬ ਜੀ ਤੇ ਬਹੁਤ ਹੀ ਆਤਮ ਵਿਸ਼ਵਾਸ ਵਧਿਆ ਹੈਗਾ ਤੇ ਕੈਂਪ ਲਾਉਣ ਨਾਲ ਸਾਨੂੰ ਬਹੁਤ ਹੀ ਲਾਭ ਹੋਇਆ ਵਾ ਤੇ ਮੇਰਾ ਸਾਰਾ ਪਰਿਵਾਰ ਗੁਰਬਾਣੀ ਨਾਲ ਜੁੜਿਆ ਹੋਇਆ ਵਾ ਤੇ ਮੈਨੂੰ ਕੈਂਪ ਵਿੱਚੋਂ ਬਹੁਤ ਹੀ ਕੁਝ ਸਿੱਖਣ ਨੂੰ ਮਿਲਿਆ। ਤੇ ਸਭ ਤੋਂ ਵੱਡੀ ਚੀਜ਼ ਮੈਨੂੰ ਸਿੱਖਣ ਨੂੰ ਮਿਲੀ ਕਿ ਗੁਰਮੇ ਸੰਗ ਸਦਾ ਹੈ ਨਾਲੇ, ਕਿ ਗੁਰੂ ਸਾਹਿਬ ਜੀ ਸਾਡੇ ਨਾਲ ਸਾਡੇ ਹਰ ਪੱਖ ਨਾਲ ਸਾਡੀ ਜਦੋਂ ਮੁਸ਼ਕਿਲ ਆਉਂਦੀ ਹੈ ਉਦੋਂ ਵੀ ਸਾਡੇ ਨਾਲ ਅੰਗ ਸੰਗ ਸਹਾਈ ਹੁੰਦੇ ਹਨ। ਪਰ ਉਹ ਮੁਸ਼ਕਿਲਾਂ ਦੇ ਸਮੇਂ 'ਚ ਵੀ ਸਾਡੇ ਨਾਲ ਸਾਡੇ ਅੰਗ ਸੰਗ ਸਹਾਈ ਹੁੰਦੇ ਹਨ। ਤਾਂ ਸਾਨੂੰ ਡਟ ਕੇ ਸਾਹਮਣਾ ਕਰਨਾ ਚਾਹੀਦਾ, ਸਾਨੂੰ ਘਬਰਾਉਣਾ ਨਹੀਂ ਚਾਹੀਦਾ ਮੁਸ਼ਕਿਲਾਂ ਤੋਂ। ਤਾਂ ਸਾਨੂੰ ਕੈਂਪ 'ਚੋਂ ਬਹੁਤ ਹੀ ਕੁਝ ਸਿੱਖਣ ਨੂੰ ਮਿਲਿਆ ਹੈ। ਸੋ ਮੈਂ ਪੂਰੀ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਟੀਮ ਦਾ ਧੰਨਵਾਦ ਕਰਦੀ ਹਾਂ ਤੇ ਜਸਵਿੰਦਰ ਸਿੰਘ ਖਾਲਸਾ ਜੀ ਦਾ ਵੀ ਧੰਨਵਾਦ ਕਰਦੀ ਹਾਂ ਤੇ ਮੇਰੇ ਵਾਈਸ ਸੋਨ ਸਿੰਘ ਜੀ ਕੇ ਜਿੱਥੇ ਸਾਨੂੰ ਉਹ ਪੜ੍ਹਾ ਰਹੇ ਨੇ, ਸਾਡੀ ਪੜ੍ਹਾਈ ਵਿੱਚ ਵੀ ਮਦਦ ਕਰ ਰਹੇ ਹਨ। ਤਾਂ ਤੇ ਉਹ ਸਾਨੂੰ ਗੁਰਬਾਣੀ ਤੇ ਗੁਰੂ ਨਾਲ ਵੀ ਜੋੜ ਰਹੇ ਹਨ। ਸੋ ਮੈਂ ਉਹਨਾਂ ਦਾ ਬਹੁਤ ਹੀ ਧੰਨਵਾਦ ਕਰਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ ਅਨਮੋਲਦੀਪ ਜੀ। ਤੁਸੀਂ ਬਹੁਤ ਹੀ ਪਿਆਰਾ ਅਨੁਭਵ ਆਪਣਾ ਜਿਹੜਾ ਸਾਡੇ ਨਾਲ ਸਾਂਝਾ ਕੀਤਾ। ਅਸੀਂ ਦੇਖ ਰਹੇ ਸੀ ਵੀ ਤੁਸੀਂ ਤੇ ਤੁਹਾਡੇ ਦਾਦੀ ਜੀ ਉਹ ਵੀ ਸਾਡੇ ਨਾਲ ਜਿਹੜਾ ਹੈ ਇਹ ਪੂਰਾ ਜਿਹੜਾ ਪਿਛਲੇ 1 ਸਾਲ ਤੋਂ ਚੱਲ ਰਿਹਾ ਵਾ ਆਪਣਾ ਕੈਂਪ ਉਹ ਅਟੈਂਡ ਕਰ ਰਹੇ ਹੋ। ਮੈਨੂੰ ਬਹੁਤ ਖੁਸ਼ੀ ਹੋਈ ਤੇ ਮੈਂ ਅੱਗੇ ਤੁਹਾਨੂੰ ਇਹ ਕਹਿੰਦੀ ਹਾਂ ਵੀ ਤੁਸੀਂ ਆਪ ਵੀ ਜੁੜੋ ਤੇ ਹੋਰਨਾਂ ਨੂੰ ਵੀ ਜੋੜੋ। ਜਿੰਨੇ ਵੀ ਜਾਣੇ ਇਸ ਕੈਂਪ ਦੇ ਨਾਲ ਜੁੜੇ ਹੋਏ ਨਾ ਉਹਨਾਂ ਨੂੰ ਇਹੀ ਬੇਨਤੀ ਆ ਕਿ ਆਪ ਵੀ ਜੁੜੋ ਤੇ ਹੋਰਨਾਂ ਨੂੰ ਵੀ ਇਸ ਕੈਂਪ ਦੇ ਨਾਲ ਜੋੜੋ, ਕਿਉਂਕਿ ਆਪਾਂ ਨੂੰ ਕਿੰਨਾ ਕੁਝ ਸਿੱਖਣ ਨੂੰ ਮਿਲ ਰਿਹਾ ਇਸ ਕੈਂਪ ਤੋਂ। ਤੇ ਜਿਵੇਂ ਕਿ ਹੁਣ ਅਨਮੋਲਦੀਪ ਜੀ ਨੇ ਕਿਹਾ ਸੀ ਨਾ ਕਿ ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਤੇ ਉਹਨਾਂ ਨਾਲ ਹੀ ਆਪਣੇ ਸਭ ਦੇ ਨਾਲ ਹੀ ਪਰਮਾਤਮਾ ਆਪਣੇ ਨਾਲ ਹਮੇਸ਼ਾ ਅੰਗ ਸੰਗ ਰਹਿੰਦਾ। ਤੇ ਹਾਂਜੀ, ਹੁਣ ਆਪਣਾ ਜਿਹੜਾ ਅਗਲਾ ਸੈਸ਼ਨ ਹੈ ਪਹਿਲਾਂ ਉਹ ਜਿਹੜਾ ਲੈਣਗੇ ਇੰਦਰਪਾਲ ਸਿੰਘ ਜੀ, ਜਿਹੜੇ ਕਿ ਨੇ ਟਿਪਸ ਟੂ ਇੰਪਰੂਵ ਯੋਰਸੈਲਫ, ਵੀ ਕਿਵੇਂ ਆਪਾਂ ਇੰਪਰੂਵ ਕਰ ਸਕਦੇ ਹਾਂ ਆਪਣੇ ਸੈਲਫ ਨੂੰ। ਠੀਕ ਹੈ ਜੀ, ਇਸ ਟੌਪਿਕ ਤੇ ਆਪਣੇ ਨਾਲ ਗੱਲਬਾਤ ਕਰਨਗੇ ਜੀ। ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾ ਮੇਰਾ ਸੈਸ਼ਨ ਹੈ ਜੀ ਟਿਪਸ ਟੂ ਇੰਪਰੂਵ ਯੋਰਸੈਲਫ। ਅਸੀਂ ਜਾਣਦੇ ਹਾਂ ਸਾਨੂੰ 1 ਸਾਲ
ਤੇ ਹੁਣ ਵੀ ਅੱਗੇ ਸਾਨੂੰ 10 ਦਿਨਾਂ ਦਾ ਹੋਰ ਲੋਕਡਾਊਨ ਇੱਕ ਤਰੀਕੇ ਦਾ ਮਿਲ ਗਿਆ ਹੈ ਤੇ ਅਸੀਂ ਸਾਰੇ ਸਟੂਡੈਂਟਸ ਹੁਣ ਘਰ ਵਿੱਚ ਹੁੰਦੇ ਹਾਂ ਤੇ ਕਿਵੇਂ ਅਸੀਂ ਆਪਣੇ ਆਪ ਨੂੰ ਇੰਪਰੂਵ ਕਰ ਸਕਦੇ ਹਾਂ। ਇੱਕ ਬੱਚੇ ਉਹ ਹੋਣਗੇ ਜਿਹੜੇ ਇਸ ਟਾਈਮ ਨੂੰ ਵੇਸਟ ਕਰ ਦੇਣਗੇ, ਛੁੱਟੀਆਂ ਦੀ ਤਰ੍ਹਾਂ ਲੈ ਲੈਣਗੇ ਨਾ, ਪਰ ਅਸੀਂ ਕਿਉਂਕਿ ਇਸ ਕੈਂਪ ਨੂੰ ਵੀ ਅਟੈਂਡ ਕਰ ਰਹੇ ਹਾਂ, ਅਸੀਂ ਕਰ ਰਹੇ ਹਾਂ ਵੀ ਆਪਣੇ ਆਪ ਨੂੰ ਇੰਪਰੂਵ ਕਰਦੇ ਰਹੀਏ, ਅਸੀਂ ਸਿੱਖਦੇ ਰਹੀਏ, ਆਪਣੇ ਫਿਊਚਰ ਵਾਸਤੇ ਪ੍ਰਿਪੇਅਰ ਹੋਈਏ। ਤਾਂ ਉਹ ਕੀ ਕਰੀਏ, ਅਸੀਂ ਕੁਝ ਟਿਪਸ ਮੈਂ ਲੈ ਕੇ ਆਇਆ ਵੀ ਆਪਣੇ ਆਪ ਨੂੰ ਕਿਵੇਂ ਅਸੀਂ ਇੰਪਰੂਵ ਕਰਦੇ ਰਹੀਏ। ਟਿਪਸ ਟੂ ਇੰਪਰੂਵ ਯੋਰਸੈਲਫ। ਸੋ ਜੀ ਮੇਰਾ ਟੌਪਿਕ ਹੈ ਟਿਪਸ ਟੂ ਇੰਪਰੂਵ ਯੋਰਸੈਲਫ। ਆਪਣੇ ਆਪ ਨੂੰ ਕਿਵੇਂ ਅਸੀਂ ਇੰਪਰੂਵ ਕਰਦੇ ਰਹੀਏ ਤੇ ਇਹਦੇ ਵਿੱਚ ਮੈਂ ਇੱਕ ਪਾਰਟਿਕੂਲਰ ਟੌਪਿਕ ਲਿਆ ਹੈ ਰੀਡਿੰਗ ਦੇ ਨਾਲ, ਕਿਵੇਂ ਅਸੀਂ ਰੀਡਿੰਗ ਦੇ ਨਾਲ ਆਪਣੇ ਆਪ ਨੂੰ ਇੰਪਰੂਵ ਕਰਦੇ ਰਹੀਏ। ਗੁਰਬਾਣੀ ਵਿੱਚ ਇੱਕ ਫਰਮਾਨ ਆਉਂਦਾ ਹੈ, ਇਹ ਸਰੀਰ ਕਰਮ ਕੀ ਧਰਤੀ, ਗੁਰਮੁਖ ਮੱਥ ਮੱਥ ਤਤ ਕਢਈਆ। ਜਿਵੇਂ ਆਮ ਧਰਤੀ ਹੁੰਦੀ ਹੈ ਨਾ, ਉੱਤੇ ਅਸੀਂ ਕੁਝ ਬੀਜ ਦਈਏ ਤੇ ਅਸੀਂ ਕੁਝ ਟਾਈਮ ਬਾਅਦ ਆ ਕੇ ਦੇਖੀਏ ਉੱਥੇ ਕੁਝ ਬੜਾ ਸੋਹਣਾ ਉੱਗਿਆ ਹੋਏਗਾ। ਅੰਬ ਦਾ ਬੀਜ ਬੀਜ ਦਿਓ, ਅੰਬ ਦਾ ਦਰਖਤ ਉੱਗਿਆ ਹੋਏਗਾ, ਹਨਾ। ਕਣਕ ਬੀਜ ਦਿਓ, ਕਣਕ ਉੱਗੀ ਹੋਏਗੀ। ਜੇ ਤੁਸੀਂ ਉਹਨੂੰ ਐਵੇਂ ਹੀ ਛੱਡ ਦਿਓ ਤੇ ਕੁਝ ਟਾਈਮ ਬਾਅਦ ਆ ਕੇ ਦੇਖੋ, ਜਾਂ ਤਾਂ ਤੁਸੀਂ ਦੇਖੋਗੇ ਵੀ ਉਹ ਐਵੇਂ ਬੰਜਰ ਹੀ ਪਈ ਹੈ, ਜਾਂ ਤੁਸੀਂ ਦੇਖੋਗੇ ਉੱਥੇ ਕੁਝ ਵੀਡਸ, ਕੋਈ ਜੰਗਲੀ ਘਾਹ ਵਗੈਰਾ ਉੱਗੀ ਹੋਈ ਹੈ। ਗੁਰੂ ਸਾਹਿਬ ਸਾਨੂੰ ਕਹਿੰਦੇ ਨੇ ਵੀ ਸਾਡਾ ਜਿਹੜਾ ਸਰੀਰ ਹੈ ਇਹ ਵੀ ਇਸੇ ਤਰ੍ਹਾਂ ਇੱਕ ਧਰਤੀ ਹੈ, ਇਹ ਕੋਈ ਬੀਜਾਂ ਦੀ, ਕੋਈ ਫਲ ਦੀ ਧਰਤੀ ਨਹੀਂ, ਇਹ ਕਰਮ ਦੀ ਧਰਤੀ ਹੈ, ਹੈਨਾ। ਇੱਥੇ ਅਸੀਂ ਕਰਮ ਬੀਜਦੇ ਹਾਂ ਤੇ ਉਹ ਕਰਮ ਦੇ ਫਿਰ ਸਾਨੂੰ ਕੋਈ ਫਲ ਮਿਲਦੇ ਨੇ। ਤੇ ਗੁਰਮੁਖ ਕੀ ਕਰਦਾ ਹੈ, ਗੁਰਮੁਖ ਮੱਥ ਮੱਥ ਤਤ ਕਢਈਆ, ਉਹ ਉੱਤੇ ਨਾ ਕੋਈ ਘਾਲ ਨਾ ਘਾਲ ਕੇ ਕੋਈ ਤਤ ਕੱਢ ਲੈਂਦਾ ਹੈ। ਇੱਕ ਕੋਟ ਮੈਨੂੰ ਬੜਾ ਵਧੀਆ ਲੱਗਦਾ ਹੈ, ਕਹਿੰਦੇ ਨੇ a reader lives 1000 lives before he dies। ਜਿਹੜਾ ਪੜ੍ਹਦਾ ਰਹਿੰਦਾ ਹੈ, ਹਮੇਸ਼ਾ ਗਿਆਨ ਵਿੱਚ ਵਾਧਾ ਕਰਦਾ ਰਹਿੰਦਾ ਹੈ ਨਾ, ਜਿਹੜਾ ਕਿਤਾਬਾਂ ਪੜ੍ਹਨ ਦਾ ਜਿਹਨੂੰ ਸ਼ੌਂਕ ਹੈ, ਉਹ ਆਪਣੀ ਮੌਤ ਤੋਂ ਪਹਿਲਾਂ ਬੜੀਆਂ ਸਾਰੀਆਂ ਜ਼ਿੰਦਗੀਆਂ ਜੀ ਲੈਂਦਾ ਹੈ, ਹਨਾ। ਜਿਵੇਂ ਮੈਂ ਆਪਣੀ ਜ਼ਿੰਦਗੀ ਤਾਂ ਜੀ, ਪਰ ਜਦੋਂ ਮੈਂ ਭਾਈ ਵੀਰ ਸਿੰਘ ਜੀ ਬਾਰੇ ਪੜ੍ਹਿਆ ਤੇ ਇੱਕ ਤਰੀਕੇ ਨਾਲ ਮੈਂ ਉਹਨਾਂ ਦਾ ਜੀਵਨ ਵੀ ਜੀ ਕੇ ਵੇਖ ਲਿਆ, ਹਨਾ। ਵੀ ਭਾਈ ਵੀਰ ਸਿੰਘ ਜੀ ਇੱਥੋਂ ਤੁਰੇ, ਉਹਨਾਂ ਨੇ ਉਦੋਂ ਪਹਿਲੀ ਕਿਤਾਬ ਲਿਖੀ, ਫਿਰ ਉਹਨਾਂ ਨੇ ਇਹ ਵਾਲੀ ਪ੍ਰੈਸ ਸ਼ੁਰੂ ਕੀਤੀ, ਹਨਾ। ਇਸੇ ਤਰ੍ਹਾਂ ਜਦੋਂ ਮੈਂ ਡਾਕਟਰ ਅਬਦੁਲ ਕਲਾਮ ਜੀ ਬਾਰੇ ਪੜ੍ਹਿਆ ਤੇ ਮੈਂ ਇੱਕ ਤਰ੍ਹਾਂ ਉਹਨਾਂ ਦਾ ਜੀਵਨ ਵੀ ਜੀ ਲਿਆ, ਵੀ ਏਦਾਂ ਉਹਨਾਂ ਨੇ ਪਹਿਲੀ ਵਾਰੀ ਉੱਥੇ ਐਡਮਿਸ਼ਨ ਲਿਆ, ਉਹ ਵਾਲਾ ਉਹਨਾਂ ਨੇ ਟੈਸਟ ਕਲੀਅਰ ਕੀਤਾ, ਹਨਾ। ਇਸੇ ਤਰ੍ਹਾਂ ਜਿਹੜਾ ਵੀ ਰੀਡਰ ਹੁੰਦਾ ਹੈ ਉਹ ਕਿੰਨੀਆਂ ਸਾਰੀਆਂ ਜ਼ਿੰਦਗੀਆਂ ਜੀ ਕੇ ਦੇਖ ਲੈਂਦਾ ਹੈ, ਪਰ ਜਿਹੜਾ ਨਹੀਂ ਪੜ੍ਹਦਾ ਉਹ ਇੱਕੋ ਆਪਣੀ ਵਾਲੀ ਜ਼ਿੰਦਗੀ ਜੀਂਦਾ ਹੈ, ਹਨਾ। ਸੋ ਇੱਕ ਮੈਨੂੰ ਛੋਟੇ ਹੁੰਦਿਆਂ ਪਹਿਲਾਂ ਲੱਗਦਾ ਹੁੰਦਾ ਸੀਗਾ ਵੀ ਜਿਹੜੀਆਂ ਕਿਤਾਬਾਂ ਨੇ, ਬੁੱਕਸ ਨੇ, ਉਹ ਸਾਰੇ ਨਹੀਂ ਪੜ੍ਹਦੇ ਹੁੰਦੇ। ਜਿਵੇਂ ਬੈਡਮਿੰਟਨ ਹੈ ਨਾ, ਸਾਰਿਆਂ ਨੂੰ ਨਹੀਂ ਬੈਡਮਿੰਟਨ ਖੇਡਣ ਦਾ ਸ਼ੌਂਕ ਹੁੰਦਾ। ਮੈਨੂੰ ਐਵੇਂ ਲੱਗਦਾ ਹੁੰਦਾ ਸੀ ਵੀ ਸਾਰਿਆਂ ਨੂੰ ਥੋੜੀ ਨਾ ਕਿਤਾਬਾਂ ਪੜ੍ਹਨ ਦਾ ਸ਼ੌਂਕ ਹੋ ਸਕਦਾ ਹੈ। 2 ਸਾਲ ਪਹਿਲਾਂ ਨਾ ਸਾਡੇ ਸਕੂਲ ਵਿੱਚ ਇੱਕ ਮੁੰਡਾ ਆਇਆ, ਉਹਨੂੰ ਸਪੋਰਟਸ ਦਾ ਬੜਾ ਸ਼ੌਕ ਹੈ। ਉਹ ਨੈਸ਼ਨਲ ਲੈਵਲ ਤੇ ਸਵਿਮਿੰਗ ਦਾ ਚੈਂਪੀਅਨ ਰਹਿ ਚੁੱਕਿਆ ਹੈ, ਹਨਾ। ਉਹ ਇੰਡੀਆ ਲੈਵਲ ਤੇ ਸਵਿਮਿੰਗ ਵਿੱਚ ਜਿੱਤ ਚੁੱਕਿਆ ਹੈ। ਤੇ ਨਾ ਮੈਂ ਉਹਨੂੰ ਦੇਖਦਾ ਹੁੰਦਾ ਸੀ ਵੀ ਇਹ ਹਰ ਦੂਜੇ ਤੀਜੇ ਦਿਨ ਲਾਇਬ੍ਰੇਰੀ ਵਿੱਚ ਜਾਂਦਾ ਹੈ, ਕਰਦਾ ਕੀ ਹੈ। ਧਿਆਨ ਨਾਲ ਦੇਖਿਆ ਤੇ ਕਦੀ ਉਹ ਕੋਈ ਬੁੱਕ ਲੈ ਕੇ ਜਾਂਦਾ ਹੁੰਦਾ ਸੀਗਾ ਤੇ ਕਦੀ ਕੋਈ ਵਾਪਸ ਉੱਥੋਂ ਦੀ ਲੈ ਕੇ ਆਉਂਦਾ ਹੁੰਦਾ ਸੀਗਾ। ਮੈਨੂੰ ਇੱਕ ਵਾਰੀ ਦੇਖਿਆ ਵੀ ਇਹ ਕਿਹੜੀਆਂ ਬੁੱਕਸ ਪੜ੍ਹਦਾ, ਤੇ ਦੇਖਿਆ ਵੀ ਕਿਉਂਕਿ ਉਹਨੂੰ ਸਪੋਰਟਸ ਦਾ ਸ਼ੌਂਕ ਸੀਗਾ, ਤੇ ਨਾ ਕਦੀ ਉਹ ਉਸੈਨ ਬੋਲਟ ਦੀ ਬਾਇਓਗ੍ਰਾਫੀ ਪੜ੍ਹ ਰਿਹਾ ਹੈ, ਕਦੀ ਉਹ ਕਿਸੇ ਸਵਿਮਰ ਦੀ ਬਾਇਓਗ੍ਰਾਫੀ ਪੜ੍ਹਦਾ ਪਿਆ ਹੈ। ਉਹਨੂੰ ਸ਼ੌਂਕ ਸੀਗਾ ਵੀ ਮੈਂ ਵੀ ਦੇਖਾਂ ਉਹਨੇ ਕਿਵੇਂ ਕੀਤਾ, ਮੈਂ ਵੀ ਉਸੇ ਤਰ੍ਹਾਂ ਅੱਗੇ ਜਾਵਾਂ। ਉਦੋਂ ਮੈਨੂੰ ਮਹਿਸੂਸ ਹੋਇਆ ਵੀ ਹਰੇਕ ਸਾਡੇ ਵਿੱਚੋਂ ਕਿਤਾਬਾਂ ਪੜ੍ਹ ਸਕਦਾ ਹੈ, ਆਪਣੇ ਫੀਲਡ ਦੀਆਂ, ਆਪਣੇ ਟੇਸਟ ਦੇ, ਆਪਣੇ ਸ਼ੌਂਕ ਦੇ ਅਨੁਸਾਰ। ਤਾਂ ਜੀ ਹਾਂ, ਸਾਨੂੰ ਸਾਰਿਆਂ ਨੂੰ ਹੀ ਕਿਤਾਬਾਂ ਪੜ੍ਹਦੇ ਰਹਿਣਾ ਚਾਹੀਦਾ ਹੈ। ਇਲੋਨ ਮਸਕ, ਇਹ ਟੈਸਲਾ ਕੰਪਨੀ, ਉਹਦੇ CEO ਨੇ, ਤੁਸੀਂ ਸ਼ਾਇਦ ਸੁਣਿਆ ਹੋਏਗਾ। ਕੁਝ ਸਮਾਂ ਪਹਿਲਾਂ ਇਹ ਵਰਲਡਸ ਰਿਚੈਸਟ ਮੈਨ ਬਣ ਗਏ। ਇਹਨਾਂ ਦੀ ਕੰਪਨੀ ਸਭ ਤੋਂ ਅਮੀਰ ਹੋ ਗਈ, ਵਰਲਡਸ ਰਿਚੈਸਟ ਮੈਨ, ਇਹਨਾਂ ਦੀ ਕਿੰਨੇ $100 ਬਿਲੀਅਨ ਦੀ ਵੈਲਥ ਹੋ ਗਈ। ਜਦੋਂ ਮੈਂ ਇਹਨਾਂ ਬਾਰੇ ਪੜ੍ਹਿਆ, ਇਹਨਾਂ ਬਾਰੇ ਇੱਕ ਵੀਡੀਓ ਦੇਖੀ, ਮੈਨੂੰ ਪਤਾ ਲੱਗਿਆ ਵੀ ਇਹਨਾਂ ਨੇ ਕਿਵੇਂ ਏਡਾ ਵੱਡਾ ਇੱਕ ਆਪਣਾ ਐਮਪਾਇਰ ਖੜਾ ਕੀਤਾ। ਕਿਵੇਂ ਕੀਤਾ? ਕਹਿੰਦੇ ਇਹ ਛੋਟੇ ਹੁੰਦੇ ਨਾ, ਇਹਨਾਂ ਨੂੰ ਪੜ੍ਹਨ ਦਾ ਏਡਾ ਸ਼ੌਂਕ ਸੀ, ਇਹ ਹਰ ਦਿਨ ਕਈ ਘੰਟੇ ਪੜ੍ਹਦੇ ਰਹਿੰਦੇ ਸੀਗੇ। ਇਹਨਾਂ ਨੂੰ ਅੱਜ ਪੁੱਛੋ ਨਾ ਵੀ ਤੁਹਾਡੀ ਸਫਲਤਾ ਦਾ ਕੀ ਰਾਜ਼ ਹੈ, ਤੇ ਕਹਿੰਦੇ ਨੇ ਮੈਨੂੰ ਕਿਤਾਬਾਂ ਨੇ ਪਾਲਿਆ ਹੈ, ਹਨਾ। ਇਹਨਾਂ ਬਾਰੇ ਹੋਰ ਪੜ੍ਹਿਆ, ਕਹਿੰਦੇ ਜਦੋਂ ਇਹਨਾਂ ਨੇ ਆਪਣੀ ਇੱਕ ਰੋਕੇਟ ਦੀ ਕੰਪਨੀ ਸ਼ੁਰੂ ਕਰਨੀ ਸੀਗੀ, SpaceX, ਤੇ ਨਾ ਉਦੋਂ ਇਹਨਾਂ ਨੂੰ ਰੋਕੇਟਸ ਬਣਾਉਣ ਬਾਰੇ, ਉਡਾਉਣ ਬਾਰੇ ਇੰਨਾ ਨਹੀਂ ਸੀ ਪਤਾ ਹੁੰਦਾ। ਇਹਨਾਂ ਨੇ ਕੀ ਕੀਤਾ, ਰਸ਼ੀਆ ਦਾ ਨਾ ਕੋਈ ਇੱਕ ਮੈਨੂਅਲ ਸੀਗਾ, ਰਸ਼ੀਅਨ ਸਪੇਸ ਰੋਕੇਟ ਮੈਨੂਅਲ, ਉਹ ਇਹਨਾਂ ਨੇ ਪੜ੍ਹ ਛੱਡਿਆ, ਹਨਾ। ਇੱਕ ਆਪਾਂ ਪੇਪਾਲ ਕੰਪਨੀ ਸੁਣਦੇ ਆ ਨਾ, ਜਿਵੇਂ ਐਮਾਜ਼ੋਨ ਪੇ ਹੈ, ਜਿਵੇਂ ਗੂਗਲ ਪੇ ਹੈ, ਉਹ ਵੀ ਇੱਕ ਪੇਪਾਲ ਹੈ। ਉਹ ਜਦੋਂ ਇਹਨਾਂ ਨੇ ਸ਼ੁਰੂ ਕਰਨੀ ਸੀ, ਇਹਨਾਂ ਨੇ ਉਹ ਬਿਜ਼ਨਸ ਰਿਲੇਟਿਡ ਬੁੱਕਸ ਪੜ੍ਹ ਲਈਆਂ, ਇਕਨੋਮਿਕਸ ਦੀਆਂ ਬੁੱਕਸ ਪੜ੍ਹ ਲਈਆਂ। ਤਾਂ ਇਹ ਆਪ ਦੱਸਦੇ ਨੇ ਵੀ ਮੇਰੀ ਸਫਲਤਾ ਦੇ ਵਿੱਚ ਜੇ ਕੋਈ ਇੱਕ ਚੀਜ਼ ਦਾ ਕੋਈ ਫੈਕਟਰ ਹੈ ਤੇ ਉਹਨੇ ਬੁੱਕਸ। ਸਾਨੂੰ ਇਹ ਬਹੁਤੀ ਦੂਰ ਜਾਣ ਦੀ ਵੀ ਲੋੜ ਨਹੀਂ,
ਕੋਈ ਵੀ ਅਸੀਂ ਉੱਚ ਪੱਧਰ ਦੀ ਸ਼ਖਸੀਅਤ ਨੂੰ ਚੁੱਕ ਕੇ ਦੇਖ ਲਈਏ ਸਾਡੇ ਆਲੇ ਦੁਆਲੇ, ਸਾਡੇ ਆਪਣੇ ਬੰਦਿਆਂ ਵਿੱਚੋਂ, ਤੇ ਅਸੀਂ ਦੇਖਦੇ ਹਾਂ ਵੀ ਉਹਨਾਂ ਨੇ ਨਾ ਕਿਸ ਤਰ੍ਹਾਂ ਆਪਣੇ ਆਪ ਨੂੰ ਐਜੂਕੇਟ ਉਹ ਕਰਦੇ ਰਹੇ, ਕਿਸੇ ਨਾ ਕਿਸ ਤਰ੍ਹਾਂ ਉਹ ਗਿਆਨ ਇਕੱਠਾ ਕਰਦੇ ਰਹੇ। ਉਹਨਾਂ ਨੂੰ ਇਹ ਚਾਹਤ ਸੀ ਵੀ ਸਿੱਖਦੇ ਰਹੀਏ ਹਨਾ। ਕਿਸੇ ਨੇ ਕਿਤਾਬਾਂ ਤੋਂ ਸਿੱਖ ਲਿਆ, ਕਿਸੇ ਨੇ ਸਿੱਖ ਲਿਆ ਵੀ ਕਿਸੇ ਨੂੰ ਮਿਲ ਕੇ, ਉਹ ਤੋਂ ਪੁੱਛ ਕੇ। ਭਾਈ ਕਾਹਨ ਸਿੰਘ ਨਾਭਾ ਜੀ ਬਾਰੇ ਅਸੀਂ ਪੜ੍ਹਦੇ ਹਾਂ ਕਿ ਮਹਾਨ ਕੋਸ਼ ਦੀ ਰਿਸਰਚ ਵਾਸਤੇ ਕਦੀ ਉਹ ਕਿਸੇ ਪਿੰਡ ਵਿੱਚ ਜਾਂਦੇ ਸੀ, ਕਦੀ ਕਿਸੇ ਨੂੰ ਪੁੱਛਦੇ ਸੀ, ਕਦੀ ਕਿਸੇ ਪੰਡਿਤ ਕੋਲ ਜਾਂਦੇ ਸੀ, ਕਿਸੇ ਮੌਲਵੀ ਤੋਂ ਪੁੱਛਦੇ ਸੀ, ਹਨਾ। ਸੋ ਹਰੇਕ ਜਿਹੜਾ ਵੀ ਕੋਈ ਸਫਲ ਇਨਸਾਨ ਹੁੰਦਾ ਹੈ, ਜਿਹੜਾ ਕੋਈ ਉੱਚੀ ਸ਼ਖਸੀਅਤ ਬਣਦਾ ਹੈ ਅੱਗੇ ਜਾ ਕੇ, ਉਹ ਆਪਣੇ ਗਿਆਨ ਵਿੱਚ, ਆਪਣੇ ਸਕਿੱਲਸ ਵਿੱਚ ਵਾਧਾ ਕਰਦਾ ਰਹਿੰਦਾ ਹੈ। ਸੋ ਇੱਕ ਫੁਰਮਾਨ ਆਂਦਾ ਹੈ, ਪ੍ਰਥਮੇ ਮਨ ਪ੍ਰਬੋਧੈ ਆਪਣਾ, ਪਾਛੈ ਅਵਰ ਰਿਝਾਵੈ। ਵੀ ਹੋਰ ਕੰਮ ਕਰਨ ਤੋਂ ਪਹਿਲਾਂ ਅਸੀਂ ਆਪਣੇ ਮਨ ਨੂੰ ਸੋਹਣਾ ਬਣਾ ਲਈਏ, ਮਨ ਦਾ ਵਿਕਾਸ ਕਰੀਏ, ਬਾਕੀ ਕੰਮ ਅਸੀਂ ਬਾਅਦ ਵਿੱਚ ਕਰੀਏ, ਬਾਕੀ ਆਪਣੇ ਆਪ ਹੁੰਦੇ ਰਹਿਣਗੇ। ਸੋ ਕੀ ਹੋਰ ਬੈਨੀਫਿਟਸ ਨੇ ਰੀਡਿੰਗ ਦੇ, ਕਿਵੇਂ ਅਸੀਂ ਹੋਰ ਕੀ ਸਾਨੂੰ ਕਿਤਾਬਾਂ ਤੋਂ ਹਾਜ਼ਰ ਹੋ ਸਕਦਾ ਹੈ, ਉਹ ਮੈਂ ਇੱਕ ਨਿੱਕੀ ਜਿਹੀ ਲਿਸਟ ਬਣਾਈ ਹੈ। ਸਭ ਤੋਂ ਪਹਿਲਾਂ ਤਾਂ ਜਦੋਂ ਤੁਸੀਂ ਅਲੱਗ-ਅਲੱਗ ਤਰ੍ਹਾਂ ਦੀਆਂ ਕਿਤਾਬਾਂ ਪੜ੍ਹਦੇ ਹੋ, ਤੁਹਾਨੂੰ ਬੜੇ ਸਾਰੇ ਐਕਸਪੀਰੀਅੰਸਿਸ ਪਤਾ ਲੱਗਦੇ ਨੇ, ਹੈਨਾ। ਤੁਸੀਂ ਕੋਈ ਬੁੱਕ ਪੜ੍ਹੀ ਹੋ ਕਿਸੇ ਹੋਰ ਦੇਸ਼ ਬਾਰੇ ਸੀ, ਤੁਸੀਂ ਉਹ ਇੱਕ ਤਰੀਕੇ ਨਾਲ ਉਹ ਦੇਸ਼ ਘੁੰਮ ਆਏ। ਤੁਸੀਂ ਕੋਈ ਸਪੇਸ ਬਾਰੇ ਬੁੱਕ ਪੜ੍ਹੀ, ਤੁਸੀਂ ਸਪੇਸ ਤੱਕ ਜਾ ਆਏ ਇੱਕ ਤਰ੍ਹਾਂ, ਹੈਨਾ। ਮੈਂ ਕੋਈ ਇਜਿਪਟ ਬਾਰੇ ਕਿਤਾਬ ਪੜ੍ਹੀ, ਮੈਂ ਇਜਿਪਟ ਦੇ ਪਿਰਾਮਿਡ ਦੇਖ ਆਇਆ। ਲੰਡਨ ਬਾਰੇ ਪੜ੍ਹੀ, ਲੰਡਨ ਜਾ ਆਇਆ, ਹਨਾ। ਤੁਹਾਨੂੰ ਕਈ ਤਰ੍ਹਾਂ ਦੇ ਤਜਰਬੇ ਹੋ ਜਾਂਦੇ ਨੇ। ਕਿਸੇ ਪਰਸਨੈਲਿਟੀ ਬਾਰੇ ਤੁਸੀਂ ਪੜ੍ਹਿਆ, ਉਹਦਾ ਤਜਰਬਾ ਤੁਹਾਨੂੰ ਮਿਲ ਗਿਆ, ਹਨਾ। ਉਵੇਂ ਅਸੀਂ ਆਪਣੇ ਪੇਰੈਂਟਸ ਤੇ ਆਪਣੇ ਆਸ-ਪਾਸ ਵਾਲਿਆਂ ਦੇ ਤਜਰਬੇ ਲੈਂਦੇ ਹਾਂ। ਜਦੋਂ ਅਸੀਂ ਕਿਤਾਬਾਂ ਪੜ੍ਹਦੇ, ਸਾਨੂੰ ਹੋਰ ਉੱਚੀਆਂ ਸ਼ਖਸੀਅਤਾਂ ਦੇ ਕਿੰਨੇ ਸਾਰੇ ਬੰਦਿਆਂ ਦੇ ਸਾਨੂੰ ਤਜਰਬੇ ਮਿਲ ਸਕਦੇ ਨੇ। ਹੋਰ ਕੀ ਬੈਨੀਫਿਟਸ ਨੇ ਰੀਡਿੰਗ ਦੇ? ਸਾਡੀ ਸੋਚ ਬੜੀ ਵੱਡੀ ਹੋ ਜਾਂਦੀ ਹੈ, ਸਾਨੂੰ ਬੜੀਆਂ ਸਾਰੀਆਂ ਓਪਰਚੁਨਿਟੀਜ਼ ਨਵੀਆਂ ਦਿਖਣ ਲੱਗ ਜਾਂਦੀਆਂ ਨੇ। ਮੈਂ ਇਹ ਵੀ ਕਰ ਸਕਦਾ, ਮੈਂ ਇਹ ਵੀ ਕਰ ਸਕਦਾ, ਇੱਥੇ ਵੀ ਜਾ ਸਕਦੇ ਹਾਂ, ਅੱਛਾ ਐਵੇਂ ਵੀ ਹੋ ਜਾਂਦਾ ਹੈ। ਬੜੀਆਂ ਸਾਰੀਆਂ ਤੁਹਾਨੂੰ ਨਵੀਆਂ ਚੀਜ਼ਾਂ ਪਤਾ ਲੱਗਦੀਆਂ ਨੇ, ਤੇ ਜਿੰਨੀਆਂ ਤੁਹਾਡਾ ਜਿਹੜਾ ਦਾਇਰਾ ਹੈ ਸੋਚਣ ਦਾ, ਉਹ ਬੜਾ ਜ਼ਿਆਦਾ ਵਿਸ਼ਾਲ ਹੋ ਜਾਂਦਾ ਹੈ। ਤੁਹਾਡੀ ਸੋਚ ਬੜੀ ਜ਼ਿਆਦਾ ਵੱਡੀ ਹੋ ਜਾਂਦੀ ਹੈ। ਹੋਰ ਰੀਡਿੰਗ ਦੇ ਨਾਲ ਸਾਡੀ ਵੋਕੈਬਲਰੀ ਬੜੀ ਵਧੀਆ ਹੋ ਜਾਂਦੀ ਹੈ। ਕਦੇ ਤੁਹਾਨੂੰ ਏਦਾਂ ਲੱਗਿਆ ਵੀ ਤੁਸੀਂ ਕੋਈ ਚੀਜ਼ ਸਮਝਾਉਣਾ ਚਾਹੁੰਦੇ ਹੋ, ਸਮਝਾ ਨਹੀਂ ਪਾ ਰਹੇ, ਤੁਹਾਨੂੰ ਉਹ ਵਾਲਾ ਸ਼ਬਦ ਨਹੀਂ ਆ ਪਾ ਰਿਹਾ, ਹਨਾ, ਇਹਨੂੰ ਕਿਵੇਂ ਕਹੀਏ, ਤੇ ਜਾਂ ਫਿਰ ਇਹ ਚੀਜ਼ ਨੂੰ ਹੋਰ ਕਿਸ ਢੰਗ ਨਾਲ ਕਹੀਏ ਵੀ ਸੁਣਨ ਵਾਲੇ ਤੇ ਬੜਾ ਪ੍ਰਭਾਵ ਪਵੇ, ਬੜਾ ਸੋਹਣਾ ਲੱਗੇ ਕਿਹਾ ਹੋਇਆ, ਹਨਾ। ਸੋ ਉਹ ਸ਼ਬਦ, ਉਹ ਵੋਕੈਬਲਰੀ, ਉਹ ਡਿਕਟਮ ਸਾਨੂੰ ਮਿਲ ਜਾਂਦਾ ਹੈ ਜਦੋਂ ਅਸੀਂ ਬੁੱਕਸ ਪੜ੍ਹਦੇ ਹਾਂ। ਹੋਰ ਕੀ ਫਾਇਦੇ ਨੇ ਰੀਡਿੰਗ ਦੇ? ਰੀਡਿੰਗ ਇਜ਼ ਡਿਲਾਈਟਫੁਲ, ਮਤਲਬ ਰੀਡਿੰਗ ਨਾਲ ਬੜਾ ਮਜ਼ਾ ਆਉਂਦਾ ਹੈ। ਜਦੋਂ ਤੁਸੀਂ ਭਾਈ ਵੀਰ ਸਿੰਘ ਜੀ ਦੀ ਕਵਿਤਾ ਪੜ੍ਹਦੇ ਹੋ, ਐਸੀਆਂ ਰਾਤਾਂ, ਪੁੰਨਿਆਂ ਦਾ ਚੰਦ, ਛਟਕੀ ਹੋਈ ਚਾਨਣੀ ਰਾਤ, ਚੂਨੇ ਗੱਚ ਰੋਸ ਉੱਤੇ ਹੋਵਾਂ ਮੈਂ, ਨੈਣ ਹੋਣ ਬੰਦ, ਮਿੱਠੀ ਮਿੱਠੀ ਰੀਵੀ, ਦਿਲ ਕਮਲ ਤੇ ਤੁਸੀਂ, ਤੁਸੀਂ ਤੁਸੀਂ ਤੁਸੀਂ, ਅਚਿੰਤ ਅਚਿੰਤ ਹੋਵਾਂ ਮੈਂ, ਧਿਆਨ ਜੱਫੀ ਵਿੱਚ, ਤੁਸੀਂ ਤੁਸੀਂ ਤੁਸੀਂ, ਸਾਈਆਂ ਜੀਓ ਦਿਓ ਨਾ ਐਸੀਆਂ ਰਾਤਾਂ, ਹਨਾ। ਜਦੋਂ ਤੁਸੀਂ ਹੁਣ ਮੇਰੇ ਸਾਈਆਂ ਜੀਓ ਕਿਤਾਬ ਪੜ੍ਹੋਗੇ, ਹਨਾ, ਇਹੋ ਜਿਹੀਆਂ ਕਈ ਸਾਰੀਆਂ ਕਵਿਤਾਵਾਂ ਮਿਲਣਗੀਆਂ, ਤੁਸੀਂ ਕਹੋਗੇ ਵਾਹ ਕਿੱਡੀ ਸੋਹਣੀ ਕਵਿਤਾ ਲਿਖੀ ਹੈ, ਹਨਾ, ਕਿੰਨਾ ਮਜ਼ਾ ਆ ਗਿਆ, ਮੈਂ ਐਵੇਂ ਵਿਹਲਾ ਬੈਠਾ ਰਹਿੰਦਾ, ਮੈਨੂੰ ਇੰਨਾ ਮਜ਼ਾ ਨਹੀਂ ਸੀ ਆਉਣਾ, ਹਨਾ। ਸੋ ਰੀਡਿੰਗ ਨਾਲ ਤੁਸੀਂ ਡਿਲਾਈਟਡ ਹੋ ਜਾਂਦੇ ਹੋ। ਰੀਡਿੰਗ ਇਜ਼ ਡਿਲਾਈਟਫੁਲ। ਰੀਡਿੰਗ ਗਿਵ ਸਟਰੈਂਥ। ਜਦੋਂ ਮੈਂ ਪਹਿਲੀ ਵਾਰ ਭਾਈ ਵੀਰ ਸਿੰਘ ਜੀ ਦੀ ਸੁੰਦਰੀ ਪੜ੍ਹੀ, ਹਨਾ, ਮੈਨੂੰ ਜਾਣਨ ਨੂੰ ਮਿਲਿਆ ਵੀ ਕਿਵੇਂ ਕਿਸੇ ਵਕਤ ਸਿੰਘ ਜੰਗਲਾਂ ਵਿੱਚ ਰਹਿੰਦੇ ਹੁੰਦੇ ਸਨ, ਕਿਵੇਂ ਉਹ ਕਿਸੇ ਨੂੰ ਲੋੜ ਹੁੰਦੀ ਸੀ ਨਾ, ਉਹ ਇਹ ਨਹੀਂ ਸੀ ਦੇਖਦੇ ਵੀ ਅਸੀਂ ਕਿੰਨੇ ਬੰਦੇ ਆ, ਸਾਡੇ ਚੋਂ ਕਿੰਨੇ ਬਚਣਗੇ, ਸਾਡੇ ਕੋਲ ਹਥਿਆਰ ਹੈ ਕਿ ਨਹੀਂ, ਉਹ ਮੁਗਲ ਕਿੰਨੇ ਨੇ, ਹਨਾ। ਉਹ ਕਹਿੰਦੇ ਸੀ ਉਹਨਾਂ ਨੂੰ ਸਾਡੀ ਲੋੜ ਹੈ, ਅਸੀਂ ਜਾ ਕੇ ਮਦਦ ਕਰ ਆਈਏ, ਹਨਾ। ਵੀ ਜਿਹੜਾ ਕੰਮ ਕਰਨ ਤੋਂ ਬਾਕੀ ਡਰ ਰਹੇ ਨੇ, ਉਹ ਵੀ ਕਰ ਲੈਂਦੇ ਹੁੰਦੇ ਸੀ। ਜੰਗਲਾਂ ਵਿੱਚ ਕਿਵੇਂ ਇਕੱਲੇ ਰਹਿਣਾ ਨਾ ਸਿੰਘਾਂ ਨੇ। ਸੋ ਤੁਹਾਨੂੰ ਇੱਕ ਬੜੀ ਸਟਰੈਂਥ ਮਿਲਦੀ ਹੈ ਸੁੰਦਰੀ ਪੜ੍ਹ ਕੇ। ਵਿਜੈ ਸਿੰਘ ਪੜ੍ਹ ਲਓ, ਸਤਵੰਤ ਕੌਰ ਪੜ੍ਹ ਲਓ, ਹਨਾ। ਐਵੇਂ ਤੁਸੀਂ ਕੋਈ ਵੀ ਕਿਤਾਬਾਂ ਪੜ੍ਹਦੇ ਹੋ, ਤੁਹਾਨੂੰ ਇੱਕ ਨਵੀਂ ਸਟਰੈਂਥ ਮਿਲ ਜਾਂਦੀ ਹੈ। ਹੋਰ ਸਭ ਤੋਂ ਵੱਡੀ ਗੱਲ ਵੀ ਰੀਡਿੰਗ ਦੇ ਨਾਲ ਤੁਹਾਡੇ ਗਿਆਨ ਵਿੱਚ ਵਾਧਾ ਹੁੰਦਾ ਹੈ। ਗਿਆਨ ਦੋ ਤਰ੍ਹਾਂ ਦਾ, ਸਧਾਰਨ ਗਿਆਨ ਵੀ, ਅੱਛਾ ਏਦਾਂ ਵੀ ਕਰ ਸਕਦੇ ਹਾਂ, ਉੱਥੇ ਉਹ ਹੋ ਰਿਹਾ ਹੈ, ਅੱਛਾ ਇਹ ਨਵੀਂ ਖੋਜ ਹੋਈ ਹੈ, ਉਹ ਸਧਾਰਨ ਗਿਆਨ। ਟੈਕਨੀਕਲ ਗਿਆਨ, ਜਿਵੇਂ ਮੈਂ ਐਲੋਨ ਮਸਕ ਦੀ ਐਗਜ਼ਾਮਪਲ ਦਿੱਤੀ ਕਿ ਉਹਨਾਂ ਨੂੰ ਲੱਗਿਆ ਮੈਂ ਰੋਕੇਟ ਬਣਾਉਣਾ ਚਾਹੁੰਦਾ, ਤੇ ਉਹ ਟੈਕਨੀਕਲ ਨੌਲੇਜ ਮੈਨੂੰ ਚਾਹੀਦੀ ਹੈ, ਤੇ ਉਹਨਾਂ ਨੇ ਐਵੇਂ ਦੀ ਕਿਤਾਬ ਪੜ੍ਹ ਲਈ। ਸਾਨੂੰ ਗਿਆਨ, ਸਭ ਤੋਂ ਵੱਡੀ ਗੱਲ, ਕਿਤਾਬਾਂ ਤੋਂ ਸਾਨੂੰ ਗਿਆਨ ਮਿਲਦਾ ਹੈ। ਇੱਕ ਹੋਰ ਇੱਕ ਕੋਟ ਬੜਾ ਅੱਛਾ ਆਉਂਦਾ ਹੈ, ਦ ਸੀਕ੍ਰੇਟ ਆਫ ਯੂਰ ਫਿਊਚਰ ਇਜ਼ ਹਿਡਨ ਇਨ ਯੂਰ ਡੇਲੀ ਰੂਟੀਨ। ਜੇ ਮੈਂ ਅੱਜ ਬੈਠਾ ਵੀ ਅੱਛਾ ਅੱਜ ਮੈਂ ਸਵੇਰੇ ਇੰਨੇ ਵਜੇ ਉੱਠਿਆ, ਪਹਿਲਾ ਕੰਮ ਇਹ ਕੀਤਾ, ਫਿਰ ਇਹ ਕੀਤਾ, ਫਿਰ ਇਹ ਕੀਤਾ,
है ना, ये मेरी डेली रूटीन बन गई। कहते जो तुसी देखना होवे ना, तुसी फ्यूचर विच किड्डी अगे जाओगे, किन्नी तरक्की करोगे, किस लैवल तक पहुंचोगे, ते ना अपनी डेली रूटीन देख लो भी मैं आम दिनचर्या मेरी किहो जी है, मैं आम किसी दिन विच की करदा, मैं वैसे ही घूमदा रहना या मैं कदी कुछ नवा सीख लिया, कदी वो कर लिया, वो करके वेख लिया, अपने अगे वास्ते कोई तैयारी कर ली। कहते द मोर यू स्वेट इन द टाइम्स ऑफ पीस द लेस यू ब्लीड इन द टाइम्स ऑफ वॉर। भी ना जिस वक्त शांति है, जंग नहीं लगी हुई, उस वक्त तुसी जिन्ना पसीना बहांदे हो ना तैयारी करके, उन्ना तुहानू जंग दे समय घट खून बहाना पैंदा है। अजकल साडी जंग वो मैदान विच जाके जंग नहीं है, साडी जंग शायद ज्ञान दी जंग है ना, इंटलैक्चुअल साडी जंग है। ਉਹਦੇ ਵਾਸਤੇ ਸਾਡੀ ਤਿਆਰੀ, ਸਾਡਾ ਪਸੀਨਾ ਵਹਾਣਾ ਕੀ ਹੋਏਗਾ, ਉਹ ਸਾਨੂੰ ਉਹ ਇੱਕ ਪਸੀਨਾ ਵਹਾਣਾ ਕਿਤਾਬਾਂ ਪੜ੍ਹਨੀਆਂ ਵੀ ਹੈ। ਇੱਕ ਹੋਰ ਬੜਾ ਅੱਛਾ ਕੋਟ ਆਂਦਾ ਹੈ, ਕਹਿੰਦੇ ਸਮ ਪੀਪਲ ਆਰ ਸੋ ਪੂਅਰ, ਕੁਝ ਲੋਕ ਇੰਨੇ ਗਰੀਬ ਹੁੰਦੇ ਨੇ ਉਹਨਾਂ ਕੋਲ ਇਕੱਲਾ ਪੈਸਾ ਹੀ ਹੁੰਦਾ ਹੈ। ਅੱਜ ਕੱਲ ਅਸੀਂ ਵੇਖਦੇ ਹਾਂ ਵੀ ਨਾ ਸਾਨੂੰ ਇਹ ਸ਼ੌਂਕ ਹੁੰਦਾ ਵੀ ਮੇਰੇ ਬੜੇ ਸਾਰੇ ਫੋਲੋਅਰਸ ਹੋਣ, ਉਹ ਵੀ ਮੈਨੂੰ ਜਾਣਦਾ ਹੋਵੇ, ਉਹ ਵੀ ਮੈਨੂੰ ਜਾਣਦਾ ਹੋਵੇ। ਆਪਣੀ ਕਲਾਸ ਦੇ ਬੱਚਿਆਂ ਵਿੱਚ ਦੇਖਦਾ, ਉਹ ਇੱਕ ਦੂਜੇ ਨੂੰ ਪੁੱਛਦੇ ਨੇ ਅੱਛਾ ਤੇਰੇ ਇੰਸਟਾਗ੍ਰਾਮ ਤੇ ਕਿੰਨੇ ਫੋਲੋਅਰਸ ਹੋ ਗਏ, ਫੇਸਬੁੱਕ ਤੇ ਕਿੰਨੇ ਫਰੈਂਡਸ ਹੋ ਗਏ, ਹਨਾ। ਸਾਨੂੰ ਹੁੰਦਾ ਵੀ ਮੈਂ ਫੇਮਸ ਵੀ ਹੋਵਾਂ, ਪਪੂਲਰ ਹੋਵਾਂ, ਮੈਂ ਅਮੀਰ ਵੀ ਹੋਵਾਂ, ਮੈਂ ਖੁਸ਼ ਵੀ ਰਵਾਂ, ਮੈਨੂੰ ਸਾਰੇ ਜਾਣਨ, ਮੈਂ ਉੱਥੇ ਵੀ ਪਹੁੰਚਾਂ। ਪਰ ਜਦੋਂ ਅਸੀਂ ਕਹਿੰਦੇ ਹਾਂ ਵੀ ਉਹਦੇ ਵਾਸਤੇ ਇਹ ਤਿਆਰੀ ਚਾਹੀਦੀ ਹੈ ਹਨਾ, ਉਹ ਅਸੀਂ ਉੱਥੋਂ ਕਈ ਵਾਰੀ ਝਿਜਕ ਜਾਂਦੇ ਹਾਂ। ਸੋ ਇਕੱਲੇ ਸਾਡੇ ਕੋਲ ਮਨੀ ਨਾ ਹੋਵੇ, ਸਾਡਾ ਅਸੀਂ ਉਹਨੂੰ ਡਿਜ਼ਰਵ ਕਰਦੇ ਹੋਈਏ, ਅਸੀਂ ਉਹਦੇ ਜੋਗੇ ਹੋਈਏ। ਤੋ ਜੀ ਇਹ ਗੱਲ ਹੋ ਗਈ ਵੀ ਅਸੀਂ ਕੀ ਸਾਨੂੰ ਬੈਨੀਫਿਟਸ ਨੇ ਕਿਤਾਬਾਂ ਪੜ੍ਹਨ ਦੇ, ਕਿਉਂ ਸਾਨੂੰ ਪੜ੍ਹਨੀਆਂ ਚਾਹੀਦੀਆਂ ਨੇ, ਕਿਵੇਂ ਅਸੀਂ ਕਿਤਾਬਾਂ ਪੜ੍ਹ ਕੇ ਆਪਣੀ ਇੰਪਰੂਵਮੈਂਟ ਕਰ ਸਕਦੇ ਹਾਂ, ਕਿੱਥੋਂ ਦੀ ਅਸੀਂ ਕਿਤਾਬਾਂ ਪੜ੍ਹ ਸਕਦੇ ਹਾਂ, ਕਿਹੜੇ ਸੋਰਸਿਸ ਤੋਂ ਅਸੀਂ ਕਿਤਾਬਾਂ ਪੜ੍ਹ ਸਕਦੇ ਹਾਂ। ਸਭ ਤੋਂ ਵਧੀਆ ਹੈ ਵੀ ਤੁਹਾਡੇ ਕੋਲ ਇੱਕ ਫਿਜ਼ੀਕਲ ਕਿਤਾਬ ਹੋਵੇ ਹਨਾ, ਉਹਦਾ ਇੱਕ ਆਪਣਾ ਹੀ ਮਜ਼ਾ ਹੈ। ਅਸੀਂ ਸਟਾਲਸ ਤੇ ਕਈ ਵਾਰ ਜਾਂਦੇ ਹਾਂ, ਮੇਲਿਆਂ ਤੇ ਅਸੀਂ ਜਾਂਦੇ ਹਾਂ, ਵਿਸਾਖੀ ਤੇ ਅਸੀਂ ਜਾਈਏ, ਹੋਲੇ ਮਹੱਲੇ ਤੇ ਜਾਈਏ, ਸ਼ਹੀਦੀ ਜੋੜ ਮੇਲਿਆਂ ਵਿੱਚ ਅਸੀਂ ਜਾਈਏ, ਕਈ ਸਾਰੇ ਸਟਾਲਸ ਲੱਗੇ ਹੁੰਦੇ ਨੇ ਕਿਤਾਬਾਂ ਦੇ ਹਨਾ, ਉੱਥੋਂ ਦੀ ਅਸੀਂ ਕਈ ਸਾਰੀਆਂ ਬੁੱਕਸ ਲੈ ਸਕਦੇ ਹਾਂ, ਬੁੱਕ ਸਟੋਰਸ ਤੋਂ ਅਸੀਂ ਲੈ ਸਕਦੇ ਹਾਂ। ਨਹੀਂ ਤੇ ਅੱਜ ਕੱਲ੍ਹ ਆਨਲਾਈਨ ਕਿੱਡਾ ਸੁੱਖ ਹੈ। ਮੈਂ ਕੁਝ ਸਮਾਂ ਪਹਿਲਾਂ 2 ਬੁੱਕਸ ਮੰਗਾਉਣੀਆਂ ਸੀਗੀਆਂ, ਉਹ 150 ਰੁਪਏ ਦੀਆਂ ਐਡੀਆਂ ਵਧੀਆ 2 ਬੁੱਕਸ ਆ ਗਈਆਂ ਹਨਾ। ਹੋਰ ਵਧੀਆ ਲਾਇਬ੍ਰੇਰੀ, ਮੈਂ ਆਪਣੀ ਪਹਿਲੀ ਬੁੱਕ ਲਾਇਬ੍ਰੇਰੀ ਵਿੱਚੋਂ ਲੈ ਕੇ ਪੜ੍ਹੀ ਸੀ। ਮੈਨੂੰ ਯਾਦ ਹੈ ਉਹ ਇੱਕ ਕਾਰਟੂਨ ਨਹੀਂ ਆਉਂਦੇ ਹੁੰਦੇ ਸੀਗੇ ਨੋਡੀ, ਲਾਲ ਜਿਹੀ ਟੋਪੀ ਹੁੰਦੀ ਸੀਗੀ, ਗੱਡੀ ਹੁੰਦੀ ਸੀ ਉਹਦੇ ਕੋਲ ਹਨਾ, ਉਹਦੀ ਉਹ ਕਾਮਿਕ ਬੁੱਕ ਟਾਈਪ ਬੁੱਕ ਸੀਗੀ। ਉਹ ਮੈਂ ਪਹਿਲੀ ਵਾਰ ਪੜ੍ਹੀ ਸੀਗੀ, ਉਹ ਮੈਂ ਲਾਇਬ੍ਰੇਰੀ ਚੋਂ ਲੈ ਕੇ ਪੜ੍ਹੀ ਸੀਗੀ। ਕਈ ਸਾਰੀਆਂ ਬੁੱਕਸ ਮੈਂ ਲਾਇਬ੍ਰੇਰੀ ਵਿੱਚੋਂ ਦੀ ਲੈ ਕੇ ਪੜ੍ਹੀਆਂ। ਹੁਣ ਅੱਜ ਕੱਲ੍ਹ ਅਸੀਂ ਮੰਨ ਲਓ ਮੇਲਿਆਂ ਤੇ ਵੀ ਨਹੀਂ ਜਾ ਸਕਦੇ, ਬੁੱਕ ਸਟੋਰਸ ਤੇ ਵੀ ਨਹੀਂ ਜਾ ਸਕਦੇ, ਲਾਇਬ੍ਰੇਰੀ ਵੀ ਨਹੀਂ ਸਾਡੀਆਂ ਖੁੱਲੀਆਂ, ਅਸੀਂ ਆਨਲਾਈਨ ਪੜ੍ਹ ਸਕਦੇ ਹਾਂ। ਆਨਲਾਈਨ ਇਹ ਕੁਝ ਵੈਬਸਾਈਟਸ ਨੇ, pdfdrive.com, ਇਹ ਤੁਸੀਂ ਨੋਟ ਕਰ ਲੈਣਾ, projectgutenberg.com, ਇਹ ਵੈਬਸਾਈਟ ਤੇ ਬੜੀਆਂ ਸਾਰੀਆਂ ਫ੍ਰੀ ਬੁੱਕਸ ਪਈਆਂ ਹੋਈਆਂ ਨੇ, ਇੱਥੋਂ ਦੀ ਅਸੀਂ ਪੜ੍ਹ ਸਕਦੇ ਹਾਂ। ਗੂਗਲ ਬੁੱਕਸ ਤੇ ਬਹੁਤ ਸਾਰੀਆਂ ਫ੍ਰੀ ਬੁੱਕਸ ਪਈਆਂ ਹੋਈਆਂ ਨੇ, ਨਹੀਂ ਤਾਂ ਇਹ ਤੁਹਾਨੂੰ ਭੁੱਲ ਜਾਂਦੀਆਂ ਨੇ। ਤੇ ਮੈਂ ਸੌਖਾ ਕੰਮ ਕਰਦਾ ਹੁੰਦਾ, ਕੋਈ ਵੀ ਬੁੱਕ ਚਾਹੀਦੀ ਹੈ ਨਾ, ਭਾਈ ਵੀਰ ਸਿੰਘ ਜੀ ਦੀ ਸੁੰਦਰੀ ਪੜ੍ਹਨੀ ਹੈ ਤੇ ਉੱਥੇ ਭਰ ਦਿਓ ਸੁੰਦਰੀ ਭਾਈ ਵੀਰ ਸਿੰਘ ਜੀ, ਨਾਲ ਭਰ ਦਿਓ PDF ਫ੍ਰੀ ਡਾਊਨਲੋਡ, ਉਹ ਪਹਿਲੇ ਦੂਜੇ ਨੰਬਰ ਤੇ ਤੁਹਾਡੇ ਕੋਲ ਆ ਜਾਂਦਾ ਹੈ ਉਹ PDF ਡਾਊਨਲੋਡ ਕਰਨ ਦਾ ਆਪਸ਼ਨ। ਤੇ ਲੋਕਡਾਊਨ ਵਿੱਚ ਹਨਾ ਅਸੀਂ ਸਕੂਲ ਦੇ ਕੰਮ ਕਰਦੇ ਹਾਂ, ਸਾਰਿਆਂ ਨੇ ਸਿੱਖ ਲਿਆ PDF ਕਿਵੇਂ ਖੋਲੀਏ, PDF ਤੋਂ ਕਿਵੇਂ ਪੜ੍ਹੀਏ, ਕਿਹੜੇ ਐਪਸ ਨੇ। ਐਵੇਂ ਵੀ ਅਸੀਂ ਕੋਈ ਬਹੁਤ ਸਾਰੀਆਂ ਬੁੱਕਸ ਫ੍ਰੀ ਪਈਆਂ ਹੋਈਆਂ ਨੇ ਇੰਟਰਨੈਟ ਤੇ, ਕੋਈ ਵੀ ਅਸੀਂ ਬੁੱਕ ਦਾ ਨਾਮ ਭਰੀਏ, ਨਾਲ ਭਰ ਦਈਏ PDF ਡਾਊਨਲੋਡ, PDF ਫ੍ਰੀ ਡਾਊਨਲੋਡ, ਸਾਨੂੰ ਆਪਸ਼ਨ ਆ ਰਹੀ ਹੈ। ਕਈਆਂ ਵਿੱਚ ਬੜਾ ਜੋਸ਼ ਆ ਗਿਆ ਹੋਏਗਾ ਵੀ ਅਸੀਂ ਵੀ ਹੁਣ ਤੋਂ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰੀਏ ਜਾਂ ਫਿਰ ਤੋਂ ਅਸੀਂ ਰੀਡਿੰਗ ਸਟਾਰਟ ਕਰੀਏ। ਕਿੱਥੋਂ ਦੀ ਅਸੀਂ ਸਟਾਰਟ ਕਰ ਸਕਦੇ ਹਾਂ, ਕੋਈ ਸੁਜੈਸ਼ਨਸ ਜੋ ਮੈਂ ਦੇਣਾ ਚਾਹਾਂਗਾ। ਜੇ ਤੁਸੀਂ ਮੈਨੂੰ ਪੁੱਛੋ ਵੀ ਕੋਈ ਕਿਤਾਬ ਜਿਹੜੀ ਮੇਰੀ ਫੇਵਰੇਟ ਹੋਵੇ, ਜਿਹਨੇ ਮੈਨੂੰ ਬੜਾ ਕੁਝ ਸਿਖਾਇਆ ਹੋਵੇ, ਬੜੀ ਮੈਮੋਰੇਬਲ ਹੋਵੇ, ਮੈਨੂੰ ਅੱਜ ਤੱਕ ਯਾਦ ਹੋਵੇ, ਦੀ ਐਲਕੈਮਿਸਟ। ਇੱਕ ਬੜੀ ਪਿਆਰੀ ਜਿਹੀ ਕਹਾਣੀ ਹੈ, ਇੱਕ ਮੁੰਡਾ, ਉਹਨੂੰ ਸੁਪਨਾ ਆਉਂਦਾ ਹੈ ਕਿ ਮੈਂ ਉਹ ਵਾਲੇ ਦੇਸ਼ ਜਾਵਾਂ ਨਾ, ਉੱਥੇ ਇਜਿਪਟ ਦੇ ਪਿਰਾਮਿਡਸ ਵਿੱਚ, ਉੱਥੇ ਨਾ ਕੋਈ ਮੈਨੂੰ ਖਜ਼ਾਨਾ ਮਿਲੇਗਾ। ਉਹਨੂੰ ਪਤਾ ਨਹੀਂ ਕੀ ਖਜ਼ਾਨਾ ਹੈ, ਉਹਨੂੰ ਵੈਸੇ ਹੀ ਸੁਪਨਾ ਆਇਆ, ਉਹ ਸੁਪਨਾ ਉਹਨੂੰ 2-3 ਵਾਰੀ ਆ ਗਿਆ, ਉਹਨੂੰ ਲੱਗਿਆ ਐਵੇਂ ਹੀ ਨਹੀਂ ਆਇਆ ਹੋ ਸਕਦਾ, ਕੋਈ ਗੱਲ ਹੈਗੀ ਹੈ ਨਾ, ਪਰ ਉਹ ਨਿਕਲ ਪੈਂਦਾ ਹੈ ਵੀ ਜਾ ਕੇ ਦੇਖ ਕੇ ਆਈਏ ਕੀ ਖਜ਼ਾਨਾ ਹੈ। ਫਿਰ ਬੜੀ ਅੱਛੀ ਕਿਤਾਬ ਹੈ ਵੀ ਉਹਨੂੰ ਮਿਲਦਾ ਹੈ ਕਿ ਨਹੀਂ, ਰਸਤੇ ਚ ਉਹਨੂੰ ਕੀ ਸਿੱਖਣ ਨੂੰ ਮਿਲਦਾ ਹੈ, ਕੀ ਮੁਸ਼ਕਿਲਾਂ ਆਉਂਦੀਆਂ ਨੇ, ਤੁਹਾਡੇ ਚ ਇੱਕ ਨਵੇਂ ਡ੍ਰੀਮਸ ਨੂੰ ਪੂਰਾ ਕਰਨ ਦੀ ਕਾਬਲੀਅਤ ਆ ਜਾਂਦੀ ਹੈ। ਜੇ ਤੁਸੀਂ ਪੰਜਾਬੀ ਦੀਆਂ ਬੁੱਕਸ ਦਾ ਤੁਹਾਨੂੰ ਸ਼ੌਂਕ ਹੈ ਤੇ ਤੁਸੀਂ ਪੰਜਾਬੀ ਦੀਆਂ ਬੁੱਕਸ ਪੜ੍ਹ ਸਕਦੇ ਹੋ। ਭਾਈ ਵੀਰ ਸਿੰਘ ਜੀ ਬੜੀ ਅੱਛੀ ਜਗ੍ਹਾ ਹੈ ਸ਼ੁਰੂ ਕਰਨ ਦੇ ਲਈ। ਪਿਆਰੇ ਦਾ ਪਿਆਰਾ ਪੜ੍ਹ ਸਕਦੇ ਹੋ, ਬੜੀ ਅੱਛੀ ਕਿਤਾਬ ਹੈ। ਰਾਣਾ ਭਬੋਰ, ਮਜ਼ਾ ਆ ਜਾਂਦਾ ਰਾਣਾ ਭਬੋਰ ਪੜ੍ਹ ਕੇ,
ਕੀ ਮੈਂ ਸਿੱਖ ਕਹਾ ਸਕਦਾ ਹਾਂ, ਬੜੀ ਅੱਛੀ ਇਹਦੇ ਵਿੱਚ ਐਸੇਜ਼ ਨੇ ਭਾਈ ਵੀਰ ਸਿੰਘ ਜੀ ਦੇ। ਜੇ ਤੁਹਾਨੂੰ ਕਵਿਤਾਵਾਂ ਦਾ ਸ਼ੌਂਕ ਹੈ, ਮੇਰੇ ਸਾਈਆਂ ਜੀ ਉਹ ਪੜ੍ਹ ਸਕਦੇ ਹੋ, ਰਾਣਾ ਸੂਰਤ ਸਿੰਘ ਪੜ੍ਹ ਸਕਦੇ ਹੋ। ਹੋਰ ਕਿਹੜੀਆਂ ਕਿਤਾਬਾਂ ਅਸੀਂ ਪੜ੍ਹ ਸਕਦੇ ਹਾਂ। ਲਾਸਟ ਲੈਕਚਰ, ਇੱਕ ਕੋਈ ਯੂਨੀਵਰਸਿਟੀ ਦੇ ਪ੍ਰੋਫੈਸਰ ਨੂੰ ਅਚਾਨਕ ਪਤਾ ਲੱਗਿਆ ਕਿ ਮੈਨੂੰ ਕੈਂਸਰ ਹੋ ਗਿਆ। ਹੋ ਡਾਕਟਰ ਨੇ ਕਹਿਤਾ ਵੀ 6-7 ਮਹੀਨੇ ਸਾਲ ਹੈ ਬਚਿਆ ਮੇਰੇ ਕੋਲ ਜੀਣ ਲਈ। ਫਿਰ ਉਹਨੇ ਕੀ ਕੀਤਾ, ਹੈ ਨਾ, ਉਹ ਇਸ ਕਿਤਾਬ ਵਿੱਚ ਲਿਖਿਆ ਹੋਇਆ ਹੈ। ਐਨੀਮਲ ਫਾਰਮ, ਅਸੀਂ ਜਦੋਂ 10th 12th ਵਿੱਚ ਹੁੰਦੇ ਆ ਨਾ, ਸਾਨੂੰ ਕਮਿਊਨਿਜ਼ਮ ਬਾਰੇ ਪੜ੍ਹਾਇਆ ਜਾਂਦਾ ਹੈ। ਰਸ਼ੀਆ ਵਿੱਚ ਕਿਵੇਂ ਉਹ ਕਮਿਊਨਿਜ਼ਮ ਆਇਆ, ਮਾਰਕਸਿਜ਼ਮ ਆਇਆ। ਐਨੀਮਲ ਫਾਰਮ ਵਿੱਚ ਬੜਾ ਵਧੀਆ ਦੱਸਿਆ ਹੋਇਆ ਵੀ ਕਿਉਂ ਉਹ ਫੇਲ ਹੋ ਗਿਆ, ਕੀ ਉਹਦੇ ਵਿੱਚ ਕਮੀਆਂ ਆਈਆਂ। ਤੇ ਵੈਸੇ ਵੀ ਕੋਈ ਬੜਾ ਅੱਛਾ ਕੋਈ ਖਿਆਲ ਆਉਂਦਾ ਹੈ, ਕੋਈ ਬੜੀ ਅੱਛੀ ਚੀਜ਼ ਸ਼ੁਰੂ ਹੁੰਦੀ ਹੈ, ਕਿੰਨਾ ਕਾਰਨਾਂ ਕਰਕੇ ਅੱਗੇ ਜਾ ਕੇ ਉਹਦੇ ਵਿੱਚ ਕਰਪਸ਼ਨ ਆ ਜਾਂਦੀ ਹੈ। ਬੜੀ ਅੱਛੀ ਕਿਤਾਬ ਹੈ, ਸਾਨੂੰ ਪੜ੍ਹਨੀ ਚਾਹੀਦੀ ਹੈ ਐਨੀਮਲ ਫਾਰਮ। ਸੋ ਹੋਰ ਆਪਣੀ ਰੀਡਿੰਗ ਨੂੰ ਅਸੀਂ ਬੈਟਰ ਕਿਵੇਂ ਕਰ ਸਕਦੇ ਹਾਂ, ਕਿਵੇਂ ਅਸੀਂ ਹੋਰ ਵਧੀਆ ਪੜ੍ਹ ਸਕਦੇ ਹਾਂ। ਮੈਂ ਜਦੋਂ ਵੀ ਕੋਈ ਬੁੱਕ ਪੜ੍ਹਦਾ, ਮੈਂ ਆਪਣੇ ਨਾਲ ਕੋਈ ਪੈਨਸਿਲ ਜਾਂ ਹਾਈਲਾਈਟਰ ਰੱਖਿਆ ਹੁੰਦਾ ਹੈ। ਕੋਈ ਬੜੀ ਅੱਛੀ ਗੱਲ ਹੋਵੇ ਨਾ, ਕੋਈ ਕੋਟ ਹੋਵੇ, ਕੋਈ ਕਹਾਣੀ ਹੋਵੇ, ਕੋਈ ਵੈਸੇ ਗੱਲ ਲਿਖੀ ਹੋਵੇ, ਮੈਂ ਉਹਨੂੰ ਅੰਡਰਲਾਈਨ ਕਰ ਲੈਣਾ ਜਾਂ ਮੈਂ ਉਹਨੂੰ ਹਾਈਲਾਈਟ ਕਰ ਲੈਣਾ। ਉਹ ਤੋਂ ਨੋਟਸ ਲਈਏ, ਜਿਵੇਂ ਲਾਇਬ੍ਰੇਰੀ ਦੀ ਕੋਈ ਕਿਤਾਬ ਹੋਵੇ, ਤੁਹਾਨੂੰ ਹੁਣ ਵਾਪਿਸ ਵੀ ਕਰਨੀ ਹੈ ਨਾ, ਤੁਸੀਂ ਉਹ ਤੋਂ ਨੋਟਸ ਬਣਾ ਕੇ ਰੱਖ ਸਕਦੇ ਹੋ। ਮੈਂ ਕੁਝ ਟਾਈਮ ਪਹਿਲਾਂ ਇੱਕ ਬੁੱਕ ਪੜ੍ਹੀ ਸੀ, ਆਈ ਹੈਵ ਅ ਡ੍ਰੀਮ। ਮੈਂ ਕਿਹਾ ਇਸ ਤਾਂ ਬੜੀਆਂ ਵਧੀਆ ਗੱਲਾਂ ਲਿਖੀਆਂ ਹੋਈਆਂ ਨੇ, ਹੈ। ਮੈਂ ਉਹ ਇੱਕ ਕਾਪੀ ਲੈ ਕੇ ਸਾਰੀਆਂ ਵਧੀਆ ਗੱਲਾਂ ਨੋਟ ਕਰ ਲਈਆਂ। ਰਾਈਟ ਰਿਵਿਊ, ਉਹਦਾ ਤੁਸੀਂ ਰਿਵਿਊ ਲਿਖ ਸਕਦੇ ਹੋ ਵੀ ਮੈਨੂੰ ਇਹਦੇ ਚੋਂ ਇਹ ਗੱਲ ਬੜੀ ਵਧੀਆ ਲੱਗੀ, ਇਹ ਗੱਲ ਮੈਨੂੰ ਇੰਨੀ ਵਧੀਆ ਨਹੀਂ ਲੱਗੀ, ਮੈਂ ਇਹਦੇ ਨਾਲ ਇਹ ਗੱਲ ਨਾਲ ਐਗਰੀ ਕਰਦਾ, ਇਹਦੇ ਨਾਲ ਨਹੀਂ ਕਰਦਾ। ਉਹ ਰਿਵਿਊ ਲਿਖਣ ਨਾਲ ਬੜਾ ਵਧੀਆ ਹੋ ਜਾਂਦਾ ਹੈ। ਜਦੋਂ ਮੈਂ ਛੋਟਾ ਹੁੰਦਾ ਸੀਗਾ, ਆਪਣੀ ਲਾਇਬ੍ਰੇਰੀ ਚੋਂ ਬੁੱਕਸ ਲੈਂਦਾ ਹੁੰਦਾ ਸੀਗਾ, ਤੇ ਉਹਨਾਂ ਸਾਨੂੰ ਕਹਿੰਦੇ ਸੀ ਉਹਦਾ ਰਿਵਿਊ ਵੀ ਲਿਖ ਕੇ ਦਿਓ, ਤੁਸੀਂ ਉਹ ਬੁੱਕ ਚੋਂ ਕੀ ਸਿੱਖਿਆ, ਕਿਵੇਂ ਦੀ ਲੱਗੀ। ਮੈਂ ਪਹਿਲਾਂ ਸੋਚਦਾ ਹੁੰਦਾ ਸੀ ਐਵੇਂ ਲਿਖਵਾਉਂਦੇ ਨੇ, ਫਿਰ ਹੁਣ ਜਦੋਂ ਮੈਂ ਥੋੜੇ ਕੁਝ ਸਾਲਾਂ ਬਾਅਦ ਮੈਨੂੰ ਲੱਗਦਾ ਹੈ ਵੀ ਉਹ ਸੱਚੀ ਬੜੀ ਵਧੀਆ ਐਕਸਰਸਾਈਜ਼ ਸੀਗੀ। ਜਦੋਂ ਤੁਸੀਂ ਉਹ ਲਿਖਦੇ ਹੋ ਤੁਹਾਨੂੰ ਯਾਦ ਰਹਿ ਜਾਂਦਾ ਹੈ, ਤੁਹਾਡੀ ਯਾਦਗਾਰ ਵੀ ਬਣ ਜਾਂਦੀ ਹੈ ਨਾ। ਉਹ ਬੁੱਕ ਦਾ ਇੱਕ ਵਾਰੀ ਪੂਰਾ ਰਿਵਿਊ ਹੋ ਜਾਂਦਾ ਹੈ, ਇੱਕ ਸਮਰੀ ਟਾਈਪ ਤੁਸੀਂ ਲਿਖ ਦਿੰਦੇ ਹੋ ਵੀ ਇਹਦੇ ਵਿੱਚੋਂ ਮੈਂ ਇਹ ਸਿੱਖਿਆ, ਇਹ ਗੱਲ ਬੜੀ ਵਧੀਆ ਲੱਗੀ। ਤੁਸੀਂ ਆਪਣੇ ਦੋਸਤਾਂ ਦੇ ਨਾਲ, ਆਪਣੇ ਕਲਾਸਮੇਟਸ ਦੇ ਨਾਲ ਬੁੱਕ ਕਲੱਬਸ ਬਣਾ ਸਕਦੇ ਹੋ। EPP ਦੇ ਬੱਚੇ ਜਿਹੜੇ ਤੁਹਾਡੇ ਆਸ-ਪਾਸ ਨੇ, ਉਹਨਾਂ ਦੇ ਨਾਲ ਤੁਸੀਂ ਬੁੱਕ ਕਲੱਬਸ ਬਣਾ ਸਕਦੇ ਹੋ ਕਿ ਆਓ ਅਸੀਂ ਸਾਰੇ ਮਿਲ ਕੇ ਇਕੱਠੇ ਮਿਲ ਕੇ ਇਹ ਵਾਲੀ ਬੁੱਕ ਪੜ੍ਹਨੀ ਸ਼ੁਰੂ ਕਰਦੇ ਹਾਂ, ਹੈ ਨਾ। ਤੁਸੀਂ ਆਪਣੇ ਆਪਸ ਦੇ ਤਜਰਬੇ ਸ਼ੇਅਰ ਕਰ ਸਕਦੇ ਹੋ ਵੀ ਮੈਨੂੰ ਇਹ ਸਿੱਖਣ ਨੂੰ ਮਿਲਿਆ, ਮੈਨੂੰ ਇਹ ਸਿੱਖਣ ਨੂੰ ਮਿਲਿਆ, ਹੈ ਨਾ। ਐਵੇਂ ਅਸੀਂ ਬੁੱਕ ਕਲੱਬਸ ਵੀ ਬਣਾ ਸਕਦੇ ਹਾਂ। ਸਭ ਤੋਂ ਵੱਡੀ ਗੱਲ ਹੈ ਰੁਕੀਏ ਨਾ। ਇੱਕ ਕਿਤਾਬ ਹੋ ਗਈ, ਫਿਰ ਉਹਨੂੰ ਪੜ੍ਹੀਏ, ਫਿਰ ਹੋਰ ਪੜ੍ਹੀਏ, ਹੈ ਨਾ। ਇੱਕ ਮੈਨੂੰ ਕਹਾਣੀ ਯਾਦ ਆਉਂਦੀ ਹੈ। ਇੱਕ ਨਾ ਕੋਈ ਬੰਦਾ ਸੀ, ਉਹ ਨਾ ਕਿਸੇ ਫਕੀਰ ਕੋਲ ਗਿਆ। ਉਹਨੇ ਕਿਹਾ ਵੀ ਫਕੀਰ ਜੀ, ਮੈਂ ਨਾ ਬੜੀਆਂ ਸਾਰੀਆਂ ਕਿਤਾਬਾਂ ਪੜ੍ਹਦਾ, ਬੜੀਆਂ ਸਾਰੀਆਂ ਕਿਤਾਬਾਂ ਮੈਂ ਪੜ੍ਹੀਆਂ ਨੇ, ਪਰ ਮੈਨੂੰ ਨਾ ਮੈਂ ਸਾਰਾ ਕੁਝ ਭੁੱਲ ਜਾਂਦਾ, ਮੈਂ ਕੀ ਕਰਾਂ। ਤੇ ਫਕੀਰ ਨੇ ਨਾ ਉਹਨੂੰ ਇੱਕ ਕੋਈ ਛਾਨਣੀ ਦਿੱਤੀ, ਜਿਵੇਂ ਚਾਹ ਪਾਉਣੀ ਹੁੰਦੀ ਆ ਉਵੇਂ ਕੋਈ ਛਾਨਣੀ ਦਿੱਤੀ ਉਹਨੇ ਫਕੀਰ ਨੇ। ਉਹ ਨਾ ਬੜੀ ਗੰਦੀ ਸੀ, ਉੱਤੇ ਜੰਗਾਲ ਵਗੈਰਾ, ਹੋਰ ਮਿੱਟੀ, ਕਿੱਡਾ ਕੁਛ ਲੱਗਾ ਹੋਇਆ ਸੀਗਾ। ਤੇ ਫਕੀਰ ਨੇ ਕਿਹਾ ਵੀ ਜਾ ਇਹਨੂੰ ਨਾ ਧੋ ਕੇ ਲਿਆ, ਉੱਥੇ ਨਦੀ ਹੈ ਉੱਥੋਂ ਧੋ ਕੇ ਲਿਆ, ਇਹਨੂੰ ਧੋ ਤੇ ਨਾਲੇ ਇਹਦੇ ਵਿੱਚ ਪਾਣੀ ਭਰ ਕੇ ਲਿਆ। ਤੇ ਉਹ ਬੰਦਾ ਜਦੋਂ ਗਿਆ, ਉਹਨੇ ਵਿੱਚ ਪਾਣੀ ਭਰਿਆ, ਉਹ 2 ਕਦਮ ਚੱਲਿਆ ਪਾਣੀ ਖਾਲੀ ਹੋ ਗਿਆ, ਹਨਾ, ਕਿਉਂਕਿ ਉਹ ਛਾਨਣੀ ਸੀਗੀ, ਕਿੱਡੀਆਂ ਸਾਰੀਆਂ ਮੋਰੀਆਂ ਸੀਗੀਆਂ। ਉਹਨੇ ਫਿਰ ਭਰਿਆ, ਕਿਉਂਕਿ ਫਕੀਰ ਨੇ ਕਿਹਾ ਹੋਇਆ ਸੀ, ਉਹਨੇ ਫਿਰ ਭਰਿਆ ਤੇ ਉਹ ਲੈ ਕੇ ਆਇਆ, ਉਹ ਪਾਣੀ ਫਿਰ ਖਤਮ ਹੋ ਗਿਆ। ਰਾਤ ਤੱਕ ਲੱਗਾ ਰਿਹਾ, ਪਾਣੀ ਭਰੇ ਉਹ ਖਾਲੀ ਹੋ ਜਾਵੇ, ਭਰੇ ਫਿਰ ਖਾਲੀ ਹੋ ਜਾਵੇ। ਹਾਰ ਕੇ ਉਹ ਜਦੋਂ ਫਕੀਰ ਕੋਲ ਵਾਪਿਸ ਆਇਆ ਤੇ ਉਹਨੇ ਕਿਹਾ ਵੀ ਮੈਂ ਨੀ ਪਾਣੀ ਭਰ ਕੇ ਲਿਆ ਸਕਿਆ। ਤੇ ਫਕੀਰ ਨੇ ਕਿਹਾ ਧਿਆਨ ਨਾਲ ਦੇਖ, ਇਹ 'ਚ ਕੋਈ ਬਦਲਾਵ ਦਿਖਿਆ ਤੈਨੂੰ? ਉਹਨੇ ਕਿਹਾ ਇਹ ਤਾਂ ਸਾਫ਼ ਹੋ ਗਈ, ਤੁਸੀਂ ਮੈਨੂੰ ਗੰਦੀ ਪੜ੍ਹਾਈ ਸੀਗੀ। ਉਹਨੇ ਕਿਹਾ ਐਵੇਂ ਹੀ ਹੈ, ਕਿਤਾਬਾਂ ਪੜ੍ਹ ਕੇ ਭਾਵੇਂ ਸਾਨੂੰ ਸਾਰਾ ਕੁਝ ਵੀ ਨਾ ਸਾਰਾ ਕੁਝ ਨਾ ਵੀ ਯਾਦ ਰਵੇ, ਤਾਂ ਵੀ ਨਾ ਸਾਡਾ ਜਿਹੜਾ ਮਨ ਹੈ, ਵੈਸੇ ਕਹਿੰਦੇ ਗੁਰਬਾਣੀ ਅਸੀਂ ਪੜ੍ਹਦੇ ਰਹਿੰਦੇ ਹਾਂ, ਪਰ ਸਾਨੂੰ ਯਾਦ ਨਹੀਂ ਰਹਿੰਦੀ। ਕਈ ਵਾਰੀ ਅਸੀਂ ਭੁੱਲ ਜਾਂਦੇ ਹਾਂ, ਪਰ ਪੜ੍ਹਦੇ ਰਹੀਏ। ਇਹਦਾ ਮਤਲਬ ਇਹ ਨਹੀਂ ਹੈ ਛੱਡ ਦਈਏ, ਅਸੀਂ ਪੜ੍ਹਦੇ ਰਹੀਏ, ਕਿਉਂਕਿ ਉਹਦੇ ਨਾਲ ਸਾਡਾ ਮਨ ਜਿਹੜਾ ਹੈ ਉਹ ਸਾਫ਼ ਹੁੰਦਾ ਹੈ ਨਾ। ਉਹ ਜਿਹੜੀ ਸਾਡੀ ਗੰਦੀ ਛਾਨਣੀ ਹੈ, ਉਹ ਭਾਵੇਂ ਉਹ ਪਾਣੀ ਸਾਂਭ ਕੇ ਨਹੀਂ ਵੀ ਰੱਖ ਸਕਦੀ, ਜਦੋਂ ਤੁਸੀਂ ਉਹਨੂੰ ਬਾਰ-ਬਾਰ ਨਦੀ ਦੇ ਵਿੱਚ ਡੁਬੋਗੇ ਤੇ ਉਹ ਸਾਫ਼ ਹੋ ਜਾਂਦੀ। ਹੋਰ ਅਸੀਂ ਕਿਤਾਬਾਂ ਤੋਂ ਇਲਾਵਾ ਕੀ ਪੜ੍ਹ ਸਕਦੇ ਹਾਂ, ਹੈ ਨਾ। ਜੇ ਤੁਹਾਨੂੰ ਕਿਤਾਬ ਪੜ੍ਹਨੀ ਹਲੇ ਔਖੀ ਲੱਗਦੀ ਹੈ, ਵੱਡੀ ਲੱਗਦੀ ਹੈ ਵੀ ਏਡੀ ਮੋਟੀ ਕਿਵੇਂ ਪੜ੍ਹੀਏ, ਹੈ ਨਾ, ਸੋ ਸਟਾਰਟ ਤੁਸੀਂ ਛੋਟਾ ਕਰ ਸਕਦੇ ਹੋ। ਬਲੌਗਸ ਪੜ੍ਹ ਸਕਦੇ ਹਾਂ, ਇੰਟਰਨੈਟ 'ਤੇ ਨਿੱਕੇ ਆਰਟੀਕਲਸ ਪਏ ਹੁੰਦੇ ਨੇ, ਉਹ ਅਸੀਂ ਪੜ੍ਹ ਸਕਦੇ ਹਾਂ। ਨਿਊਜ਼ਪੇਪਰਸ ਅਸੀਂ ਪੜ੍ਹ ਸਕਦੇ ਹਾਂ ਨਾ, ਬੜੇ ਜ਼ਰੂਰੀ ਨੇ ਨਿਊਜ਼ਪੇਪਰਸ ਪੜ੍ਹਨੇ। ਸਾਡੇ ਇੱਕ ਮੈਡਮ ਨੇ ਕਿਹਾ ਸੀਗਾ ਵੀ ਜੇ ਤੁਸੀਂ IAS ਵਗੈਰਾ ਬਣਨਾ ਚਾਹੁੰਦੇ ਹੋ, ਐਡੀਟੋਰੀਅਲਸ ਦਾ ਇੱਕ ਕੋਲਮ ਆਉਂਦਾ ਹੁੰਦਾ ਹੈ, ਉਹ ਜ਼ਰੂਰ ਅਸੀਂ ਪੜ੍ਹਿਆ ਕਰੀਏ। ਮੈਗਜ਼ੀਨਸ ਅਸੀਂ ਪੜ੍ਹ ਸਕਦੇ ਹਾਂ, ਮੈਗਜ਼ੀਨਸ, ਜਰਨਲਸ, ਹੈ ਨਾ।
ਨਿਊਜ਼ ਲੈਟਰਸ ਅਸੀਂ ਪੜ੍ਹ ਸਕਦੇ ਹਾਂ, ਕੋਈ ਸੰਸਥਾ ਕਿਸੇ ਬੰਦੇ ਵੱਲੋਂ ਹਰ ਟਾਈਮ ਟੂ ਟਾਈਮ ਸਾਨੂੰ ਇੱਕ ਆਰਟੀਕਲ ਸਾਡੀ ਈਮੇਲ ਵਿੱਚ ਆਉਂਦਾ ਹੈ, ਉਹਨੂੰ ਅਸੀਂ ਨਿਊਜ਼ ਲੈਟਰ ਕਹਿੰਦੇ ਹਾਂ। ਇਹ ਸਭ ਅਸੀਂ ਪੜ੍ਹ ਸਕਦੇ ਹਾਂ। ਹੋਰ ਨਿੱਕਾ ਜਿਹਾ ਟੌਪਿਕ ਜੋ ਮੈਂ ਕਵਰ ਕਰਨਾ ਚਾਹਾਂਗਾ ਉਹ ਹੈ ਰੀਡਿੰਗ ਗੁਰਬਾਣੀ ਐਂਡ ਅੰਡਰਸਟੈਂਡਿੰਗ ਗੁਰਬਾਣੀ। ਏਡੀ ਵੱਡੀ ਗੱਲ ਹੈ ਵੀ ਸਾਡੇ ਗੁਰੂ ਸਾਹਿਬਾਨ ਨੇ ਏਡੇ ਸਾਲਾਂ ਦਾ, ਏਡੀ ਸਦੀਆਂ ਦਾ ਇਕੱਠਾ ਕੀਤਾ ਗਿਆਨ, ਉਹਨੂੰ ਬੋਲ ਕੇ ਜਾਂ ਹੋਰ ਕਿਸੇ ਤਰੀਕੇ ਨਾਲ ਅੱਗੇ ਤੋਰਨ ਦੀ ਬਜਾਏ ਉਹਨਾਂ ਨੇ ਉਹਨੂੰ ਇੱਕ ਕਿਤਾਬ, ਇੱਕ ਗ੍ਰੰਥ ਦਾ ਰੂਪ ਦੇ ਦਿੱਤਾ। ਕਿੱਡੀ ਕਮਾਲ ਦੀ ਗੱਲ ਹੈ ਵੀ ਸਾਡੇ ਗੁਰੂ ਇੱਕ ਗ੍ਰੰਥ ਨੇ, ਹੈਨਾ, ਇੱਕ ਗਿਆਨ ਦਾ ਭੰਡਾਰ ਗ੍ਰੰਥ, ਹੈਨਾ, ਉਹ ਸਾਡੇ ਗੁਰੂ ਨੇ। ਕਿੱਡੀ ਵੱਡੀ ਗੱਲ ਹੈ, ਏਡਾ ਵੱਡਾ ਸੰਦੇਸ਼ ਹੈ ਸਾਨੂੰ। ਤੇ ਉਹਨਾਂ ਨੇ ਹੋਰ ਕਿੰਨੇ ਸਾਰੇ ਅਸੀਂ ਪੜ੍ਹਦੇ ਹਾਂ, ਗੁਰੂ ਗੋਬਿੰਦ ਸਿੰਘ ਜੀ ਨੂੰ ਕਿੰਨੀਆਂ ਭਾਸ਼ਾਵਾਂ ਦਾ ਗਿਆਨ ਸੀ, ਕਿੰਨੇ ਗ੍ਰੰਥ ਸਾਡੇ ਗੁਰੂਆਂ ਨੇ ਆਪ ਪੜ੍ਹ ਰੱਖੇ ਸਨ, ਹੈਨਾ। ਸੋ ਉਹ ਸਾਡੇ ਵਾਸਤੇ ਇੱਕ ਸੁਨੇਹਾ ਹੈ, ਅਸੀਂ ਵੀ ਹੋਰ ਪੜ੍ਹੀਏ। ਸੋ ਗੁਰਬਾਣੀ ਪੜ੍ਹਨ ਬਾਰੇ, ਸਮਝਣ ਬਾਰੇ ਕੁਝ ਟਿਪਸ ਮੈਂ ਲਿਖੀਆਂ ਨੇ। ਭਾਈ ਵੀਰ ਸਿੰਘ ਜੀ ਇਸ ਗੱਲ ਤੇ ਬੜਾ ਫੋਕਸ ਕਰਦੇ ਨੇ, ਹਜ਼ੂਰੀ ਵਿੱਚ ਸਾਨੂੰ ਬਾਣੀ ਪੜ੍ਹਨੀ ਚਾਹੀਦੀ ਹੈ। ਹਜ਼ੂਰੀ ਵਿੱਚ ਬਾਣੀ ਪੜ੍ਹਨ ਦਾ ਮਤਲਬ ਕੀ ਹੈ ਵੀ ਜਦੋਂ ਵੀ ਅਸੀਂ ਬਾਣੀ ਪੜ੍ਹੀਏ, ਅਸੀਂ ਏਦਾਂ ਸਮਝ ਕੇ ਪੜ੍ਹੀਏ ਵੀ ਜਿਹਦੇ ਵਾਸਤੇ ਮੈਂ ਬਾਣੀ ਪੜ੍ਹ ਰਿਹਾ ਹਾਂ, ਜਿਹਦਾ ਧਿਆਨ ਧਰ ਕੇ ਮੈਂ ਬਾਣੀ ਪੜ੍ਹ ਰਿਹਾ, ਉਹ ਮੇਰੇ ਨਾਲ ਹੀ ਬੈਠਾ ਹੈ, ਹੈਨਾ। ਫਿਰ ਬਾਣੀ ਪੜ੍ਹਨ ਇੱਕ ਤਾਂ ਸਾਡਾ ਮਨ ਵੀ ਲੱਗੇਗਾ, ਬੜੀ ਧਿਆਨ ਨਾਲ ਅਸੀਂ ਪੜ੍ਹਾਂਗੇ, ਗਲਤੀ ਕਰਨ ਤੋਂ ਅਸੀਂ ਡਰਾਂਗੇ, ਹੈਨਾ, ਸਾਡਾ ਫੋਕਸ ਬਣਿਆ ਰਹੇਗਾ ਤੇ ਸਾਡੀ ਉਹ ਹਾਜ਼ਰੀ ਵੀ ਲੱਗ ਜਾਏਗੀ। ਹਜ਼ੂਰੀ ਹੋਏਗੀ ਤੇ ਹਾਜ਼ਰੀ ਵੀ ਲੱਗ ਜਾਏਗੀ। ਹਜ਼ੂਰੀ ਵਿੱਚ ਅਸੀਂ ਬਾਣੀ ਪੜ੍ਹੀਏ, ਹਰ ਪਲ ਬਾਣੀ ਪੜ੍ਹੀਏ। ਕਿਵੇਂ ਪੜ੍ਹੀਏ? ਆਪਣੇ ਚੰਗੇ ਕਰਮਾਂ ਦੇ ਦੁਆਰਾ ਬਾਣੀ ਪੜ੍ਹੀਏ, ਗਿਆਨ ਲੈਂਦੇ ਲੈਂਦੇ ਅਸੀਂ ਬਾਣੀ ਪੜ੍ਹੀਏ, ਹੈਨਾ। ਤੇ ਹੋਰ ਅਸੀਂ ਕੀ ਕਰੀਏ? ਬਾਣੀ ਨੂੰ ਮਾਣੀਏ, ਬਾਣੀ ਨੂੰ ਪਹਿਚਾਣੀਏ, ਇਹਦਾ ਵੀ ਯਤਨ ਕਰੀਏ। ਉਹ ਤੋਂ ਆਨੰਦ ਲੈਣ ਦਾ ਉਹ ਯਤਨ ਕਰੀਏ। ਆਪਣੇ ਆਲੇ ਦੁਆਲੇ ਬਾਣੀ ਲੱਭੀਏ। ਇਹ ਕਿਵੇਂ ਅਸੀਂ ਕਰ ਸਕਦੇ ਹਾਂ? ਵੀ ਸਾਨੂੰ ਕਿਤੇ ਫੁੱਟਪਾਥ ਤੇ, ਕਿਤੇ ਟ੍ਰੈਫਿਕ ਲਾਈਟਾਂ ਤੇ, ਪਾਰਕ ਵਿੱਚ ਕੋਈ ਨਿਆਣਾ ਕੁਝ ਮੰਗਦਾ ਮਿਲਦਾ ਹੈ, ਸਾਡੇ ਵਿੱਚ ਖਿਆਲ ਆਵੇ ਉਹ ਲੈ ਯਾਰ, ਏਦਾਂ ਨਿੱਕਾ ਜਿਹਾ ਏਡੀ ਮਿਹਨਤ ਕਰਨ ਲੱਗਿਆ ਹੋਇਆ ਹੈ, ਹਨਾ। ਤੇ ਜੇ ਰੱਬ ਬੱਚਾ ਹੁੰਦਾ ਨਾ, ਰੱਬ ਨੇ ਇਹੋ ਜਿਹਾ ਹੋਣਾ ਸੀਗਾ। ਤਾਂ ਆਪਣੇ ਆਸ-ਪਾਸ ਅਸੀਂ ਬਾਣੀ ਨੂੰ ਲੱਭਣ ਦਾ ਯਤਨ ਕਰੀਏ। ਅਸੀਂ ਕੋਈ ਰੁੱਖਾਂ ਨੂੰ ਦੇਖੀਏ, ਅੱਛਾ ਇਹ ਮੇਰੇ ਤੋਂ ਤਾਂ ਕੁਛ ਲੈਂਦਾ ਹੀ ਨਹੀਂ, ਬਸ ਥੋੜਾ ਪਾਣੀ ਲੈਂਦਾ, ਮੈਨੂੰ ਛਾਂ ਵੀ ਦੇ ਦਿੰਦਾ, ਮੈਨੂੰ ਖਾਣ ਨੂੰ ਕੁਛ ਵੀ ਦੇ ਦਿੰਦਾ ਹੈ, ਹਨਾ। ਸੋ ਆਪਣੇ ਆਲੇ ਦੁਆਲੇ ਅਸੀਂ ਬਾਣੀ ਲੱਭੀਏ। ਤੇ ਸਭ ਤੋਂ ਵੱਡੀ ਗੱਲ, ਹਰ ਕਿਤਾਬ ਨੂੰ ਅਸੀਂ ਬਾਣੀ ਦੀ ਰੋਸ਼ਨੀ ਵਿੱਚ ਦੇਖਣ ਦੀ ਕੋਸ਼ਿਸ਼ ਕਰੀਏ ਵੀ ਬਾਣੀ ਇਹਦੇ ਬਾਰੇ ਕੀ ਕਹਿੰਦੀ ਹੈ, ਜਿਹੜੀ ਇਹ ਗੱਲ ਲਿਖੀ ਹੈ ਇਹ ਠੀਕ ਲਿਖੀ ਹੈ ਕਿ ਨਹੀਂ। ਇਹ ਨਾ ਬੜੀ ਕਮਾਲ ਦੀ ਗੱਲ ਹੈ ਵੀ ਹਰੇਕ ਕੋਟ ਬਾਰੇ, ਹਰੇਕ ਕਹਾਣੀ ਬਾਰੇ, ਹਰੇਕ ਚੀਜ਼ ਬਾਰੇ ਸਾਨੂੰ ਕੋਈ ਨਾ ਕੋਈ ਫਰਮਾਨ ਲੱਭ ਹੀ ਜਾਂਦਾ ਹੈ ਬਾਣੀ ਦਾ, ਜਿਹੜਾ ਉਹਦੇ ਬਾਰੇ ਕੁਝ ਸਾਨੂੰ ਰੋਸ਼ਨੀ ਦਿੰਦਾ ਹੋਵੇ। ਇਹ ਵੀ ਅਸੀਂ ਕੰਮ ਜ਼ਰੂਰ ਕਰੀਏ ਵੀ ਹਰੇਕ ਚੀਜ਼ ਨੂੰ, ਕਿਤਾਬ ਨੂੰ, ਗਿਆਨ ਦੀ ਕੋਈ ਬਿਟ ਨੂੰ ਅਸੀਂ ਗੁਰਬਾਣੀ ਦੀ ਰੋਸ਼ਨੀ ਵਿੱਚ ਦੇਖੀਏ। ਸੋ ਅੰਤ ਵਿੱਚ ਮੈਂ ਇੱਕ ਫਰਮਾਨ ਸ਼ੇਅਰ ਕਰਕੇ ਸਮਾਪਤੀ ਕਰਨਾ ਚਾਹਾਂਗਾ। ਗੁਰੂ ਸਾਹਿਬ ਸਾਨੂੰ ਸੰਦੇਸ਼ ਦਿੰਦੇ ਨੇ ਵੀ ਤੈਨੂੰ ਜਿੰਨਾ ਮਰਜ਼ੀ ਗਿਆਨ ਵੀ ਆ ਜਾਵੇ, ਕੀ ਕੁਝ ਸਿੱਖ ਲਵੇਂ, ਕਿੰਨੇ ਤੂੰ ਗ੍ਰੰਥ ਪੜ੍ਹ ਲਵੇਂ, ਤਾਂ ਵੀ ਜਿਹੜਾ ਅੰਦਰ ਦਾ ਅਭਿਮਾਨ ਜ਼ੋਰ, ਤੇਰੇ ਜਿਹੜੇ ਅੰਦਰ ਦਾ ਅਭਿਮਾਨ ਹੈ, ਤੇਰੇ ਅੰਦਰ ਦਾ ਜਿਹੜਾ ਜ਼ੋਰ ਹੈ, ਵੀ ਤੈਨੂੰ ਲੱਗਦਾ ਮੇਰੇ 'ਚ ਬੜੀ ਸਟਰੈਂਥ ਹੈ, ਮੈਨੂੰ ਬੜਾ ਹੰਕਾਰ ਹੈ, ਮੈਂ ਇਹ ਵੀ ਸਿੱਖ ਲਿਆ, ਇਹ ਵੀ ਸਿੱਖ ਲਿਆ, ਤੇ ਹੋਰ ਤੂੰ ਕਿਚ ਜਾਣਦਾ, ਵੀ ਤੈਨੂੰ ਇਹ ਵੀ ਆਉਂਦਾ ਹੈ, ਇਹ ਵੀ ਆਉਂਦਾ ਹੈ, ਇਹ ਵੀ ਆਉਂਦਾ ਹੈ, ਕਿਚ ਜਾਣਦਾ, ਇਹ ਦੂਰ ਕਰੋ ਆਪਨ ਗਹੋਰੇ। ਇਹਨੂੰ ਦੂਰ ਕਰੋ ਤੇ ਨੀਵੇਂ ਰਹੋ, ਨਿਮਰਤਾ ਦੇ ਵਿੱਚ ਰਹੋ, ਸ਼ੁਕਰਾਨੇ ਦੇ ਵਿੱਚ ਰਹੋ ਵੀ ਮੈਨੂੰ ਤੇਰੇ ਏਡੇ ਵੱਡੇ ਖਜ਼ਾਨੇ ਵਿੱਚੋਂ ਹਲੇ ਇੰਨਾ ਕੁ ਨਿੱਕਾ ਜਿਹਾ ਗਿਆਨ ਹੋਇਆ ਹੈ ਨਾ, ਮੈਨੂੰ ਸਾਰਾ ਕੁਝ ਨਹੀਂ ਪਤਾ ਲੱਗਿਆ, ਮੈਂ ਹਲੇ ਵੀ ਉਵੇਂ ਦਾ ਹੀ ਨਿਆਣਾ, ਬਸ ਮੈਨੂੰ ਪਹਿਲਾਂ ਇੰਨਾ ਕੁ ਪਤਾ ਸੀ, ਹੁਣ ਥੋੜਾ ਵੱਧ ਪਤਾ ਲੱਗ ਗਿਆ। ਸੋ ਇਹ ਫਰਮਾਨ ਨੂੰ, ਇਹ ਦੋਨੋਂ ਗੱਲਾਂ ਨੂੰ ਅਸੀਂ ਇਕੱਠੇ ਨਾਲ ਲੈ ਕੇ ਚੱਲੀਏ, ਗਿਆਨ ਵੀ ਹਾਸਿਲ ਕਰੀਏ, ਪਰ ਉਹ ਗਿਆਨ ਸਾਡਾ ਹੰਕਾਰ, ਸਾਡਾ ਅਭਿਮਾਨ ਉਹ ਨਾ ਬਣ ਜਾਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਬਹੁਤ ਧੰਨਵਾਦ ਜੀ ਇੰਦਰਪਾਲ ਸਿੰਘ ਜੀ ਦਾ, ਔਰ ਅਸੀਂ ਸਪੈਸ਼ਲੀ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੂੰ ਹੁਣੇ ਥੋੜੀ ਦੇਰ ਪਹਿਲਾਂ ਹੀ ਕਿਹਾ ਗਿਆ ਸੀ ਟੌਪਿਕ ਤਿਆਰ ਕਰਨ ਦੇ ਲਈ, ਔਰ ਇਹਨਾਂ ਨੇ ਬੜੇ ਵਧੀਆ ਢੰਗ ਦੇ ਨਾਲ ਇਸ ਟੌਪਿਕ ਨੂੰ ਜਿਹੜਾ ਪੇਸ਼ ਕੀਤਾ ਸਾਡੇ ਸਾਹਮਣੇ। ਆਸ ਕਰਦੇ ਹਾਂ ਜ਼ਰੂਰ ਅਸੀਂ ਸਾਰਿਆਂ ਨੇ ਸਿੱਖਿਆ ਵੀ ਹੋਏਗਾ ਜੋ ਇਹਨਾਂ ਨੇ ਸਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ, ਅਸੀਂ ਜ਼ਰੂਰ ਕੁਛ ਨਾ ਕੁਛ ਲਰਨ ਕੀਤਾ ਹੋਏਗਾ। ਸਾਰੇ ਜਣੇ ਪਲੀਜ਼ ਆਪਣੀ ਨੋਟਬੁੱਕ ਦੇ ਵਿੱਚ ਇੱਕ ਕੋਟ ਨੋਟ ਕਰ ਲਓ। ਵੈਸੇ ਅਸੀਂ ਪਿਛਲੇ ਸਾਲ ਜਦੋਂ ਕੈਂਪ ਲਗਾਇਆ ਸੀ ਨਾ, ਇਸ ਕੋਟ ਨੂੰ ਅਸੀਂ ਬੜੀ ਵਾਰੀ ਦੁਹਰਾਇਆ ਸੀ। ਅਸੀਂ 2 ਮਿੰਟ ਲਈ ਚੈਟ ਓਪਨ ਕਰ ਰਹੇ ਹਾਂ, ਜੇ ਕਿਸੇ ਨੂੰ ਯਾਦ ਹੋਵੇ ਰੀਡਰਸ ਬਾਰੇ, ਅਸੀਂ ਜਿੱਦਾਂ ਅੱਜ ਰੀਡਿੰਗ ਦੀ ਗੱਲ ਚੱਲੀ ਹੈ ਤੇ ਰੀਡਿੰਗ ਕਰਨ ਵਾਲਾ ਹੁੰਦਾ ਰੀਡਰ ਬਾਰੇ ਇੱਕ ਫਰਮਾਨ ਸੀ ਜੀ, ਸੌਰੀ ਫਰਮਾਨ ਨਹੀਂ ਸੀ, ਇੱਕ ਕੋਟ ਸੀ, ਕੋਈ ਦੱਸ ਸਕਦੇ ਜੀ ਕਿਹੜਾ ਸੀ? ਵੈਰੀ ਗੁੱਡ, ਬਿਲਕੁਲ ਸਹੀ ਜੀ, ਰੀਡਰਸ ਆਰ ਲੀਡਰਸ। ਸੋ ਅਸੀਂ ਇਹ ਸਪੈਸ਼ਲੀ ਉਦੋਂ ਗੱਲ ਕੀਤੀ ਸੀ ਕਿ ਜਿਹੜੇ ਵੀ ਜ਼ਿੰਦਗੀ ਵਿੱਚ ਅੱਗੇ ਵਧਣਾ ਚਾਹੁੰਦੇ ਨੇ ਉਹ ਹਮੇਸ਼ਾ ਪੜ੍ਹਨਗੇ,
ਕਈ ਬੱਚੇ ਨਾ ਸਵਾਲ ਪੁੱਛਦੇ ਕਹਿੰਦੇ ਅਸੀਂ ਆਪਣੇ ਸਕੂਲ ਦੀਆਂ ਬੁੱਕਸ ਵੀ ਤਾਂ ਪੜ੍ਹਦੇ ਆ, ਸਕੂਲ ਦੀਆਂ ਨੋਟਬੁੱਕਸ ਵੀ ਤਾਂ ਪੜ੍ਹਦੇ ਆ, ਫਿਰ ਉਹ ਵੀ ਤਾਂ ਰੀਡਿੰਗ ਹੀ ਹੋਈ, ਫਿਰ ਇਸ ਰੀਡਿੰਗ ਤੇ ਜਿਹੜੀ ਹੁਣ ਦੱਸੀ ਗਈ ਰੀਡਿੰਗ ਉਹਦੇ ਵਿੱਚ ਫਰਕ ਕੀ ਹੈ? ਕੋਈ ਦੱਸ ਸਕਦਾ ਜੀ? ਹੈਂਡ ਰੇਜ਼ ਕਰੋ ਜੀ। ਸਕੂਲ ਦੀਆਂ ਬੁੱਕਸ ਪੜ੍ਹਨੀਆਂ, ਆਪਣੇ ਸਿਲੇਬਸ ਦੀਆਂ ਬੁੱਕਸ ਪੜ੍ਹਨੀਆਂ, ਤੇ ਜਿੱਦਾਂ ਹੁਣ ਬਹੁਤ ਸਾਰੀਆਂ ਬੁੱਕਸ ਇੰਦਰਪਾਲ ਸਿੰਘ ਜੀ ਨੇ ਦੱਸੀਆਂ ਨੇ, ਉਹਦੇ ਵਿੱਚੋਂ ਕੋਈ ਬੁੱਕ ਉਸ ਤਰ੍ਹਾਂ ਦੀਆਂ ਬੁੱਕਸ ਪੜ੍ਹਨੀਆਂ, ਦੋਨਾਂ ਵਿੱਚ ਕੀ ਫਰਕ ਹੈ? ਵੈਰੀ ਗੁੱਡ। ਹਾਂਜੀ, ਨਵਜੀਤ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਮ ਇਸ ਵਿੱਚ ਇਹ ਡਿਫਰੈਂਸ ਆ ਕਿ ਜਿੱਦਾਂ ਅਸੀਂ ਸਕੂਲ ਦੀਆਂ ਜਿਹੜੀਆਂ ਬੁੱਕਸ ਪੜ੍ਹਦੇ ਆ ਉਸ ਦੇ ਵਿੱਚ ਸਾਨੂੰ ਸਟੱਡੀ ਦੇ ਰਿਲੇਟਡ ਹੀ ਸਭ ਕੁਝ ਸਮਝਾਇਆ ਜਾਂਦਾ ਹੈ। ਉਸ ਦੇ ਵਿੱਚ ਕੋਈ ਵੀ ਦੁਨਿਆਵੀ ਜਿਹੜੀ ਸਟੱਡੀ ਹੈ ਉਹ ਬਹੁਤ ਘੱਟ ਹੁੰਦੀ ਹੈ, ਤੇ ਜਿਹੜੀ ਅਸੀਂ ਉਂਝ ਬੁੱਕਸ ਪੜ੍ਹਦੇ ਹਾਂ ਜਿਵੇਂ ਲਾਇਬ੍ਰੇਰੀ ਦੇ ਵਿੱਚੋਂ ਲੈ ਕੇ ਭਾਈ ਵੀਰ ਸਿੰਘ ਜੀ ਦੀਆਂ, ਭਾਈ ਨਾਨਕ ਸਿੰਘ ਜੀ ਦੀਆਂ, ਏਦਾਂ ਅਸੀਂ ਜਿਹੜੀਆਂ ਬੁੱਕਸ ਪੜ੍ਹਦੇ ਹਾਂ ਇਹਨਾਂ ਦੇ ਵਿੱਚ ਸਾਨੂੰ ਦੁਨਿਆਵੀ ਗਿਆਨ ਵੀ ਦਿੱਤਾ ਜਾਂਦਾ ਹੈ, ਤੇ ਅਸੀਂ ਉਹਨਾਂ ਦੀ ਲਾਈਫ ਦੇ ਐਕਸਪੀਰੀਅੰਸ ਨੂੰ ਪੜ੍ਹਦੇ ਹਾਂ, ਜਿਸ ਨਾਲ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਲਾਈਫ ਨੂੰ ਕਿਸ ਤਰ੍ਹਾਂ ਵਧੀਆ ਤਰੀਕੇ ਦੇ ਨਾਲ ਸਪੈਂਡ ਕਰ ਸਕਦੇ ਹਾਂ। ਬਹੁਤ ਵਧੀਆ ਜੀ। ਇੱਕ ਦੋ ਹੈਂਡ ਰੇਜ਼ ਹੋਰ ਹੈਗੇ ਨੇ, ਅਸੀਂ ਇੱਕ ਸਟੂਡੈਂਟ ਤੋਂ ਹੋਰ ਪੁੱਛਾਂਗੇ। ਹਾਂਜੀ, 10186 10186। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਮੈਮ, ਮੈਂ ਨਾ ਬੁੱਕ ਵਿੱਚੋਂ ਪੜ੍ਹਿਆ ਸੀ ਕਿ ਜੋ ਅਸੀਂ ਸਕੂਲੋਂ ਪੜ੍ਹਦੇ ਹਾਂ ਉਹ ਤਾਂ ਜਦੋਂ ਸਾਡਾ ਕਈ ਵੇਲੇ ਟੈਸਟ ਹੋਵੇ ਅਸੀਂ ਭੁੱਲ ਵੀ ਜਾਂਦੇ ਹਾਂ, ਪਰ ਜੇਕਰ ਅਸੀਂ ਬਾਹਰੋਂ ਵੀ ਸਟੱਡੀ ਕੀਤੀ ਹੋਵੇ ਤਾਂ ਉਹ ਸਾਨੂੰ ਕਦੀ ਵੀ ਨਹੀਂ ਭੁੱਲਦੀ ਹੈਗੀ। ਇਸ ਲਈ ਸਾਨੂੰ ਦੂਸਰੀਆਂ ਬੁੱਕਸ ਵੀ ਪੜ੍ਹਨੀਆਂ ਚਾਹੀਦੀਆਂ ਨੇ ਜੋ ਕਿ ਸਾਡੇ ਸਕੂਲ ਵਿੱਚ ਨਾ ਹੋਣ, ਸਾਡੇ ਸਿਲੇਬਸ ਵਿੱਚ ਨਾ ਹੋਣ। ਬਹੁਤ ਵਧੀਆ ਜੀ। ਸੋ ਆਨਸਰ ਸਾਰਿਆਂ ਦੇ ਕਰੀਬ ਸੇਮ ਨੇ ਔਰ ਵਧੀਆ ਨੇ ਕਿ ਬੁੱਕਸ ਜਿਹੜੀਆਂ ਨੇ, ਇੱਕ ਅਸੀਂ ਪੜ੍ਹਦੇ ਆ ਡਰ ਤੋਂ ਕਿ ਸਾਡਾ ਪੇਪਰ ਹੈ, ਜੇ ਅਸੀਂ ਨਹੀਂ ਪੜਾਂਗੇ ਅਸੀਂ ਫੇਲ ਹੋ ਜਾਵਾਂਗੇ, ਔਰ ਇੱਕ ਅਸੀਂ ਇਸ ਕਰਕੇ ਪੜ੍ਹਦੇ ਆ ਕਿ ਜ਼ਿੰਦਗੀ ਦੇ ਵਿੱਚ ਅਸੀਂ ਤਜਰਬੇ ਕਿੱਦਾਂ ਲਈਏ, ਉਹਨਾਂ ਲੋਕਾਂ ਤੋਂ ਅਸੀਂ ਉਹਨਾਂ ਦਾ ਤਜਰਬਾ ਲੈਣ ਦੇ ਲਈ ਉਹਨਾਂ ਦੀ ਕਿਤਾਬ ਪੜ੍ਹਦੇ ਆ। ਬਹੁਤ ਸਾਰੀ ਕਿਤਾਬਾਂ ਦੁਨੀਆ ਦੇ ਵਿੱਚ ਨੇ ਜਿਹੜਾ ਕਿ ਸਾਨੂੰ ਆਪਣਾ ਬਿਹੇਵੀਅਰ ਚੇਂਜ ਕਰਨ ਦੇ ਲਈ, ਆਪਣੇ ਆਪ ਨੂੰ ਇੰਪਰੂਵ ਕਰਨ ਦੇ ਲਈ, ਔਰ ਸਾਡੇ ਅੰਦਰ ਜਿਹੜੀ ਹੁਣੇ ਗੱਲ ਕੀਤੀ ਗਈ ਸੀ ਨਾ, ਮੈਲ ਨੂੰ ਖਤਮ ਕਰਨ ਦੇ ਲਈ ਬਹੁਤ ਸਹਾਇਕ ਹੁੰਦੀਆਂ ਨੇ। ਜਿਹੜੀਆਂ ਇਹਨਾਂ ਨੇ 2-3 ਬੁੱਕਸ ਦੱਸੀਆਂ ਨੇ, ਦ ਅਲਕੈਮਿਸਟ, ਬਹੁਤ ਹੀ ਕਮਾਲ ਦੀ ਕਿਤਾਬ ਹੈ, ਔਰ ਅਸੀਂ ਇਹਨੂੰ ਗਰੁੱਪ ਦੇ ਵਿੱਚ ਵੀ ਸ਼ੇਅਰ ਕਰਾਂਗੇ। ਜਿਹੜੇ ਵਿਦਿਆਰਥੀ PDF ਦੀ ਪੜ੍ਹਨਾ ਚਾਹਣ ਜ਼ਰੂਰ ਪੜ੍ਹ ਸਕਦੇ ਨੇ, ਔਰ ਜ਼ਰੂਰ ਪੜ੍ਹੋ। ਦੇਖੋ ਹੁਣ ਤੁਹਾਡੇ ਕੋਲ ਟਾਈਮ ਹੈ, ਫਾਈਨਲ ਪੇਪਰ ਖਤਮ ਹੋ ਗਏ, ਇੱਕ ਤਰੀਕੇ ਦੀ ਟੈਨਸ਼ਨ ਫ੍ਰੀ ਹੁੰਦੀ ਹੈ। ਜਿੱਦਾਂ ਆਪਾਂ ਕੀਤਾ ਨਾ ਵੀ ਕਿਤਾਬੀ ਜਿਹੜਾ ਗਿਆਨ ਹੈ, ਪੁਸਤਕਾਂ ਜਿਹੜੀਆਂ ਆਪਾਂ ਸਕੂਲ ਦੀਆਂ ਪੜ੍ਹਦੇ ਆ, ਉਹ ਆਪਣਾ ਮੇਨ ਫੋਕਸ ਕੀ ਹੁੰਦਾ ਪੇਪਰ ਹੋਣ ਤੱਕ ਜ਼ਿਆਦਾਤਰ, ਉਹਦੇ ਵਿੱਚੋਂ ਵੀ ਅਸੀਂ ਬੜਾ ਕੁਝ ਅੱਗੇ ਲੈ ਕੇ ਜਾ ਸਕਦੇ ਹਾਂ। ਉਹਦੇ ਵਿੱਚ ਬਹੁਤ ਵਧੀਆ ਸਟੋਰੀਜ਼ ਹੁੰਦੀਆਂ ਨੇ, ਬਟ ਫਿਰ ਵੀ ਕਿਤੇ ਨਾ ਕਿਤੇ ਸਾਡਾ ਮੋਟਿਵ ਹੁੰਦਾ ਕਿ ਸਾਡੇ ਪੇਪਰ ਵਿੱਚੋਂ ਨੰਬਰ ਵਧੀਆ ਆ ਜਾਣ। ਪਰ ਕੋਸ਼ਿਸ਼ ਕਰੀਏ ਜਦੋਂ ਵੀ ਅਸੀਂ ਕਿਤਾਬ ਪੜ੍ਹੀਏ ਨਾ, ਔਰ ਤੁਸੀਂ ਸਾਰਿਆਂ ਨੇ ਅਸਲ ਵਿਦਿਆ ਕਿਤਾਬ ਦਾ ਨਾਮ ਵੀ ਸੁਣਿਆ ਹੋਏਗਾ, ਪਿਛਲੀ ਵਾਰ ਉਹਦਾ ਰਿਵਿਊ ਵੀ ਕੀਤਾ ਗਿਆ ਸੀ ਕੈਂਪ ਦੇ ਵਿੱਚ। ਔਰ ਅਸਲ ਵਿਦਿਆ ਦੇ ਵਿੱਚ ਜਸਵੰਤ ਸਿੰਘ ਨੇਕੀ ਜੀ ਇੱਕ ਗੱਲ ਕਰਦੇ ਨੇ, ਉਹ ਕਹਿੰਦੇ ਨੇ ਕਿ ਅਸਲ ਗਿਆਨ ਪਤਾ ਕੀ ਹੈ? ਜਦੋਂ ਅਸੀਂ ਕਿਤਾਬ ਪੜ੍ਹਦੇ ਹਾਂ ਅਸਲ ਗੱਲ ਕੀ ਆਉਂਦੀ ਹੈ? ਕਹਿੰਦੇ ਮੇਰੇ ਪਿਤਾ ਜੀ ਨੇ ਮੈਨੂੰ ਸਮਝਾਇਆ ਕਿ ਜਿਹੜੀ ਕਿਤਾਬ ਤਾਂ ਪੜ੍ਹ ਰਹੇ ਆ, ਪਰ ਅਸਲ ਗਿਆਨ ਕੀ ਹੈ ਕਿ ਅਸੀਂ ਉਸ ਤੋਂ ਬਾਹਰ ਵੀ ਕੁਝ ਪੜ੍ਹਨਾ ਹੈ। ਔਰ ਦੂਸਰੀ ਗੱਲ ਉਹ ਕੀ ਕਹਿੰਦੇ ਸੀ? ਕਹਿੰਦੇ ਜਦੋਂ ਆਪਾਂ ਮੰਨ ਲਓ ਕਿ ਕੱਲ ਨੂੰ ਸਾਨੂੰ ਪਤਾ ਹੈ ਕਿ ਟੀਚਰ ਨੇ ਇਹ ਵਾਲਾ ਟੌਪਿਕ ਕਰਵਾਉਣਾ ਹੈ, ਅਸੀਂ ਇੱਕ ਦਿਨ ਪਹਿਲਾਂ ਉਹ ਵਾਲਾ ਟੌਪਿਕ ਪੂਰਾ ਰੀਡ ਕਰਕੇ ਜਾਈਏ। ਜੇ ਅਸੀਂ ਕੱਲ ਜਾਣਾ ਹੈ ਨਾ, ਅਸੀਂ ਥੋੜੇ ਜਿਹੇ ਐਕਸਟਰਾ ਐਫਰਟਸ ਕਰੀਏ। ਹੁਣ ਇਹ ਬੜਾ ਵਧੀਆ ਕੋਟ ਬੋਲਿਆ ਗਿਆ ਸੀ ਕਿ ਜਦੋਂ ਅਸੀਂ ਪੀਸ ਦੇ ਵਿੱਚ ਆਪਣੇ ਜਿਹੜਾ ਪਸੀਨਾ ਬਹਾਨੇ ਆ ਤਾਂ ਵਾਰ ਦੇ ਵਿੱਚ ਅਸੀਂ ਕਦੇ ਹਾਰਾਂਗੇ ਨਹੀਂ। ਯਾਨੀ ਕਿ ਜਦੋਂ ਅਸੀਂ ਪਹਿਲਾਂ ਹੀ ਆਪਣਾ ਕੰਮ ਕੰਪਲੀਟ ਕਰਕੇ ਰੱਖਾਂਗੇ, ਜਦੋਂ ਉਹ ਵਾਲਾ ਸਮਾਂ ਆਏਗਾ ਨਾ, ਅਸੀਂ ਕਦੇ ਡਰਾਂਗੇ ਨਹੀਂ, ਅਸੀਂ ਘਬਰਾਵਾਂਗੇ ਨਹੀਂ, ਅਸੀਂ ਹਾਰਾਂਗੇ ਨਹੀਂ। ਸੋ ਉਹਨਾਂ ਦੇ ਫਾਦਰ ਨੇ ਉਹਨਾਂ ਨੂੰ ਕੀ ਕਿਹਾ? ਕਹਿੰਦੇ ਜੋ ਕੱਲ ਟੀਚਰ ਨੇ ਕਰਵਾਉਣਾ ਹੈ ਨਾ, ਤਾਂ ਉਹ ਇੱਕ ਦਿਨ ਪਹਿਲਾਂ ਜ਼ਰੂਰ ਪੜ੍ਹਿਆ ਹੋਵੇ। ਔਰ ਉਸ ਤੋਂ ਇਲਾਵਾ ਅਸਲ ਗਿਆਨ ਕੀ ਹੈ? ਜਿਹੜਾ ਕਿਤਾਬਾਂ ਤੋਂ ਬਾਹਰ ਦਾ ਗਿਆਨ। ਕੋਈ ਨਵੀਂ ਕਿਤਾਬ ਲੈ ਕੇ ਉਹਨੂੰ ਰੋਜ਼, ਅਸੀਂ ਇਹ ਨਾ ਸੋਚੀਏ ਕਿ ਮੈਂ ਇੱਕ ਵਾਰੀ ਬੁੱਕ ਸ਼ੁਰੂ ਕਰ ਲਈ, ਮੈਂ ਅੱਜ ਹੀ ਇਹਨੂੰ ਖਤਮ ਕਰ ਦੇਣਾ। ਨਹੀਂ, ਅੱਜ ਅਸੀਂ ਭਾਵੇਂ ਏਦਾਂ ਸੋਚ ਲਈਏ ਕਿ ਅੱਜ ਮੈਂ ਇਹਦੇ 2 ਪੇਜਿਸ ਪੜ੍ਹਨੇ ਆ, 3 ਪੇਜਿਸ ਪੜ੍ਹਨੇ ਆ, ਉਹਦੇ ਬੁੱਕ ਮਾਰਕਸ ਹੁੰਦੇ ਆ, ਬੁੱਕ ਮਾਰਕ ਲਗਾ ਲਈਏ। ਜੇ ਅਸੀਂ ਆਨਲਾਈਨ ਪੜ੍ਹ ਰਹੇ ਹਾਂ ਉਹਦੇ ਤੇ ਵੀ ਬੁੱਕ ਮਾਰਕਸ ਲੱਗ ਜਾਂਦੇ ਆ। ਸੋ ਜ਼ਰੂਰ ਅਸੀਂ ਪੜ੍ਹਨ ਦੀ ਹੈਬਿਟ ਪਾਈਏ। ਜਿੰਨਾ ਵੱਧ ਪੜਾਂਗੇ ਉਨਾ ਵੱਧ ਗਿਆਨ ਹੋਏਗਾ, ਤੇ ਜੇ ਗਿਆਨ ਨੂੰ ਅਮਲੀ ਰੂਪ ਵਿੱਚ ਲੈ ਕੇ ਆਵਾਂਗੇ ਤੇ ਤਾਂ ਹੀ ਉਹਦਾ ਫਾਇਦਾ ਹੋਏਗਾ। ਔਰ ਸਭ ਤੋਂ ਮੇਨ ਗੱਲ ਹੈ, ਅਸੀਂ ਗਿਆਨ ਲੈ ਕੇ ਕਈ ਵਾਰੀ ਪਤਾ ਕੀ ਕਰਦੇ ਹਾਂ? ਅਸੀਂ ਬੜਾ ਸਾਰਾ ਗਿਆਨ ਲੈ ਲਿਆ, ਅਸੀਂ ਕੀ ਕਰਦੇ ਹਾਂ? ਹੁਣ ਸੋਚਦੇ ਹਾਂ ਇਹਨੂੰ ਵੰਡ ਦਈਏ, ਇੰਪਲੀਮੈਂਟ ਨਹੀਂ ਕਰਦੇ। ਔਰ ਬੜਾ ਸੋਹਣਾ ਫਰਮਾਨ ਮੈਂ ਬੇਨਤੀ ਕਰਾਂਗੀ ਇੰਦਰਪਾਲ ਸਿੰਘ ਜੀ ਨੂੰ ਉਹ ਵਾਲਾ ਫਰਮਾਨ ਸ਼ੇਅਰ ਕਰਨਗੇ। ਪ੍ਰਥਮੇ ਮਨ ਪ੍ਰਬੁੱਧ ਹੈ ਆਪਣਾ। ਫਰਮਾਨ ਬੜਾ ਪਿਆਰਾ ਹੈ। ਤੁਸੀਂ ਸਾਰਿਆਂ ਨੇ ਨਾ ਜਦੋਂ ਵੀ ਬਾਣੀ ਪੜ੍ਹੀ ਹੈ, ਉਹਨੇ ਬਾਣੀ ਪੜ੍ਹਨ ਦੀ ਗੱਲ ਕੀਤੀ ਸੀ ਨਾ, ਅੰਡਰਸਟੈਂਡਿੰਗ ਗੁਰਬਾਣੀ। ਅੰਡਰਸਟੈਂਡਿੰਗ ਕਿਵੇਂ? ਜਦੋਂ ਅਸੀਂ ਬਾਣੀ ਨੂੰ ਪੜਾਂਗੇ ਪੌਜ਼ ਦੇ ਕੇ ਸਾਨੂੰ ਸਮਝ ਆਏਗਾ ਕਿ ਅਸੀਂ ਕਿਵੇਂ ਪੜ੍ਹਨਾ ਹੈ ਬਾਣੀ ਨੂੰ।
ਸੋ ਇੰਦਰਪਾਲ ਸਿੰਘ ਜੀ ਜਿਹੜੇ ਸਕਰੀਨ ਸ਼ੇਅਰ ਕਰ ਰਹੇ ਨੇ, ਸੋ ਸਾਰਿਆਂ ਨੇ ਇਸ ਫਰਮਾਨ ਨੂੰ ਬੜੇ ਧਿਆਨ ਨਾਲ ਦੇਖਣਾ ਜੀ। ਪ੍ਰਥਮੈ ਮਨ ਪ੍ਰਬੁੱਧੈ ਆਪਣਾ, ਪਾਛੈ ਅਵਰ ਰਿਝਾਵੈ। ਪ੍ਰਥਮ ਦਾ ਕੀ ਮਤਲਬ ਹੁੰਦਾ ਹੈ? ਪ੍ਰਥਮ ਮਤਲਬ ਪਹਿਲਾ। ਸਭ ਤੋਂ ਪਹਿਲਾਂ ਕੀ ਕਰਨਾ ਹੈ? ਆਪਣੇ ਮਨ ਨੂੰ ਪ੍ਰਬੁੱਧਣਾ। ਪ੍ਰਬੁੱਧਣਾ ਮਤਲਬ ਜੋ ਅਸੀਂ ਗੱਲ ਸਿੱਖੀ, ਸਭ ਤੋਂ ਪਹਿਲਾਂ ਉਹ ਆਪਣੇ ਆਪ ਤੇ ਇੰਪਲੀਮੈਂਟ ਕਰੀਏ। ਮੈਂ ਆਪਣੇ ਆਪ ਨੂੰ ਉਹਦੇ ਅਕੋਰਡਿੰਗ ਚੇਂਜ ਕੀਤਾ, ਮੈਨੂੰ ਪਤਾ ਲੱਗ ਗਿਆ ਕਿ ਇਹ ਚੀਜ਼ ਚੰਗੀ ਹੈ, ਇਹ ਗੱਲ ਚੰਗੀ ਹੈ। ਮੈਂ ਕੈਂਪ ਵਿੱਚੋਂ ਵੀ ਸਿੱਖ ਲਿਆ, ਮੈਂ ਕਿਤਾਬ ਵਿੱਚੋਂ ਵੀ ਪੜ੍ਹ ਲਿਆ, ਮੈਂ ਸਭ ਦੀ ਗੱਲ ਸੁਣ ਲਈ ਕਿ ਇਹ ਗੱਲ ਤਾਂ ਬਹੁਤ ਵਧੀਆ ਹੈ, ਪਰ ਮੈਂ ਆਪਣੇ ਆਪ ਨੂੰ ਚੇਂਜ ਹੀ ਨਹੀਂ ਕੀਤਾ। ਪਰ ਮੈਂ ਦੂਜਿਆਂ ਨੂੰ ਕਹਿੰਦਾ ਤੂੰ ਕਰਿਆ ਕਰ, ਤੂੰ ਏਦਾਂ ਕਰਿਆ ਕਰ, ਤੂੰ ਏਦਾਂ ਕਰਿਆ ਕਰ। ਏਦਾਂ ਕਦੇ ਨਹੀਂ ਹੋਏਗਾ। ਸੋ ਸਭ ਤੋਂ ਇੰਪੋਰਟੈਂਟ ਕੀ ਹੈ? ਪ੍ਰਥਮੈ ਮਨ ਪ੍ਰਬੁੱਧ ਹੈ ਆਪਣਾ। ਸਭ ਤੋਂ ਪਹਿਲਾਂ ਆਪਣੇ ਮਨ ਨੂੰ ਚੇਂਜ ਕਰਨਾ, ਪਾਛੈ ਅਵਰ ਰਿਝਾਵੈ। ਉਸ ਤੋਂ ਬਾਅਦ ਅਸੀਂ ਕਿਸੇ ਦੂਸਰੇ ਨੂੰ ਗਿਆਨ ਦੇਣਾ। ਔਰ ਇਹ ਜਿਹੜੇ ਦੂਸਰੇ ਨੂੰ ਜਦੋਂ ਗਿਆਨ ਦਿੱਤਾ ਜਾਂਦਾ ਨਾ, ਉਹ ਅਸਰ ਤਾਂ ਹੀ ਕਰਦਾ ਹੈ ਜਦੋਂ ਅਸੀਂ ਸਭ ਤੋਂ ਪਹਿਲਾਂ ਕੀ ਕਰੀਏ? ਆਪਣੇ ਆਪ ਦੇ ਉੱਪਰ ਇਹ ਚੀਜ਼ ਨੂੰ ਲੈ ਕੇ ਆਈਏ, ਆਪਣੇ ਲਾਈਫ ਦੇ ਵਿੱਚ ਉਹਨੂੰ ਇੰਪਲੀਮੈਂਟ ਕਰੀਏ। ਇਸੇ ਕਰਕੇ ਬਾਰ-ਬਾਰ ਗੱਲ ਕੀਤੀ ਜਾਂਦੀ ਹੈ ਕਿ ਜੋ ਵੀ ਕੈਂਪ ਦੇ ਵਿੱਚ ਸਿੱਖੀਏ, ਆਪਣੀ ਲਾਈਫ ਦੇ ਵਿੱਚ ਉਹਨੂੰ ਲੈ ਕੇ ਆਈਏ। ਹਾਂਜੀ, 2-4 ਬੱਚਿਆਂ ਦੇ ਹੈਂਡ ਰੇਜ਼ ਹੈਗੇ ਨੇ, ਅਸੀਂ ਪਹਿਲਾਂ ਉਹਨਾਂ ਦੀ ਗੱਲ ਸੁਣਨਾ ਚਾਹਾਂਗੇ, ਸ਼ਾਇਦ ਉਹਨਾਂ ਨੇ ਵੀ ਰੀਡਿੰਗ ਬਾਰੇ ਕੁਝ ਕਹਿਣਾ ਹੋਏਗਾ। ਹਾਂਜੀ, ਸਭ ਤੋਂ ਪਹਿਲਾਂ ਪ੍ਰਭਜੋਤ ਕੌਰ ਜੀ 16170। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਤਾਬ ਚ ਅਸੀਂ ਸਕੂਲ ਦਾ ਗਿਆਨ ਹੀ ਹਾਸਲ ਕਰ ਸਕਦੇ ਹਾਂ, ਪਰ ਬਾਹਰ ਦੀਆਂ ਕਿਤਾਬਾਂ ਚ ਸਾਰੇ ਸੰਸਾਰ ਬਾਰੇ, ਇਤਿਹਾਸ ਬਾਰੇ, ਜਨਰਲ ਨੌਲੇਜ ਬਾਰੇ, ਬਾਹਰਲੀ ਤੇ ਅੰਦਰੂਨੀ ਗਿਆਨ ਦੀ ਪ੍ਰਾਪਤੀ ਕਰ ਸਕਦੇ ਹਾਂ। ਆਪਣੇ ਅੰਦਰ ਦੀ ਤਾਕਤ, ਵਿਸ਼ਵਾਸ ਚ ਵਾਧਾ ਕਰ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਬਹੁਤ ਵਧੀਆ ਜੀ। ਹਾਂਜੀ, ਅਨਮੋਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਬੜਾ ਹੀ ਵਧੀਆ ਜਿਹੜਾ ਵਿਸ਼ਾ ਚੱਲ ਰਿਹਾ ਸੀ ਵੀਰ ਜੀ ਵੱਲੋਂ। ਉਸ ਤੋਂ ਬਾਅਦ ਮੈਂ ਜੋ ਕਹਿਣਾ ਚਾਹੂੰਗਾ, ਸਭ ਤੋਂ ਪਹਿਲਾਂ ਤਾਂ ਵਧਾਈ ਦੇ ਪਾਤਰ ਅਸੀਂ ਸਾਰੇ ਕਿ ਅਸੀਂ 350 ਦੇ ਕਰੀਬ ਜਿਹੜੇ ਹੈਗੇ ਪਾਰਟਿਸਪੇਟ ਜੁੜੇ ਆ, ਤੇ ਅਸੀਂ ਕੁਝ ਖਾਸ ਸਟੂਡੈਂਟ ਹੈਗੇ। ਅਸੀਂ ਆਪਣੇ ਆਪ ਨੂੰ ਖਾਸ ਸਮਝੀਏ ਕਿਉਂਕਿ ਕਿੰਨੇ ਸਟੂਡੈਂਟ ਹੈਗੇ ਪੰਜਾਬ ਦੇ ਵਿੱਚ, ਪਰ ਅਸੀਂ 350 ਬੱਚੇ ਆ ਜਿਹੜੇ ਇਹ ਮਲਾਈ ਜਿਹੜੀ ਉੱਪਰ ਦੁੱਧ ਦੇ ਜਿਵੇਂ ਆ ਜਾਂਦੀ, ਉਵੇਂ ਅਸੀਂ ਕੈਂਪ ਲਾ ਰਹੇ ਹਾਂ, ਕੁਝ ਸਿੱਖਦੇ ਹਾਂ। ਇਹਦੇ ਲਈ ਅਸੀਂ ਵਧਾਈ ਦੇ ਪਾਤਰ ਹਾਂ। ਤੇ ਇੱਕ ਉਸ ਤੋਂ ਬਾਅਦ ਜਸਪ੍ਰੀਤ ਭੈਣ ਜੀ ਨੇ ਇੱਕ ਗੱਲ ਸ਼ੇਅਰ ਕੀਤੀ ਸੀ ਕਿ ਰੀਡਰਸ ਆਰ ਲੀਡਰ। ਜਿਹੜੇ ਰੀਡਰ ਹੁੰਦੇ ਆ ਉਹ ਲੀਡਰ ਹੁੰਦੇ ਆ। ਤੇ ਜੋ ਮੇਰਾ ਸੁਝਾਅ ਸੀਗਾ ਇਹਦੇ ਨਾਲ ਸੰਬੰਧਿਤ ਕਿ ਆਪਾਂ ਜਦੋਂ ਗੱਲ ਸੁਣਦੇ ਆ ਨਾ, ਆਪਾਂ ਕਹਿੰਦੇ ਨੇ ਯਾਰ ਉਹ ਤਾਂ ਲੀਡਰ ਬੰਦਾ, ਉਹ ਲੀਡਰ ਬੰਦੇ ਆ, ਉਹ ਸਾਡੀ ਗੱਲ ਕਿੱਥੇ ਸੁਣਦੇ ਆ ਨਾ। ਫਿਰ ਆਪਾਂ ਕਹਿੰਦੇ ਨੇ ਅੱਜ ਕੱਲ੍ਹ ਦੇ ਲੀਡਰ ਆ ਸਾਡੇ ਰਿਸ਼ਵਤਖੋਰ ਆ ਜਾਂ ਵਗੈਰਾ ਵਗੈਰਾ ਆਪਾਂ ਬੋਲਦੇ ਹਾਂ। ਇੱਕ ਗੱਲ ਦਾ ਅਸੀਂ ਧਿਆਨ ਰੱਖੀਏ ਕਿ ਲੀਡਰਸ ਆਰ ਲੀਡਰ। ਅਸੀਂ ਜੇ ਲੀਡਰ ਆ ਨਾ ਤਾਂ ਅਸੀਂ ਇੱਕ ਚੰਗੇ ਲੀਡਰ ਬਣਨਾ, ਕਿਉਂਕਿ ਲੀਡਰ ਵੀ 2 ਤਰ੍ਹਾਂ ਦੇ ਹੁੰਦੇ ਆ। ਸਾਡੇ ਮਨ ਦੇ ਵਿੱਚ ਹਮੇਸ਼ਾ ਲੀਡਰ ਕਹਿ ਦਿੰਦੇ ਆ ਤਾਂ ਸਾਡੇ ਮਨ ਦੇ ਵਿੱਚ ਇਹੀ ਚੀਜ਼ ਆ ਜਾਂਦੀ ਹੈਗੀ ਆ ਵੀ ਭਾਈ ਲੀਡਰ ਜਿਹੜੇ ਹੁੰਦੇ ਆ ਉਹ ਮਾੜੇ ਹੀ ਹੁੰਦੇ ਆ, ਰਿਸ਼ਵਤਖੋਰੀ ਹੁੰਦੇ ਆ ਜਾਂ ਉਹ ਬੇਈਮਾਨ ਹੀ ਹੁੰਦੇ ਆ। ਪਰ ਅਸੀਂ ਧਿਆਨ ਰੱਖੀਏ ਕਿ ਅਸੀਂ ਜੇ ਇੱਕ ਚੰਗੇ ਲੀਡਰ ਆ ਨਾ ਤਾਂ ਅਸੀਂ ਇੱਕ ਚੰਗੇ ਲੀਡਰ ਵੀ ਬਣਨਾ। ਅਸੀਂ ਉਹਨਾਂ ਲੀਡਰਾਂ ਵਾਂਗੂ ਨਹੀਂ ਬਣਨਾ, ਕਿਉਂਕਿ ਲੀਡਰ ਜਦੋਂ ਆਪਾਂ ਗੱਲ ਕਰਦੇ ਹਾਂ ਫਿਰ ਕਹਿੰਦੇ ਹਾਂ, ਜਦੋਂ ਲੀਡਰ ਦੀ ਗੱਲ ਕਰਦੇ ਹਾਂ ਸਾਡੇ ਮਨ ਦੇ ਵਿੱਚ ਬੇਈਮਾਨੀ, ਰਿਸ਼ਵਤਖੋਰੀ ਇਹੀ ਮੂਹਰੇ ਆ ਜਾਂਦਾ ਵੀ ਭਾਈ ਉਹ ਤੇ ਇੱਦਾਂ ਦੇ ਹੁੰਦੇ ਆ। ਪਰ ਅਸੀਂ ਇਸ ਗੱਲ ਨੂੰ ਧਿਆਨ ਵਿੱਚ ਰੱਖੀਏ ਕਿ ਜੇ ਅਸੀਂ 350 ਦੇ ਵਿੱਚੋਂ ਇੱਕ ਸਟੂਡੈਂਟ ਹੈਗੇ ਆ ਨਾ ਕੈਂਪ ਦੇ, ਤਾਂ ਅਸੀਂ ਵਾਅਦਾ ਕਰਾਂਗੇ ਕਿ ਅਸੀਂ ਸੱਚੇ ਲੀਡਰ ਬਣਾਂਗੇ, ਇਮਾਨਦਾਰ ਤੇ ਇੱਕ ਬਿਨਾਂ ਰਿਸ਼ਵਤ ਲਈ ਅਜਿਹੇ ਕੰਮ ਕਰਾਂਗੇ, ਚੰਗੇ ਕੰਮ ਕਰਾਂਗੇ। ਲੋਕ ਕਹਿਣਗੇ ਕਿ ਜਿਹੜੇ ਲੀਡਰ ਹੁੰਦੇ ਆ ਉਹ ਲੀਡਰ ਇੱਕੋ ਜਿਹੇ ਨਹੀਂ ਹੁੰਦੇ ਸਰ। ਸੋ ਇੰਨਾ ਕਹਿੰਦਾ ਹੋਇਆ ਮੈਂ ਫਤਿਹ ਦੀ ਸਾਂਝ ਪਾਵਾਂਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜੀ। ਔਰ ਇਹਨਾਂ ਨੇ ਬੜੀ ਵਧੀਆ ਗੱਲ ਕੀਤੀ ਕਿ ਲੀਡਰਸ ਹੈ ਨਾ ਵੀ ਕੌਣ ਹੁੰਦਾ ਹੈ। ਔਰ ਇੱਥੇ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਨਾ, ਰੀਡਰਸ ਆਰ ਲੀਡਰਸ, ਇੱਥੇ ਲੀਡਰ ਦਾ ਮਤਲਬ ਹੈ ਜਿਹੜਾ ਲੀਡ ਕਰ ਰਿਹਾ। ਹੋ ਸਕਦਾ ਕਿ ਅਸੀਂ ਆਪਣੇ ਭੈਣ ਭਰਾਵਾਂ ਦੇ ਵਿੱਚ ਲੀਡ ਕਰ ਰਹੇ ਹਾਂ। ਲੀਡ ਕਰਨ ਦਾ ਮਤਲਬ ਅਸੀਂ ਕਿਸੇ ਦੂਸਰੇ ਨੂੰ ਗਾਈਡ ਕਰ ਸਕਦੇ ਹਾਂ, ਅਸੀਂ ਕਿਸੇ ਦੂਸਰੇ ਨੂੰ ਨਾਲ ਲੈ ਕੇ ਕਿੱਦਾਂ ਚੱਲਣਾ ਹੈ, ਅਸੀਂ ਚੰਗਾ ਸਮਾਜ ਸਿਰਜਣਾ ਹੈ ਤਾਂ ਉਹਦੇ ਵਾਸਤੇ ਇੱਕ ਚੰਗਾ ਲੀਡਰ ਹੋਣਾ ਪੈਣਾ ਹੈ। ਲੀਡਰ ਕੀ ਕਰੇਗਾ? ਉਹ ਦੂਸਰਿਆਂ ਨੂੰ ਵੀ, ਅਸੀਂ ਪਹਿਲਾਂ ਹੁਣੇ ਗੱਲ ਕੀਤੀ ਨਾ ਇੰਪਲੀਮੈਂਟ ਕਰਨ ਦੀ, ਪਹਿਲਾਂ ਉਹ ਆਪਣੇ ਆਪ ਵਿੱਚ ਇੰਪਲੀਮੈਂਟ ਕਰੇਗਾ, ਫਿਰ ਉਹ ਦੂਸਰਿਆਂ ਨਾਲ ਸ਼ੇਅਰ ਕਰੇਗਾ। ਔਰ ਉਹਦੇ ਨਾਲ ਕੀ ਹੈ, ਉਹਨੂੰ ਬਾਰ-ਬਾਰ ਇਹ ਨਹੀਂ ਇੱਕ ਵਾਰੀ ਕਹਿਤਾ ਤੂੰ ਨਹੀਂ ਕੀਤਾ ਫਿਰ ਉਹਨੂੰ ਨਾਲ ਗੁੱਸਾ ਕਰ ਦੇਣਾ, ਤੂੰ ਆ ਨਹੀਂ ਕੀਤਾ, ਤੂੰ ਏਦਾਂ ਨਹੀਂ ਕੀਤਾ। ਉਹਨੂੰ ਮੋਲਡ ਕਰਨ ਦੀ ਕੋਸ਼ਿਸ਼ ਕਰੇਗਾ, ਚੰਗੇ ਪਾਸੇ ਵੱਲ ਲੈ ਕੇ ਜਾਣ ਦੀ ਕੋਸ਼ਿਸ਼ ਕਰੇਗਾ। ਬਹੁਤ ਧੰਨਵਾਦ ਜੀ ਅਨਮੋਲਦੀਪ ਸਿੰਘ ਜੀ ਦਾ। ਹਾਂਜੀ, ਗੁਰਲੀਨ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਮੈਮ ਮੈਂ ਇੱਕ ਬੁੱਕ ਪੜ੍ਹੀ ਸੀ, ਮੈਂ ਉਸ ਦੇ ਵਿੱਚੋਂ ਕੁਝ ਥਿੰਗਸ ਨੋਟ ਕੀਤੇ ਕਿ ਮੈਂ ਉਹ ਸ਼ੇਅਰ ਕਰ ਸਕਦੀ ਹਾਂ। ਹਾਂਜੀ, ਕਿਹੜੀ ਕਿਤਾਬ ਪੜ੍ਹੀ ਸੀ ਜੀ ਤੁਸੀਂ? ਮੈਮ 5 ਸਿਤਾਰੇ ਵਾਲੇ ਸਰਦਾਰ ਅਰਜਨ ਸਿੰਘ ਜੀ। ਹਾਂਜੀ ਜ਼ਰੂਰ ਜੀ, ਜੋ ਚੰਗੀਆਂ ਗੱਲਾਂ ਤੁਸੀਂ ਸ਼ੇਅਰ ਕਰ ਸਕਦੇ ਹੋ। ਇਸ ਕਿਤਾਬ ਦੇ ਵਿੱਚ ਇਹ ਲਿਖਿਆ ਸੀ ਕਿ ਸੰਸਾਰ ਦੇ ਵਿੱਚ ਇਹੋ ਜਿਹੀਆਂ ਸ਼ਖਸੀਅਤਾਂ ਬਹੁਤ ਹੀ ਘੱਟ ਹੁੰਦੀਆਂ ਜਾ ਰਹੀਆਂ ਹਨ ਜਿਨ੍ਹਾਂ ਨੂੰ ਜਿਉਂਦੇ ਜੀ ਵੀ ਸਨਮਾਨ ਮਿਲੇ ਅਤੇ ਮਰਨ ਉਪਰੰਤ ਵੀ ਸਨਮਾਨ ਮਿਲੇ। ਇਹੋ ਜਿਹੀਆਂ ਸ਼ਖਸੀਅਤਾਂ ਦੇ ਮਾਲਕ ਹਨ ਭਾਰਤੀ ਹਵਾਈ ਸੈਨਾ ਦੇ ਮੁਖੀ ਅਰਜਨ ਸਿੰਘ ਜੀ, ਜਿਨ੍ਹਾਂ ਦਾ ਜਨਮ 15 ਅਪ੍ਰੈਲ 1919 ਈਸਵੀ ਨੂੰ ਲਾਇਲਪੁਰ ਵਿਖੇ ਹੁਣ ਇਹ ਫੈਸਲਾਬਾਦ ਪਾਕਿਸਤਾਨ ਵਿੱਚ ਮੌਜੂਦ ਹੈ। ਉਹ ਭਾਰਤੀ ਹਵਾਈ ਸੈਨਾ ਦੇ ਇੱਕ ਅਫਸਰ ਸਨ। ਬਹੁਤ ਧੰਨਵਾਦ ਜੀ, ਤਰੱਕੀ ਬਹੁਤ ਦੇ ਧੰਨਵਾਦ। ਪਰ ਇੱਕ ਗੱਲ ਹਮੇਸ਼ਾ ਰੱਖੀਏ ਯਾਦ ਕਿ ਜਦੋਂ ਅਸੀਂ ਕਿਤਾਬ ਦਾ ਹੁਣੇ ਗੱਲ ਕੀਤੀ ਗਈ ਸੀ ਨਾ ਕਿ ਚੰਗੀ ਕਿਤਾਬ ਪੜ੍ਹਨ ਦੇ ਲਈ ਸਭ ਤੋਂ ਪਹਿਲਾਂ ਕੀ ਕਰੀਏ, ਇੱਕ ਤਾਂ ਉਹਨੂੰ ਹਾਈਲਾਈਟ ਕਰੀਏ। ਹਾਈਲਾਈਟ ਕਰਨ ਦੇ ਨਾਲ ਕੀ ਹੋਏਗਾ ਕਿ ਅਸੀਂ ਮੇਨ ਗੱਲ ਦੇ ਉੱਪਰ ਹਮੇਸ਼ਾ ਫੋਕਸ ਕਰਾਂਗੇ, ਹੈ ਨਾ। ਹੁਣ ਮੇਨ ਗੱਲ ਕੀ ਹੈ ਕਿ ਉਹਨਾਂ ਦੇ ਜੀਵਨ ਤੋਂ ਅਸੀਂ ਕੀ ਸਿੱਖਿਆ। ਮੇਨ ਗੱਲ ਕੀ ਹੈ, ਮੇਨ ਇਹ ਨਹੀਂ ਹੋਏਗਾ ਕਿ ਉਹਨਾਂ ਦਾ ਜਨਮ ਕਿੱਥੇ ਹੋਇਆ, ਮੇਨ ਇਹ ਹੈ ਕਿ ਉਹਨਾਂ ਨੇ ਜਨਮ ਤੋਂ ਬਾਅਦ ਸਾਨੂੰ ਕੀ ਦਿੱਤਾ, ਹੈ ਨਾ, ਸਾਡੇ ਸਮਾਜ ਲਈ ਕੀ ਕੀਤਾ। ਸੋ ਜਿਹੜੇ ਪੁਆਇੰਟਸ ਇੰਦਰਪਾਲ ਸਿੰਘ ਜੀ ਨੇ ਸਾਡੇ ਨਾਲ ਸ਼ੇਅਰ ਕੀਤੇ ਨਾ, ਹਾਈਲਾਈਟ ਕਰਨ ਦੇ, ਅੰਡਰਲਾਈਨ ਕਰਨ ਦੇ, ਨੋਟਸ ਲੈਣ ਦੇ, ਰਿਵਿਊ ਲਿਖਣ ਦੇ, ਇਹ ਜ਼ਰੂਰ ਕਰੀਏ। ਕੋਈ ਵੀ ਕਿਤਾਬ ਪੜ੍ਹੀਏ ਸੋ ਇਹਨਾਂ ਚੀਜ਼ਾਂ ਦਾ ਖਾਸ ਧਿਆਨ ਰੱਖੀਏ ਕਿ ਕੀ ਅਸੀਂ ਨੋਟਸ ਲੈ ਰਹੇ ਹਾਂ ਜਾਂ ਕਿ ਜੋ ਉਹਦੇ ਚੋਂ ਚੰਗਾ ਲੱਗਿਆ ਅਸੀਂ ਉਹਨੂੰ ਆਪਣੇ ਨੋਟਸ ਲੈ ਕੇ ਔਰ ਉਸ ਤੋਂ ਬਾਅਦ ਉਹਨੂੰ ਆਪਣੀ ਲਾਈਫ ਵਿੱਚ ਲੈ ਕੇ ਆ ਰਹੇ ਹਾਂ। ਬਹੁਤ ਧੰਨਵਾਦ ਜੀ ਕਿ ਤੁਸੀਂ ਕਿਤਾਬ ਪੜ੍ਹੀ ਹੈ ਤੇ ਉਹਦੇ ਬਾਰੇ ਥੋੜਾ ਸਾਨੂੰ ਜਾਣਕਾਰੀ ਦਿੱਤੀ ਹੈ ਜੀ। ਹਾਂਜੀ, ਮਨਦੀਪ ਕੌਰ ਜੀ ਪਟਿਆਲਾ ਤੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਕਹਿਣਾ ਚਾਹੁੰਦੀ ਹਾਂ ਕਿ ਸਾਨੂੰ ਜਿਹੜੀਆਂ ਕੋਈ ਨਾ ਕੋਈ ਬੁੱਕਸ ਪੜ੍ਹਦੇ ਰਹਿਣਾ ਚਾਹੀਦਾ ਹੈ। ਸਕੂਲੀ ਜਿਹੜਾ ਗਿਆਨ ਹੈਗਾ, ਬੁੱਕਸ ਹੈਗੀਆਂ ਨੇ, ਉਹਨਾਂ ਤੋਂ ਇਲਾਵਾ ਵੀ ਸਾਨੂੰ ਹੋਰ ਵੀ ਬੁੱਕਸ ਪੜ੍ਹਨੀਆਂ ਚਾਹੀਦੀਆਂ ਨੇ। ਮੈਮ ਮੇਰੀ ਇੱਕ ਬੇਨਤੀ ਸੀ ਕਿ ਆਪ ਜੀ ਇੱਕ ਬੁੱਕ ਹੈਗੀ ਹੈ, ਮੈਂ ਥੋੜਾ ਜਿਹਾ ਫਸਟ 2-3 ਪੇਜ ਹੀ ਪੜ੍ਹੇ ਸੀ। ਉਹ ਬੁੱਕ ਹੈਗੀ ਸੀ ਜੀ ਹਾਰਡ ਵਰਕ ਨੈਵਰ ਫੇਲਸ। ਕੀ ਤੁਸੀਂ ਇਸ ਦੀ PDF ਗਰੁੱਪ ਵਿੱਚ ਸੈਂਡ ਕਰ ਸਕਦੇ ਹੋ ਜੀ? ਹਾਂਜੀ ਜ਼ਰੂਰ ਜੀ, ਪਰ ਪਹਿਲਾਂ ਅਸੀਂ ਇਹ ਸੋਚ ਰਹੇ ਸੀ ਕਿ ਹੁਣ ਅਸੀਂ ਨਾ, ਅਗਰ ਜਿਹੜੇ ਵਿਦਿਆਰਥੀ ਪੜ੍ਹਨ ਦੇ ਇੱਛੁਕ ਹੈਗੇ ਨੇ, ਕਿਤਾਬਾਂ ਪੜ੍ਹਨ ਦੇ, ਔਰ ਉਹਨਾਂ ਨੂੰ ਲੱਗਦਾ ਹੈ ਕਿ ਸਾਨੂੰ ਕਿਤਾਬ ਨਹੀਂ ਲੱਭ ਰਹੀ ਜਾਂ ਸਾਨੂੰ ਕਿਤਾਬ ਚਾਹੀਦੀ ਹੈ, ਉਹਦੇ ਵਾਸਤੇ ਅਸੀਂ ਬੇਨਤੀ ਕਰਾਂਗੇ ਸਾਨੂੰ ਮੈਸੇਜ ਕਰ ਦਿਆ ਕਰੋ। ਅਸੀਂ ਕੋਸ਼ਿਸ਼ ਕਰਿਆ ਕਰਾਂਗੇ ਕਿ ਜੋ ਕਿਤਾਬ ਤੁਹਾਨੂੰ ਚਾਹੀਦੀ ਹੋਵੇ ਉਹ ਤੁਹਾਨੂੰ ਦਿੱਤੀ ਜਾ ਸਕੇ। ਔਰ ਇੱਕ ਗੱਲ ਅਸੀਂ ਇੱਕ ਹੋਰ ਕਰਨ ਲੱਗੇ ਹਾਂ ਜੀ ਕਿ ਮੰਥ ਵਿੱਚ ਇੱਕ ਕਿਤਾਬ ਅਸੀਂ ਹਰ ਪਹਿਲੀ ਤਰੀਕ ਨੂੰ ਗਰੁੱਪ ਵਿੱਚ ਪਾ ਦਿਆ ਕਰੀਏ। ਤੁਹਾਡੇ ਕੋਲ ਪੂਰਾ ਮਹੀਨਾ ਹੋਵੇ ਤੇ ਤੁਸੀਂ ਕੋਸ਼ਿਸ਼ ਕਰੋ ਕਿ ਮਹੀਨੇ ਦੇ ਵਿੱਚ ਕਿਤਾਬ ਨੂੰ ਪੂਰਾ ਕਰ ਲਓ। ਜਿਵੇਂ ਅੱਜ 1 ਤਰੀਕ ਹੈ, ਸੋ ਅਸੀਂ ਕੋਸ਼ਿਸ਼ ਕਰਾਂਗੇ ਅੱਜ ਜਿਹੜੀ ਸਭ ਤੋਂ ਪਹਿਲੀ ਕਿਤਾਬ ਹੈ, ਸਾਡੀ ਕੋਸ਼ਿਸ਼ ਹੋਏਗੀ ਅਸਲ ਵਿਦਿਆ ਕਿਤਾਬ ਜਿਹੜੀ ਹੈ ਉਹ ਅਸੀਂ ਗਰੁੱਪ ਦੇ ਵਿੱਚ ਪਾ ਦੇਵਾਂਗੇ ਤਾਂ ਕਿ ਸਭ ਤੋਂ ਪਹਿਲਾਂ ਅਸੀਂ ਇਹਨੂੰ ਕਿਤਾਬ ਨੂੰ ਪੜ੍ਹੀਏ, ਫਿਰ ਇਹਦੇ ਵਿੱਚ ਦੇਖੀਏ ਕਿ ਅਸੀਂ ਅਸਲ ਗਿਆਨ ਕਿਹੜਾ ਲੈਣਾ। ਉਸ ਤੋਂ ਬਾਅਦ ਆਪਾਂ ਨੈਕਸਟ ਮੰਥ 1 ਮਈ ਨੂੰ ਜਿਹੜੀ ਅਗਲੀ ਕਿਤਾਬ ਗਰੁੱਪ ਦੇ ਵਿੱਚ ਸਾਰੇ ਵਿਦਿਆਰਥੀਆਂ ਲਈ PDF ਜਿਹੜੀ ਉਹ ਸ਼ੇਅਰ ਕਰਿਆ ਕਰਾਂਗੇ। ਪਰ ਸਾਰੇ ਵਿਦਿਆਰਥੀਆਂ ਨੂੰ ਮੈਂ ਇੱਕ ਬੇਨਤੀ ਵੀ ਕਰਾਂਗੀ, ਜਿੱਥੇ ਅਸੀਂ ਕਿਤਾਬਾਂ ਪੜ੍ਹਨ ਦਾ ਇੱਕ ਨਵਾਂ ਸ਼ੌਂਕ ਵੀ ਪੈਦਾ ਕਰਨਾ ਹੈ, ਜਿਨ੍ਹਾਂ ਕੋਲ ਨਹੀਂ ਇਹ ਸ਼ੌਂਕ ਹੈਗਾ। ਹੌਬੀਜ਼ ਹੁੰਦੀਆਂ ਨਾ ਸਾਡੇ ਸਾਰਿਆਂ ਦੀਆਂ, ਕੋਈ ਕਹਿੰਦਾ ਮੈਨੂੰ ਗਾਰਡਨਿੰਗ ਪਸੰਦ ਹੈ, ਕਿਸੇ ਨੂੰ ਕੁਕਿੰਗ ਪਸੰਦ ਹੁੰਦੀ, ਕਿਸੇ ਨੂੰ ਵਿਹਲਾ ਪੈਣਾ ਪਸੰਦ ਹੁੰਦਾ ਨਾ, ਕਿ ਕੁਝ ਨਹੀਂ ਕਰਨਾ ਜੀ, ਵਿਹਲੇ ਹੀ ਪੈਣਾ। ਕਈਆਂ ਨੇ ਆਪਣਾ ਲਾਕਡਾਊਨ ਐਵੇਂ ਬਿਤਾਇਆ, ਪੁੱਛ ਲਓ ਕੀ ਕੀਤਾ, ਕੁਛ ਨਹੀਂ ਜੀ, ਬਸ ਐਵੇਂ ਜੀ। ਪਰ ਕਈਆਂ ਨੇ ਬਹੁਤ ਵਧੀਆ ਆਪਣਾ ਟਾਈਮ ਬਿਤਾਇਆ ਔਰ ਇੰਨਾ ਕੁ ਕੀਤਾ, ਜਿਵੇਂ ਹੁਣ ਅਸੀਂ ਅੱਜ ਅਨਮੋਲਦੀਪ ਕੌਰ ਜੀ ਦਾ ਸੁਣਿਆ ਸੀ ਕਿ ਕਿੱਦਾਂ ਉਹਨਾਂ ਨੇ ਆਪਣੀ ਲਾਈਫ ਨੂੰ ਚੇਂਜ ਕੀਤਾ ਇਸ ਪੀਰੀਅਡ ਦੇ ਵਿੱਚ। ਸੋ ਅਸੀਂ ਉਹ ਬਣਨਾ ਹੈ, ਅਸੀਂ ਏਦਾਂ ਦੇ ਲੀਡਰ ਬਣਨੇ ਜਿਹੜੇ ਆਪਣੀ ਲਾਈਫ ਵੀ ਚੇਂਜ ਕਰਾਂਗੇ, ਚੰਗੇ ਪਾਸੇ ਲੈ ਕੇ ਜਾਵਾਂਗੇ, ਪੋਜ਼ਿਟਿਵ ਵਿਚਾਰਾਂ ਨਾਲ ਅੱਗੇ ਵਧਾਂਗੇ ਤੇ ਇਸੇ ਤਰ੍ਹਾਂ ਹੀ ਆਪਣੇ ਆਲੇ ਦੁਆਲੇ ਏਦਾਂ ਦਾ ਮਾਹੌਲ ਬਣਾਵਾਂਗੇ ਕਿ ਹਰ ਕੋਈ ਕਵੇ ਮੈਂ ਇਹਦੇ ਵਰਗਾ ਬਣਾ। ਇਸ ਕਰਕੇ ਜ਼ਰੂਰ ਇਸ ਗੱਲ ਵੱਲ ਅਸੀਂ ਖਾਸ ਧਿਆਨ ਦੇਣਾ ਹੈ ਕਿ ਜਦੋਂ ਵੀ ਅਸੀਂ ਸਾਹਿਤ ਪੜ੍ਹਨਾ ਹੈ, ਜਦੋਂ ਵੀ ਅਸੀਂ ਕਿਤਾਬਾਂ ਪੜ੍ਹਨੀਆਂ, ਹਰ ਚੀਜ਼ ਚੰਗੀ ਵੀ ਹੁੰਦੀ ਹੈ ਤੇ ਮਾੜੀ ਵੀ ਹੁੰਦੀ ਹੈ। ਚੰਗੇ ਸਾਹਿਤ ਨੂੰ ਪ੍ਰੈਫਰ ਕਰਨਾ ਹੈ, ਚੰਗਾ ਸਾਹਿਤ ਪੜ੍ਹਨਾ ਹੈ, ਚੰਗੀਆਂ ਕਿਤਾਬਾਂ ਪੜ੍ਹਨੀਆਂ, ਕਿਉਂਕਿ ਚੰਗੀਆਂ ਕਿਤਾਬਾਂ ਤੋਂ ਚੰਗਾ ਸਾਥੀ ਕੋਈ ਨਹੀਂ ਹੋ ਸਕਦਾ। ਕਦੇ ਇਕੱਲੇ ਫੀਲ ਕਰਦੇ ਹੋਈਏ, ਅੱਜ ਕੱਲ ਤਾਂ ਸਭ ਤੋਂ ਵਧੀਆ ਸਾਰੇ ਕੀ ਕਰਦੇ ਆ, WhatsApp ਖੋਲ ਲਓ, Facebook ਖੋਲੋ, Instagram ਖੋਲ ਲਓ, ਪਰ ਸਭ ਤੋਂ ਵਧੀਆ ਕਿ ਜਦੋਂ ਅਸੀਂ ਕੋਈ ਕਿਤਾਬ ਚੱਕਾਂਗੇ, ਕੋਈ ਗਿਆਨ ਲਵਾਂਗੇ। ਜਿਵੇਂ ਚੱਲ ਰਹੀ ਸੀ ਨਾ ਕਿ ਲੜਾਈਆਂ ਪਹਿਲਾਂ ਵੀ ਹੁੰਦੀਆਂ ਸੀ, ਲੜਾਈਆਂ ਅੱਜ ਵੀ ਹੋ ਰਹੀਆਂ ਨੇ, ਹਨਾ। ਅੱਜ ਲੜਾਈ ਕਿਹਦੇ ਨਾਲ? ਆਪਣੇ ਮਨ ਨਾਲ ਹੈ। ਬੜਾ ਕੁਛ ਹੈ ਜਿਹੜਾ ਮਨ ਨੂੰ ਕਹਿਣਾ ਪੈਂਦਾ, ਨਹੀਂ ਦੁਨੀਆ ਉੱਧਰ ਚੱਲ ਰਹੀ ਹੈ, ਮੈਂ ਇੱਧਰ ਨਹੀਂ ਚੱਲਣਾ, ਦੁਨੀਆ ਇਹ ਕਰਦੀ, ਮੈਂ ਇਹ ਕਰਨਾ ਜੋ ਮੈਨੂੰ ਗੁਰੂ ਨੇ ਕਿਹਾ। ਸੋ ਜਿਵੇਂ ਗੱਲ ਕੀਤੀ ਗਈ ਸੀ ਨਾ ਕਿ ਹਰ ਗੱਲ ਨੂੰ ਬਾਣੀ ਨਾਲ
ਉਹਦੇ ਵਿੱਚ ਬਾਣੀ ਲੱਭੀਏ। ਜਦੋਂ ਅਸੀਂ ਪੜ੍ਹੀਏ ਨਾ, ਉਹਦੇ ਵਿੱਚ ਸੋਚੀਏ ਕਿ ਇਹਦੇ ਵਿੱਚ ਨਾ ਇਹ ਗੱਲ ਤਾਂ ਗੁਰੂ ਸਾਹਿਬ ਜੀ ਵੀ ਕਹੀ ਹੈ, ਯਾਨੀ ਕੋਈ ਏਦਾਂ ਦਾ ਪੱਖ ਨਹੀਂ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਸਾਨੂੰ ਸੇਧ ਨਾ ਮਿਲਦੀ ਹੋਵੇ। ਕੋਈ ਵੀ ਪੱਖ ਲੈ ਲਓ। ਜੇ ਅਸੀਂ ਫਰੈਂਡ ਬਣਾਉਣ ਦੀ ਗੱਲ ਕਰਦੇ ਹਾਂ ਤਾਂ ਵੀ ਗੁਰੂ ਜੀ ਸਾਨੂੰ ਗਾਈਡ ਕਰਦੇ ਆ ਕਿ ਤੇਰਾ ਫਰੈਂਡ ਕਿੱਦਾਂ ਦਾ ਹੋਣਾ ਚਾਹੀਦਾ ਹੈ। ਜੇ ਅਸੀਂ ਗੱਲ ਕਰਦੇ ਹਾਂ ਕਿ ਗੁਰੂ ਜੀ ਅਸੀਂ ਆਪਣਾ ਸੁਭਾਅ ਕਿੱਦਾਂ ਦਾ ਰੱਖੀਏ ਤਾਂ ਉਹ ਵੀ ਗੁਰੂ ਜੀ ਸਾਨੂੰ ਗਾਈਡ ਕਰਦੇ ਨੇ ਕਿ ਇੱਕ ਜਿਹੜਾ ਚੰਗਾ ਬੰਦਾ ਉਹਦਾ ਸੁਭਾਅ ਕਿੱਦਾਂ ਦਾ ਹੁੰਦਾ ਹੈ। ਹਰ ਪੱਖ ਤੇ ਗੁਰੂ ਜੀ ਸਾਨੂੰ ਗਾਈਡ ਕਰਦੇ ਨੇ। ਸੋ ਅਸੀਂ ਜਦੋਂ ਬਾਣੀ ਪੜ੍ਹੀ ਹੋਏਗੀ ਨਾ, ਜਦੋਂ ਅਸੀਂ ਕਿਤਾਬ ਪੜਾਂਗੇ ਸਾਨੂੰ ਉਦੋਂ ਪਤਾ ਲੱਗੇਗਾ ਇਹ ਗੱਲ ਤਾਂ ਗੁਰੂ ਜੀ ਵੀ ਕਹਿੰਦੇ ਨੇ, ਇਹ ਗੱਲ ਗੁਰੂ ਜੀ ਏਦਾਂ ਕਹਿ ਰਹੇ ਨੇ। ਸੋ ਬੜਾ ਕੁਝ ਸਾਨੂੰ ਉਹਦੇ ਵਿੱਚੋਂ ਦੇਖਣ ਨੂੰ ਮਿਲਦਾ ਹੈ। ਸੋ ਇੱਕ ਦੋ ਹੈਂਡ ਰੇਜ਼ ਹੋਰ ਨੇ ਜੀ, ਸੋ ਉਹਨਾਂ ਨੂੰ ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ ਜੀ ਉਹਨਾਂ ਨਾਲ। ਹਾਂਜੀ, ਗੁਰਨੂਰ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਵੀ ਇੱਕ ਕਿਤਾਬ ਪੜ੍ਹੀ ਸੀ, ਉਹਦੇ ਬਾਰੇ ਮੈਂ ਸ਼ੇਅਰ ਕਰਨਾ ਚਾਹੁੰਦੀ ਹਾਂ ਕੁਝ। ਉਹ ਬੁੱਕ ਦਾ ਨਾਮ ਸੀ ਤੁਹਾਡੇ ਅਵਚੇਤਨ ਮਨ ਦੀ ਸ਼ਕਤੀ। ਕਹਿੰਦੇ ਖਜ਼ਾਨਾ ਤੁਹਾਡੇ ਅੰਦਰ ਹੈ, ਆਪਣੀ ਦਿਲੀ ਇੱਛਾ ਦਾ ਜਵਾਬ ਆਪਣੇ ਅੰਦਰੋਂ ਖੋਜੋ। ਤੁਹਾਡਾ ਅਵਚੇਤਨ ਮਨ ਤੁਹਾਡੇ ਸਰੀਰ ਦਾ ਨਿਰਮਾਤਾ ਹੈ ਅਤੇ ਤੁਹਾਡਾ ਉਪਚਾਰ ਕਰ ਸਕਦਾ ਹੈ। ਹਰ ਰਾਤ ਆਦਰਸ਼ ਸਿਹਤ ਤੇ ਵਿਚਾਰਾਂ ਨਾਲ ਸੌਣ ਜਾਓ ਅਤੇ ਤੁਹਾਡਾ ਵਫਾਦਾਰ ਸੇਵਕ ਭਾਵ ਅਵਚੇਤਨ ਮਨ ਤੁਹਾਡੇ ਆਦੇਸ਼ ਦੀ ਪਾਲਣਾ ਕਰੇਗਾ। ਹਰ ਵਿਚਾਰ ਇੱਕ ਕਾਰਨ ਹੈ ਅਤੇ ਹਰ ਪਰਿਸਥਿਤੀ ਇੱਕ ਨਤੀਜਾ ਹੈ। ਆਪਣੇ ਵਿਚਾਰਾਂ ਨੂੰ ਬਦਲ ਲਓ, ਤੁਹਾਡੀ ਤਕਦੀਰ ਆਪਣੇ ਆਪ ਬਦਲ ਜਾਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਜੀ। ਜੇ ਅਸੀਂ ਚੰਗੇ ਕਿਤਾਬਾਂ ਪੜਾਂਗੇ ਤਾਂ ਸਾਡੇ ਵਿਚਾਰ ਆਪੇ ਚੰਗੇ ਬਣਨਗੇ, ਤੇ ਜਦੋਂ ਅਸੀਂ ਉਹਨਾਂ ਵਿਚਾਰਾਂ ਨੂੰ ਲਾਈਫ ਵਿੱਚ ਲੈ ਕੇ ਆਵਾਂਗੇ ਸਾਡਾ ਜੀਵਨ ਵੀ ਚੰਗਾ ਬਣੇਗਾ। ਬਹੁਤ ਧੰਨਵਾਦ ਜੀ, ਔਰ ਬੜਾ ਚੰਗਾ ਲੱਗਿਆ ਕਿ ਤੁਸੀਂ ਵੀ ਕਿਤਾਬਾਂ ਪੜ੍ਹ ਰਹੇ ਹੋ। ਹਾਂਜੀ, ਇੱਕ ਦੋ ਬੱਚਿਆਂ ਦੇ ਹੋਰ ਹੈਂਡ ਰੇਜ਼ ਹੈਗੇ ਨੇ। ਹਾਂਜੀ, ਰਿਪੂ ਦਮਨ ਸਿੰਘ ਜੀ। ਹਾਂਜੀ मैम वाहिगुरु जी का खालसा वाहिगुरु जी की फतेह। मेरा नाम दीपू दमन सिंह है एंड मैं एक चीज शेयर करना चाहता सी कि जो इंसान दी जो सब तो वड्डा हथियार है वो नॉलेज है एंड नॉलेज असी बुक्स तो ले सकते हैं। वाहिगुरु जी का खालसा वाहिगुरु जी की। ਬਹੁਤ ਵਧੀਆ ਜੀ। ਜਿਹੜੀ ਨੌਲੇਜ ਹੈ ਉਹ ਕਿਤਾਬਾਂ ਤੋਂ ਲੈ ਸਕਦੇ ਆ। ਪਰ ਇੱਕ ਗੱਲ ਫਿਰ ਮੈਂ ਦੁਬਾਰਾ ਰਿਪੀਟ ਕਰ ਰਹੀ ਹਾਂ, ਜਿਹੜੀ ਆਪਾਂ ਗੱਲ ਕੀਤੀ, ਗੁਰੂ ਜੀ ਵੀ ਕਹਿੰਦੇ ਨੇ ਕਿ ਪੜਨ ਨਾਲ ਗਿਆਨ ਤਾਂ ਮਿਲਦਾ, ਪਰ ਨਾਲ ਉਹਨਾਂ ਨੇ ਵੀ ਕਿਹਾ ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀ ਹੈ ਸਾਥ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀ ਹੈ ਖਾਤ ਕੇ। ਕਈ ਵਾਰੀ ਕੀ ਹੁੰਦਾ ਸੀ, ਜਿਹੜੀ ਲਾਸਟ ਤੇ ਗੱਲ ਕੀਤੀ ਨਾ ਇੰਦਰਪਾਲ ਸਿੰਘ ਜੀ ਨੇ, ਬੜੀ ਵਧੀਆ ਕੀਤੀ। ਕਈ ਵਾਰੀ ਸਾਨੂੰ ਪੜ ਪੜ ਕੇ ਹੰਕਾਰ ਆ ਜਾਂਦਾ ਕਿ ਮੈਂ ਇੰਨਾ ਪੜਿਆ, ਮੇਰੇ ਜਿੰਨੀਆਂ ਤਾਂ ਕਿਤਾਬਾਂ ਕਿਸੇ ਨੇ ਪੜ੍ਹੀਆਂ ਹੀ ਨਹੀਂ ਹੋਣੀਆਂ। ਪਰ ਜੇ ਜੀਵਨ ਦੇ ਵਿੱਚ ਉਹੀ ਸਾਰਾ ਕੁਝ ਹੈ ਕਿ ਸਾਡੀ ਲਾਈਫ ਦੇ ਵਿੱਚੋਂ ਉਹ ਝਲਕ ਹੀ ਨਹੀਂ ਪੈਂਦੀ ਕਿ ਸਾਡੇ ਕੋਲ ਚੰਗਾ ਕੁਝ ਹੈ, ਤਾਂ ਐਸੀਆਂ ਕਿਤਾਬਾਂ ਪੜ੍ਹਨ ਦਾ ਵੀ ਕੋਈ ਫਾਇਦਾ ਨਹੀਂ ਹੈ। ਸੋ ਅਸੀਂ ਬਿਲਕੁਲ ਲਾਸਟ ਤੇ ਇੱਕ ਹੈਂਡ ਰੇਜ਼ ਲਵਾਂਗੇ ਜੀ, ਬੋੜ ਸਿੰਘ ਜੀ। ਉਹਨਾਂ ਨੂੰ ਬੇਨਤੀ ਹੈ ਕਿ ਆਪਣੇ ਮਾਈਕ ਅਨਮਿਊਟ ਕਰਕੇ ਜਿਹੜੇ ਆਪਣੇ ਵਿਚਾਰ ਹੈ ਸਾਡੇ ਨਾਲ ਸਾਂਝੇ ਕਰਨਗੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਮੈਂ ਨਾ ਇੱਕ ਬੇਨਤੀ ਕਰਨੀ ਚਾਹੁੰਦਾ ਵਾਂ। ਜਿੱਦਾਂ ਕਿ ਇੰਦਰਪਾਲ ਵੀਰ ਨੇ ਕਿਹਾ ਵੀ ਜਿੱਦਾਂ ਆਪਣੇ ਕੋਈ ਸਟਾਲ ਲੱਗੇ ਹੁੰਦੇ ਆ ਵੀ ਆਪਾਂ ਕਿਤਾਬਾਂ ਇਕੱਠੀਆਂ ਕਰ ਲੈਂਦੇ ਆ। ਜਦੋਂ ਆਪਾਂ ਪੜ੍ਹ ਲੈਂਦੇ ਆ ਨਾ ਕਿਤਾਬਾਂ, ਕਈ ਵਾਰੀ ਪਈਆਂ ਹੁੰਦੀਆਂ ਵਾ, ਕਈ ਵਾਰੀ ਕੋਈ ਐਸੇ ਬੱਚੇ ਹੁੰਦੇ ਆ ਜਿਨ੍ਹਾਂ ਕੋਲ ਪੈਸੇ ਨਹੀਂ ਹੁੰਦੇ, ਉਹ ਲੋੜਵੰਦ ਵਿਦਿਆਰਥੀ ਹੁੰਦੇ ਆ। ਜਿੱਦਾਂ ਕਿ ਆਪਣੀ EPP ਜਿਹੜੀ ਆਪਣੇ ਏਦਾਂ ਦੀ ਸੰਸਥਾ ਚੱਲ ਰਹੀ ਹੈ, ਇਸੇ ਦੇ ਆਧਾਰ ਤੇ ਚੱਲ ਰਹੀ ਆ। ਆਪਾਂ ਨੂੰ ਉਹ ਕਿਤਾਬਾਂ ਵੰਡ ਦੇਣੀਆਂ ਚਾਹੀਦੀਆਂ, ਆਪਣੇ ਕੋਲ ਨਹੀਂ ਰੱਖਣੀਆਂ ਚਾਹੀਦੀਆਂ ਜੀ, ਤਾਂ ਜੋ ਆਪਾਂ ਨੂੰ ਤਾਂ ਗਿਆਨ ਪ੍ਰਾਪਤ ਹੋ ਗਿਆ, ਜੇ ਆਪਾਂ ਕਿਸੇ ਹੋਰ ਨੂੰ ਵੀ ਗਿਆਨ ਵੰਡ ਸਕਦੇ ਹਾਂ। ਜਿਵੇਂ ਕਿ ਹੁਣ ਇੱਥੇ 350 ਬੱਚੇ ਜੁੜੇ ਹੋਏ ਆ ਜੀ, ਇੱਕ ਤੋਂ ਗੱਲ ਇਹ ਸ਼ੇਅਰ ਹੁੰਦੀ ਬਹੁਤ ਤੱਕ ਚੱਲ ਜੂਗੀ। ਵਾਹਿਗੁਰੂ ਖਾਲਸਾ ਫਤਿਹ। ਮੈਂ ਵੀਰ ਜਸਵਿੰਦਰ ਸਿੰਘ ਤੁਹਾਡੇ ਨਾਲ ਕੋਈ ਵਿਚਾਰ ਸਾਂਝੇ ਕਰਨੇ ਚਾਹੁੰਦੇ ਹਨ। ਖਾਲਸਾ ਵਾਹਿਗੁਰੂ ਜੀ ਫਤਿਹ। ਹਾਂਜੀ, ਮੈਂ ਜੀ ਵੀਰ ਜੀ ਨੇ ਮੈਂ ਪਹਿਲਾਂ ਗੱਲ ਕਹੀ ਹੈ ਕਿ ਜਿਹੜੇ ਆਪਾਂ ਕਿਤਾਬ ਪੜ੍ਹਦੇ ਹਾਂ ਉਹਦੇ ਵਿੱਚ ਪੋਜ਼ਿਟਿਵ ਵੀ ਗੱਲਾਂ ਤੇ ਨੈਗੇਟਿਵ ਗੱਲਾਂ ਦੋਨੇ ਦੀ ਵਿੱਚ ਦਿੱਤੀ ਜਾਂਦੀ ਹੈ ਨੌਲੇਜ ਜਾਂ ਜਾਣਕਾਰੀ। ਤੇ ਆਪਾਂ ਇਹਨਾਂ ਗੱਲਾਂ ਵਿੱਚ ਮਤਲਬ ਜਿਹੜੀ ਪੋਜ਼ਿਟਿਵ ਕਰੈਕਟਰ ਹੁੰਦੇ ਨੇ ਕੁਛ ਆਪਾਂ ਪੜ੍ਹ ਕੇ ਉਹਨਾਂ ਨੂੰ ਆਪਣੇ ਆਪ ਤੇ ਇੰਪਲੀਮੈਂਟ ਕਰਕੇ ਆਪਾਂ ਉਹਨਾਂ ਕਰੈਕਟਰ ਨੂੰ ਜੀ ਸਕਦੇ ਹਾਂ, ਤੇ ਆਪਾਂ ਆਪਣੇ ਜੀਵਨ ਵਿੱਚ ਵੀ ਉਹ ਵਿਚਾਰ ਜੋ ਚੰਗੇ ਗੁਣ ਹੈਗੇ ਨੇ ਆਪਾਂ ਲੈ ਕੇ ਆ ਸਕਦੇ ਹਾਂ। ਮੈਂ ਜਿਵੇਂ ਕੁਛ ਟਾਈਮ ਪਹਿਲਾਂ ਅੰਨਦਾਤਾ ਕਿਤਾਬ ਪੜ੍ਹੀ ਸੀ, ਉਹਦੇ ਵਿੱਚ ਜਦੋਂ ਕਰੈਕਟਰ 3-4 ਕਰੈਕਟਰ ਹੁੰਦੇ ਆ ਜਾਂ ਬ੍ਰਦਰ ਸੀਗੇ ਉਹ, ਤੇ ਕੁਛ ਜਿਹੜੇ ਹੈਗੇ ਗਾਇਕੀ ਵੱਲ ਚਲੇ ਗਏ ਤੇ ਕੁਛ ਚਲੋ ਬਾਬਿਆਂ ਪਿੱਛੇ ਲੱਗ ਗਏ, ਤੇ ਇੱਕ ਜਿਹੜਾ ਉਹਨਾਂ ਵਿੱਚੋਂ ਮਿਹਨਤੀ ਜੋ ਸੀਗਾ ਵੀਰ ਖੇਤੀਬਾੜੀ ਕਰਦਾ ਸੀਗਾ, ਉਹ ਕਿਤਾਬ ਦੇ ਵਿੱਚ ਆਖਰ ਦੇ ਵਿੱਚ ਆ ਕੇ ਮਤਲਬ ਕਹਿ ਲਓ ਤੁਸੀਂ ਉਹੀ ਇੱਕ ਜਿਹੜਾ ਵਧੀਆ ਆਪਣਾ ਜੀਵਨ ਗੁਜ਼ਾਰ ਸਕਿਆ। ਨਹੀਂ ਤਾਂ ਬਾਕੀ ਸਾਰੇ ਇੱਧਰ ਉੱਧਰ ਗਲਤ ਫਸਣ ਕਰਕੇ ਆਪਣਾ ਜੀਵਨ ਤੋਂ ਮਤਲਬ ਸਹੀ ਰਸਤੇ ਤੋਂ ਭਟਕ ਗਏ। ਸੋ ਕਿਤਾਬਾਂ ਜਿਹੜੀਆਂ ਹੈਗੀਆਂ ਨੇ ਆਪਾਂ ਨੂੰ ਇੱਕ ਕਰੈਕਟਰ ਜੋ ਆਪਾਂ ਦੇਖਦੇ ਹਾਂ ਪੋਜ਼ਿਟਿਵ
ਤੇ ਉਹ ਆਪਾਂ ਨੂੰ ਬਹੁਤ ਸਿੱਖਣ ਨੂੰ ਮਿਲਦਾ ਕਿਤਾਬਾਂ ਵਿੱਚੋਂ। ਕਿਤਾਬਾਂ ਆਪਾਂ ਨੂੰ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਜੀ ਅਤੇ ਅਮਲ ਵੀ ਜ਼ਰੂਰ ਇਹਨਾਂ ਦਾ ਕਰਨਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਛਾ ਜੀ, ਬਹੁਤ ਵਧੀਆ ਜੀ। ਤੁਹਾਨੂੰ ਹਰ ਤਰ੍ਹਾਂ ਦਾ ਕਰੈਕਟਰ ਪੜ੍ਹਨ ਨੂੰ ਮਿਲਦਾ ਹੈ ਔਰ ਅਸੀਂ ਦੇਖਣਾ ਕਿ ਅਸੀਂ ਉਹਦੇ ਵਿੱਚ ਦੇਖੋ ਦੋਨੋਂ ਕਰੈਕਟਰਸ ਦੇਣ ਦਾ ਇੱਕ ਮਕਸਦ ਇਹ ਵੀ ਹੁੰਦਾ ਹੈ ਕਿ ਸਾਨੂੰ ਪਤਾ ਲੱਗੇ ਕਿ ਜੇ ਅਸੀਂ ਇਸ ਪੱਖ ਵੱਲ ਜਾਵਾਂਗੇ ਤਾਂ ਅੱਗੋਂ ਰਿਜ਼ਲਟਸ ਕੀ ਆਣਗੇ, ਜੇ ਅਸੀਂ ਚੰਗੇ ਪੱਖ ਵੱਲ ਜਾ ਰਹੇ ਹਾਂ ਤਾਂ ਅੱਗੋਂ ਰਿਜ਼ਲਟਸ ਕੀ ਆਣਗੇ। ਸੋ ਸਾਨੂੰ ਡਿਸਾਈਡ ਕਰਨਾ ਬੜਾ ਸੌਖਾ ਹੋ ਜਾਂਦਾ ਕਿ ਅਸੀਂ ਆਪਣੀ ਲਾਈਫ ਨੂੰ ਕਿੱਧਰ ਲੈ ਕੇ ਜਾਣਾ ਹੈ। ਸੋ ਬਹੁਤ ਧੰਨਵਾਦ ਜਿਹੜੇ ਕਿਤਾਬਾਂ ਪੜ੍ਹਦੇ ਨੇ, ਔਰ ਜਿਹੜੇ ਨਹੀਂ ਪੜ੍ਹਦੇ ਜ਼ਰੂਰ ਇਸ ਨੂੰ ਆਪਣੀ ਹੌਬੀ ਬਣਾਈਏ ਤੇ ਵੱਧ ਤੋਂ ਵੱਧ ਕਿਤਾਬਾਂ ਪੜ੍ਹੀਏ। ਪਰ ਇੱਕ ਗੱਲ ਦਾ ਹਮੇਸ਼ਾ ਯਾਦ ਰੱਖੀਏ, ਜਿਵੇਂ ਗੁਰੂ ਜੀ ਕਹਿੰਦੇ ਨੇ, ਪੜਿਆ ਮੂਰਖ ਆਖੀਐ ਜਿਸ ਲੱਭ ਲੋਭ ਹੰਕਾਰਾ। ਕਹਿੰਦੇ ਉਸ ਪੜੇ ਦਾ ਕੋਈ ਫਾਇਦਾ ਨਹੀਂ ਹੈ ਜੇ ਸਾਡੇ ਵਿੱਚੋਂ ਵਿਕਾਰ ਨਾ ਖਤਮ ਹੋਣ, ਜੇ ਸਾਡੇ ਵਿੱਚ ਸਦਗੁਣ ਨਾ ਆਣ। ਸੋ ਜ਼ਰੂਰ ਅਸੀਂ ਆਪਣੇ ਆਪ ਨਾਲ ਇੱਕ ਪ੍ਰੋਮਿਸ ਕਰੀਏ ਕਿ ਅਸੀਂ ਵੱਧ ਤੋਂ ਵੱਧ ਕਿਤਾਬਾਂ ਪੜਾਂਗੇ। ਕੋਈ ਵੀ ਕਿਤਾਬ ਲੈ ਲਈਏ, ਹੁਣ ਸਾਡੇ ਕੋਲ ਜੇ ਅਸੀਂ ਨਹੀਂ ਵੀ ਬਾਈ ਕਰ ਸਕਦੇ, PDF ਲੈ ਸਕਦੇ ਹਾਂ। SGPC ਵੱਲੋਂ ਵੀ ਬਹੁਤ ਸਾਰੀਆਂ ਕਿਤਾਬਾਂ ਨੇ। ਜਦੋਂ ਅਸੀਂ ਦਰਬਾਰ ਸਾਹਿਬ ਜਾਂ ਕਿਸੇ ਵੀ ਉੱਥੇ ਜਾਂਦੇ ਆ ਨਾ, ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਵਿੱਚ, ਉੱਥੇ ਬੁੱਕ ਸਟਾਲ ਤੇ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਫ੍ਰੀ ਆਫ ਕਾਸਟ ਵੀ ਅਵੇਲੇਬਲ ਹੁੰਦੀਆਂ ਨੇ। ਸੋ ਤੁਸੀਂ ਉੱਥੋਂ ਕਿਤਾਬਾਂ ਲੈ ਕੇ ਪੜ੍ਹ ਸਕਦੇ ਹੋ। ਸੋ ਜਿੰਨਾ ਵੱਧ ਗਿਆਨ ਲਵਾਂਗੇ ਉਨਾ ਸਾਡਾ ਜਿਹੜਾ ਡਰ ਹੈ ਉਹ ਦੂਰ ਹੋਏਗਾ ਜੀ। ਸੋ ਬਹੁਤ ਧੰਨਵਾਦ ਜੀ ਇੰਦਰਪਾਲ ਸਿੰਘ ਜੀ ਦਾ ਕਿ ਉਹਨਾਂ ਨੇ ਸਾਡੇ ਨਾਲ ਅੱਜ ਇਹ ਵਿਸ਼ਾ ਜਿਹੜਾ ਉਹ ਸਾਂਝਾ ਕੀਤਾ ਜੀ। ਸੋ ਹੁਣ ਜਸਪ੍ਰੀਤ ਕੌਰ ਜੀ ਅੱਗੋਂ ਦਾ ਜਿਹੜਾ ਸੰਭਾਲਣਗੇ ਜੀ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਤੇ ਦੇਖੋ ਆਪਾਂ ਸ਼ੁਰੂ ਕੀਤਾ ਸੀ ਵੀ ਟਿਪਸ ਟੂ ਇੰਪਰੂਵਮੈਂਟ ਯੋਰਸੈਲਫ, ਵੀ ਕਿਵੇਂ ਆਪਾਂ ਆਪਣੇ ਆਪ ਨੂੰ ਇੰਪਰੂਵ ਕਰ ਸਕਦੇ ਹਾਂ। ਤਾਂ ਇਹਦੇ ਨਾਲ ਆਪਾਂ ਨੂੰ ਲੱਗਦਾ ਕਿੰਨੀਆਂ ਗੱਲਾਂ ਸਿੱਖਣ ਨੂੰ ਮਿਲ ਗਈਆਂ ਨੇ। ਰੀਡਿੰਗ ਕਰਨੀ, ਫਿਰ ਰੀਡਿੰਗ ਦੇ ਬੈਨੀਫਿਟ ਦੱਸੇ ਗਏ ਸੀਗੇ ਨਾ। ਬੈਨੀਫਿਟਸ ਕੀ ਨੇ ਕਿ ਆਪਣਾ ਐਕਸਪੀਰੀਅੰਸ ਵੱਧਦਾ ਹੈ, ਉਹਦੇ ਨਾਲ ਆਪਣੀ ਸੋਚ ਦਾ ਜਿਹੜਾ ਦਾਇਰਾ ਉਹ ਵੱਡਾ ਹੁੰਦਾ ਹੈ, ਆਪਾਂ ਨੂੰ ਸ਼ਕਤੀ ਮਿਲਦੀ, ਸਟਰੈਂਥ ਮਿਲਦੀ ਆ। ਠੀਕ ਹੈ ਨਾ, ਜਿੰਨਾ ਆਪਾਂ ਗਿਆਨ ਇਕੱਠਾ ਕਰਾਂਗੇ ਨਾ ਉਹਨਾਂ ਵਾਧਾ ਹੁੰਦਾ। ਤੇ ਜੋ ਆਪਾਂ ਗਿਆਨ ਇਕੱਠਾ ਕਰਦੇ ਆ ਨਾ, ਆਪਾਂ ਨੂੰ ਚਾਹੀਦਾ ਦੂਜਿਆਂ ਦੇ ਵਿੱਚ ਆਪਾਂ ਵੰਡੀਏ ਵੀ, ਉਹਦੇ ਨਾਲ ਹੋਰ ਵਾਧਾ ਹੋਊਗਾ। ਤੇ ਜਿਵੇਂ ਇੱਕ ਦੱਸੇ ਵੀ ਸੁਪਨਿਆਂ ਨੂੰ ਪੂਰਾ ਕਰਨ ਦੀ ਕਾਬਲੀਅਤ ਜਿਹੜੀ ਆ ਉਹ ਆਪਾਂ ਨੂੰ ਕਿੱਥੋਂ ਆਉਂਦੀ ਹੈ, ਕਿਤਾਬਾਂ ਪੜ੍ਹਨ ਦੇ ਨਾਲ। ਤੇ ਰੀਡਰਸ ਆਰ ਲੀਡਰਸ। ਤੇ ਹੁਣ ਆਪਾਂ ਇੱਥੇ ਹੀ ਆਪਣੇ ਕੈਂਪ ਦੀ ਸਮਾਪਤੀ ਕਰਦੇ ਹਾਂ ਜੀ। ਤੇ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਤੇ ਕੱਲ ਫਿਰ ਆਪਾਂ ਇਸੇ ਟਾਈਮ ਇਕੱਠੇ ਹੋਵਾਂਗੇ ਜੀ। ਤੇ ਆਪ ਵੀ ਜੋੜਨਾ ਤੇ ਹੋਰਨਾਂ ਨੂੰ ਵੀ ਜੋੜਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।